ਸਤਿਗੁਰਾਂ ਦੀ ਪਵਿੱਤਰ ਗੋਜ ਸਜ ਨਵਾਜੇ। ਖਾਲਸਾ ਜੀਓ ਫਤਿਹ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰਾਨਾ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਨੇ ਇਹ ਘੜੀਆਂ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ। ਸੋ ਮੈਂ ਬਿਨਾਂ ਕੋਈ ਭੂਮਿਕਾ ਬੰਨ੍ਹਦਾ ਹੋਇਆ ਆਪਣੇ ਵਿਸ਼ੇ 'ਤੇ ਕੇਂਦਰਿਤ ਕਰ ਰਿਹਾ। ਇਸ ਸਥਾਨ ਦੇ ਪ੍ਰਬੰਧਕਾਂ ਦਾ ਸ਼ੁਕਰਾਨਾ, ਜਿਨ੍ਹਾਂ ਨੇ ਸੰਗਤ ਨੂੰ ਸੱਦਾ ਦਿੱਤਾ, ਤੁਹਾਡੇ ਦਰਸ਼ਨ ਕਰਾਏ ਨੇ। ਵਿਦਿਆ ਦਾ ਯੁੱਗ ਹੈ। ਸਾਰਾ ਸੰਸਾਰ ਵਿਦਿਆ ਦੇ ਪਸਾਰ ਦੇ ਵਿੱਚ ਯਤਨ ਕਰ ਰਿਹਾ ਹੈ। ਆਪਾਂ ਵੀ ਸਾਰੇ ਲੱਗੇ ਹੋਏ ਹਾਂ। ਪਰ ਮਹਾਰਾਜ ਕਹਿੰਦੇ ਨੇ ਕਿ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਬਜ਼ੁਰਗਾਂ ਦੀਆਂ ਗਾਥਾਵਾਂ ਵਿੱਚ ਬਰਕਤਾਂ ਹੁੰਦੀਆਂ ਨੇ, ਉਹ ਤਜਰਬੇ ਹੁੰਦੇ ਨੇ, ਹੱਡੀ ਹੰਢਾਈਆਂ ਗੱਲਾਂ ਸਾਨੂੰ ਦਿਸ਼ਾ ਵੀ ਦਿੰਦੀਆਂ ਨੇ, ਸਮਰਥਾ ਵੀ ਪ੍ਰਦਾਨ ਕਰਦੀਆਂ ਨੇ। ਸੋ ਕੁਝ ਇਤਿਹਾਸਕ ਵਿਚਾਰਾਂ ਜਿਹੜੀਆਂ ਸਾਡੇ ਧਿਆਨ ਵਿੱਚ ਹੋਣੀਆਂ ਜ਼ਰੂਰੀ ਨੇ। ਸੋ ਮੈਂ ਅੱਜ ਦੀ ਇਸ ਗੱਲਬਾਤ ਨੂੰ ਅਧਿਆਪਕਾਂ 'ਤੇ ਕੇਂਦਰਿਤ ਕਰ ਰਿਹਾ ਕਿ ਮੈਨੂੰ ਦੱਸਿਆ ਗਿਆ ਕਿ ਇੱਥੋਂ ਦੇ ਸਕੂਲ ਦੇ ਅਧਿਆਪਕ ਅੱਜ ਦੀ ਇਸ ਇਕੱਤਰਤਾ ਦੇ ਵਿੱਚ ਸੰਗਤ ਵਿੱਚ ਸ਼ਾਮਲ ਨੇ। ਮੈਂ ਸਾਰਿਆਂ ਨੂੰ ਜਾਣਦਾ ਨਹੀਂ, ਪਰ ਮੈਨੂੰ ਪਤਾ ਵੀ ਕੁਝ ਅਧਿਆਪਕਾਂ ਤੋਂ ਬਿਨਾਂ ਮਾਤਾ ਪਿਤਾ ਵੀ ਹੋਣਗੇ। ਸੋ ਮਾਤਾ ਪਿਤਾ ਵੀ ਇੱਕ ਤਰ੍ਹਾਂ ਦੇ ਅਧਿਆਪਕ ਹੀ ਹੁੰਦੇ ਨੇ। ਉਹਨਾਂ ਨੇ ਵੀ ਘੱਟੋ ਘੱਟ ਆਪਣੇ ਬੱਚਿਆਂ ਨੂੰ ਤਾਂ ਦਿਸ਼ਾ ਦੇਣੀ ਹੁੰਦੀ ਹੈ ਨਾ। ਸਭ ਤੋਂ ਵੱਡਾ ਅਧਿਆਪਨ ਦਾ ਕੰਮ ਤਾਂ ਮਾਂ ਕਰਦੀ ਹੈ, ਔਰ ਇਹ ਕੰਮ ਮਾਂ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਆਰੰਭ ਕਰ ਦਿੰਦੀ ਹੈ। ਜੇ ਨਹੀਂ ਕਰਦੀ ਤਾਂ ਉਹਨੂੰ ਕਰ ਦੇਣਾ ਚਾਹੀਦਾ, ਜ਼ਰੂਰੀ ਹੁੰਦਾ ਹੈ। ਸੋ ਅਧਿਆਪਨ ਦੇ ਕਿਹੜੇ ਫਰਜ਼ ਨੇ, ਆਪਾਂ ਕਈ ਵਾਰੀ ਇੰਝ ਮਹਿਸੂਸ ਕਰਦੇ ਹਾਂ ਇਹ ਸਾਰਾ ਕੁਝ ਮਹੱਤਵਪੂਰਨ ਹੈ ਔਰ ਮੁੱਢਲਾ ਆ, ਇਹ ਜ਼ਰੂਰੀ ਹੈ। ਗੱਲ ਇੱਥੋਂ ਹੀ ਆਰੰਭ ਹੁੰਦੀ ਹੈ। ਗੁਰਮੁਖੀ ਸਿਖਾਉਣੀ, ਗੁਰਮੁਖੀ ਕੰਠ ਕਰਵਾਉਣੀ, ਗੁਰਬਾਣੀ ਦੇ ਅਰਥ ਸਮਝਾਉਣੇ, ਇਤਿਹਾਸ ਪੜ੍ਹਾਉਣਾ, ਗੁਰ ਮੁਕਾਬਲਿਆਂ ਲਈ ਬੱਚਿਆਂ ਦੀ ਤਿਆਰੀ ਕਰਵਾਉਣੀ, ਕੀਰਤਨ ਕਵਿਸ਼ਰੀ ਸਿਖਾਉਣੀ, ਇਤਿਹਾਦ, ਇਹ ਜੋ ਅਸੀਂ ਗੁਰੂ ਘਰਾਂ ਵਿੱਚ ਸਕੂਲ ਚਲਾਉਂਦੇ ਹਾਂ, ਉੱਥੇ ਅਧਿਆਪਕ ਇਹ ਕੰਮ ਕਰਦੇ ਨੇ। ਪਤਾ ਨਹੀਂ ਮੈਂ ਗਲਤ ਹਾਂ ਕਿ ਠੀਕ ਹਾਂ, ਪਰ ਮੈਨੂੰ ਇੰਝ ਲੱਗਦਾ ਹੈ ਵੀ ਸਿਰਫ ਇਹ ਹੀ ਅਧਿਆਪਕ ਦੇ ਫਰਜ਼ ਨਹੀਂ ਹਨ। ਮੈਂ ਗਲਤ ਵੀ ਹੋ ਸਕਦਾ, ਪਰ ਮੈਨੂੰ ਇੰਝ ਲੱਗਦਾ ਹੈ। ਮੈਂ ਗਲਤ ਹੋਵਾਂ ਮੈਨੂੰ ਦਰੁਸਤ ਕਰਿਓ, ਆਪਾਂ ਬਾਅਦ ਤੁਹਾਡੇ ਵਿਚਾਰ ਵੀ ਸੁਣਨੇ ਨੇ। ਸੋ ਮੇਰੀ ਜਾਚੇ ਸਿਰਫ ਇਹ ਹੀ ਨਹੀਂ, ਸਿਰਫ ਇਹ ਹੀ ਨਹੀਂ। ਜਦੋਂ ਪਾਤਸ਼ਾਹ ਇਹ ਗੱਲ ਕਹਿ ਦਿੰਦੇ ਨੇ ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵੇ, ਫਿਰ ਬੜਾ ਵੱਡਾ ਸਵਾਲ ਹੋ ਜਾਂਦਾ ਵੀ ਤੁਹਾਡੀ ਪੜ੍ਹਾਈ ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਦੇ ਥੱਲੇ ਹੈ। ਪੜ੍ਹਾਈ ਤੋਂ ਬਿਨਾਂ ਕੁਝ ਹੋਰ ਵੀ ਕਰਨਾ ਬਾਕੀ ਹੈ। ਗੁਰਬਾਣੀ ਕੰਠ ਕਰਾਉਣੀ, ਗੁਰਬਾਣੀ ਸਿਖਾਉਣੀ, ਗੁਰਬਾਣੀ ਦੇ ਅਰਥ ਪੜ੍ਹਾਉਣੇ, ਸਾਰਾ ਕੁਝ ਜ਼ਰੂਰੀ ਹੈ ਔਰ ਮੁੱਢਲਾ ਆ। ਪਰ ਮੈਨੂੰ ਲੱਗਦਾ ਹੈ ਅਸਲ ਤੱਤ ਕੁਝ ਹੋਰ ਹੈ। ਮੇਰੀ ਜਾਚੇ ਅਸਲੀ ਫਰਜ਼ ਅਧਿਆਪਕਾਂ ਦਾ ਆਪਣੇ ਵਿਦਿਆਰਥੀਆਂ ਨੂੰ ਗੁਰਬਾਣੀ ਜਿਉਣ ਦੀ ਪ੍ਰੇਰਨਾ ਕਰਨੀ। ਗੁਰਬਾਣੀ ਪੜ੍ਹਨੀ, ਗੁਰਬਾਣੀ ਗਾਉਣੀ ਜ਼ਰੂਰੀ ਹੈ, ਪਰ ਇਹ ਇੱਕ ਅੰਤਮ ਪੜਾਅ ਨਹੀਂ ਹੈ, ਇਹ ਮੰਜ਼ਿਲ ਨਹੀਂ ਹੈ। ਮੰਜ਼ਿਲ ਹੈ ਕਿ ਗੁਰਬਾਣੀ ਨੂੰ ਜੀਵਨ ਵਿੱਚ ਜਿਉਣਾ। ਗੁਰੂ ਪਾਤਸ਼ਾਹ ਕਹਿੰਦੇ ਗੁਰਬਾਣੀ ਬਣੀ ਹੈ, ਵੀ ਗੁਰਬਾਣੀ ਬਾਣੀ ਹੀ ਜਾਓ। ਤੂੰ ਕਰਤਾ ਸਚਿਆਰ ਮੈਡਾ ਸਾਈਂ। ਕਿਤੇ ਵਾਹਿਗੁਰੂ ਜੀ ਕਹਿੰਦੇ ਨੇ ਕਿ ਮੇਰਾ ਰੱਬ ਸਚਿਆਰ ਹੈ, ਕਿਤੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਤੈਨੂੰ ਸਚਿਆਰ ਬਣਾਉਣਾ ਹੈ। ਇਹਦਾ ਮਤਲਬ ਤਾਂ ਇਹ ਹੋ ਗਿਆ ਤੈਨੂੰ ਰੱਬ ਬਣਾਉਣਾ ਹੈ, ਅਤੇ ਸਚਿਆਰ ਤਾਂ ਰੱਬ ਹੀ ਹੈ ਨਾ, ਹੋਰ ਤਾਂ ਕੋਈ ਹੈ ਹੀ ਨਹੀਂ। ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਮੇਰਾ ਸਾਈਂ, ਮੇਰਾ ਮੈਂਡਾ ਸਾਈਂ ਹੈ ਨਾ, ਜਿਹੜਾ ਮੇਰਾ ਸਾਈਂ ਹੈ ਉਹ ਸੱਚ ਹੈ, ਉਹ ਸਚਿਆਰ ਹੈ। ਅਤੇ ਸਾਹਿਬ ਤਾਂ ਕਹਿੰਦੇ ਨੇ ਮੇਰਾ ਮਿਸ਼ਨ ਹੀ ਮਨੁੱਖ ਨੂੰ ਸਚਿਆਰ ਬਣਾਉਣ ਦਾ ਹੈ। ਇਹ ਗੱਲ ਨੂੰ ਸ਼ਬਦਾਂ ਵਿੱਚ ਨਹੀਂ ਲੈ ਸਕਦੇ, ਬਟ ਗੱਲ ਇਹੀ ਹੈ ਕਿ ਗੁਰੂ ਸਾਹਿਬ ਮਨੁੱਖ ਨੂੰ ਉਸ ਪਰਮੇਸ਼ਰ ਦੇ ਵਿੱਚ ਇੱਕਮਿਕ ਕਰਨਾ ਚਾਹੁੰਦੇ ਨੇ। ਇੰਝ ਕਹਿ ਲਵੋ, ਜੇ ਸੁਖਾਲਾ ਜਿਹਾ ਕਹਿਣਾ ਹੋਵੇ ਪਰ ਇਹ ਔਖਾ ਜਿਹਾ ਵੀ ਕਹਿਣਾ, ਕਿ ਮਨੁੱਖ ਨੂੰ ਰੱਬ ਬਣਾ ਦਿੰਦੇ ਨੇ। ਰੱਬ ਬਣ ਤਾਂ ਨਹੀਂ ਸਕਦਾ ਮਨੁੱਖ, ਪਰ ਮਨੁੱਖ ਨੂੰ ਰੱਬ ਵਿੱਚ ਅਭੇਦ ਕਰ ਦਿੰਦੇ ਨੇ ਅਤੇ ਉਹਦਾ ਰੂਪ ਹੋ ਜਾਂਦਾ ਹੈ। ਅਤੇ ਫਿਰ ਜਦੋਂ ਉਹਦਾ ਰੂਪ ਹੋ ਜਾਂਦਾ ਫਿਰ ਉਹ ਰੱਬ ਹੀ ਹੁੰਦਾ। ਫਿਰ ਗੁਰੂ ਸਾਹਿਬ ਬਾਣੀ ਦੇ ਵਿੱਚ ਭਗਤ ਗੱਲ ਲਿਖ ਦਿੰਦੇ ਨੇ, ਸੰਗ ਨਹੀਂ ਕਰਦੇ ਕਹਿਣ ਲੱਗੇ, ਕਹਿੰਦੇ ਭਗਤਾਂ ਵਸ ਕੇ ਸੋ, ਹੈ ਨਾ। ਅਤੇ ਉਹਨੂੰ ਪ੍ਰੇਮ ਦੀਆਂ ਡੋਰਾਂ ਪਾ ਕੇ ਬੰਨ੍ਹ ਵੀ ਲੈਂਦੇ ਨੇ। ਕਹਿੰਦੇ ਫਿਰ ਰੱਬ ਨੂੰ ਉਹੀ ਕਰਨਾ ਪੈਂਦਾ ਜਦੋਂ ਇਹ ਪ੍ਰੇਮ ਵਾਲੇ ਕਰਦੇ ਨੇ, ਕਿਉਂਕਿ ਜਿਵੇਂ ਮਾਂ ਨੂੰ ਬੱਚਾ ਬੰਨ੍ਹ ਲੈਂਦਾ ਨਾ,
ਮਾਂ ਉਹੀ ਕਰਦੀ ਹੈ ਜੋ ਬੱਚੇ ਨੂੰ ਚੰਗਾ ਲੱਗਦਾ ਹੈ ਨਾ, ਅਤੇ ਉਹਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਵੀ ਸਾਡੀ ਮਾਂ ਹੈ, ਉਹ ਵੀ ਯਤਨ ਕਰਦੀ ਹੈ ਕਿ ਮੇਰੇ ਬੱਚੇ ਮੇਰੀ ਰਜ਼ਾ ਵਿੱਚ ਰਹਿਣ। ਅਤੇ ਜੇ ਫਿਰ ਜਦੋਂ ਬੱਚੇ ਚਾਹੁੰਦੇ ਨੇ, ਪਰਮੇਸ਼ਰ ਉੱਦਾਂ ਹੀ ਕਲਾ ਵਰਤਾ ਕੇ ਖੁਸ਼ੀਆਂ ਵਰਤਾਉਂਦਾ ਹੈ। ਸੋ ਮੈਨੂੰ ਲੱਗਦਾ ਹੈ ਅਧਿਆਪਕਾਂ ਦਾ ਅਸਲੀ ਫਰਜ਼ ਇਹ ਹੈ ਗੁਰਬਾਣੀ ਨੂੰ ਜ਼ਿੰਦਗੀ ਵਿੱਚ ਜਿਉਣ ਦੀ ਪ੍ਰਬਲ ਜਗਿਆਸਾ ਪੈਦਾ ਕਰ ਦੇਣੀ। ਇਹ ਸਾਡਾ ਮੁੱਦਾ ਹੋਣਾ ਚਾਹੀਦਾ ਹੈ, ਮਾਤਾ ਪਿਤਾ ਦਾ, ਅਧਿਆਪਕਾਂ ਦਾ, ਕਿ ਅਸੀਂ ਆਪਣੇ ਵਿਦਿਆਰਥੀਆਂ ਦੇ ਅੰਦਰ, ਆਪਣੇ ਬੱਚਿਆਂ ਦੇ ਅੰਦਰ, ਆਪਣੇ ਆਲੇ ਦੁਆਲੇ ਜਿੱਥੇ ਅਸੀਂ ਵਿਚਰਦੇ ਹਾਂ, ਕੁਛ ਇੱਦਾਂ ਦਾ ਕਰ ਲਈਏ ਕਿ ਸਾਡੇ ਅੰਦਰ, ਪੜ੍ਹਾਉਣ ਵਾਲਿਆਂ ਦੇ ਅੰਦਰ ਅਤੇ ਪੜ੍ਹਨ ਵਾਲਿਆਂ ਦੇ ਅੰਦਰ ਇੱਕ ਜਗਿਆਸਾ ਹੋ ਜਾਵੇ ਕਿ ਜੋ ਗੁਰਬਾਣੀ ਕਹਿੰਦੀ ਹੈ ਉਹੀ ਕਰਨਾ ਹੈ। ਇੱਕ ਕਦਮ ਪੁੱਟ ਰਿਹਾ, ਮੈਂ ਕਿਸੇ ਦਿਸ਼ਾ ਵੱਲ ਵੱਧ ਰਿਹਾ, ਅਤੇ ਮੇਰੇ ਅੰਦਰੋਂ ਆਪਣੇ ਆਪ ਇੱਕ ਆਵਾਜ਼ ਆਵੇ ਕਿ ਮਨਾ ਜਿੱਧਰ ਨੂੰ ਤੂੰ ਜਾ ਰਿਹਾ ਹੈ, ਕਿ ਗੁਰਬਾਣੀ ਉੱਧਰ ਜਾਣ ਦੀ ਆਗਿਆ ਦਿੰਦੀ ਹੈ। ਬਸ ਜਦੋਂ ਇਹ ਸਵਾਲ ਹੀ ਉਤਪੰਨ ਹੋ ਗਿਆ ਅਤੇ ਜਵਾਬ ਵੀ ਆਵੇਗਾ। ਮੈਂ ਦੇਖ ਰਿਹਾ, ਮੈਂ ਕਿਸੇ ਨੂੰ ਕਿਹੜੀ ਅੱਖ ਨਾਲ ਦੇਖ ਰਿਹਾ? ਕੀ ਮੇਰੇ ਗੁਰੂ ਸਾਹਿਬ ਕਿਸੇ ਨੂੰ ਉਸ ਅੱਖ ਨਾਲ ਦੇਖਣ ਦੀ ਆਗਿਆ ਦਿੰਦੇ ਨੇ? ਤੇਰੀ ਅੱਖ ਵਿੱਚੋਂ ਕੀ ਨਿਕਲ ਰਿਹਾ ਹੈ? ਹੋ ਸਕਦਾ ਜਿਹਨੂੰ ਤੂੰ ਦੇਖ ਰਿਹਾ ਹੈ ਉਹਨੂੰ ਉਸ ਗੱਲ ਦਾ ਇਲਮ ਨਾ ਹੋਵੇ, ਪਰ ਜਿਹਨੂੰ ਤੂੰ ਦੇਖ ਰਿਹਾ ਉਹਦੇ ਵਿੱਚ ਬੈਠਾ ਰੱਬ ਤੈਨੂੰ ਦੇਖ ਰਿਹਾ ਕਿ ਤੂੰ ਉਸ ਸਰੀਰ ਨੂੰ ਕਿਹੜੀ ਅੱਖ ਨਾਲ ਦੇਖ ਰਿਹਾ, ਅਤੇ ਉਹ ਡਾਟਾ ਸਾਰਾ ਰਿਕਾਰਡ ਹੋ ਰਿਹਾ। ਇਹ ਨਹੀਂ ਕਿ ਅਸੀਂ ਪਰਦੇ ਵਿੱਚ ਕੀ ਕਰ ਰਹੇ ਹਾਂ, ਮਨ ਵਿੱਚ ਕੀ ਕਰ ਰਹੇ ਹਾਂ। ਇੱਕ ਉਹ ਸਟਰਿੰਗ ਥਿਊਰੀ ਆਈ ਹੈ ਸਾਇੰਸ ਨੇ, ਐਮ ਥਿਊਰੀ ਉਹਨੂੰ ਕਹਿੰਦੇ ਆ। ਜਿਹੜੇ ਵਿਦਵਾਨ ਸੱਜਣ ਨੇ ਪੜ੍ਹਦੇ ਹੋਣੇ ਆ ਇਹਨਾਂ ਖੋਜਾਂ ਨੂੰ, ਉਹ ਪਤਾ ਕੀ ਕਹਿੰਦੀ ਹੈ? ਅੱਗੇ ਕਹਿੰਦੇ ਸੀ ਇਲੈਕਟ੍ਰੋਨ ਹੁੰਦਾ ਹੈ, ਉਹ 'ਚ ਪ੍ਰੋਟੋਨ ਨਿਊਟਰਨ ਹੁੰਦੇ ਨੇ ਐਟਮ ਦੇ ਵਿੱਚ, ਹੈ ਨਾ, ਉਹਦੇ 'ਚ ਅੱਗੇ ਕੁਆਰਕਸ ਹੁੰਦੇ ਨੇ। ਹੁਣ ਵਿਗਿਆਨੀ ਉਹ ਤੋਂ ਵੀ ਅੱਗੇ ਪਹੁੰਚ ਗਏ। ਕੁਆਰਕਸ ਦੇ ਅੰਦਰ ਕਹਿੰਦੇ ਇੱਕ ਸਟਰਿੰਗ ਹੈ, ਉਹ ਵਾਈਬਰੇਟ ਕਰਦਾ ਹੈ, ਅਤੇ ਆ ਜਿੰਨੀਆਂ ਨੋਨ ਲਿਵਿੰਗ ਥਿੰਗਸ ਨੇ ਇਹਨਾਂ ਵਿੱਚ ਵੀ ਉਹ ਵਾਈਬਰੇਟ ਕਰਦਾ ਹੈ। ਇਹ ਸਟਰਿੰਗ ਥਿਊਰੀ ਇੱਥੋਂ ਤੱਕ ਪਹੁੰਚ ਰਹੀ ਹੈ ਕਿ ਆਹ ਨੋਨ ਲਿਵਿੰਗ ਥਿੰਗਸ ਵੀ ਇੱਕ ਤਰ੍ਹਾਂ ਲਿਵਿੰਗ ਹੀ ਨੇ, ਕਿਉਂਕਿ ਇਹਨਾਂ ਦੇ ਅੰਦਰ ਵੀ ਵਾਈਬਰੇਸ਼ਨ ਹੈ। ਅਤੇ ਇਹ ਵਾਈਬਰੇਸ਼ਨ ਕਾਹਦੀ ਹੈ? ਇਹ ਮੈਂ ਇਹਨੂੰ ਆਏਂ ਦੇਖਿਆ ਕਰਦਾ ਕਿ ਇਹ ਪਰਮਾਤਮਾ ਨੇ ਆਪਣੀ ਚਿੱਪ ਲਾ ਕੇ ਛੱਡਿਆ ਹੋਇਆ ਸਾਰਾ ਕੁਛ। ਜਿਹੜੀ ਇਹ ਵਾਈਬਰੇਸ਼ਨ ਹੈ ਨਾ, ਮੈਂ ਇਸ ਦੀਵਾਰ ਨੂੰ ਕਿਵੇਂ ਦੇਖ ਰਿਹਾ, ਦੀਵਾਰ ਮੈਨੂੰ ਦੇਖ ਰਹੀ ਹੈ ਕਿ ਮੈਂ ਇਹਨੂੰ ਕਿਵੇਂ ਦੇਖ ਰਿਹਾ, ਉਹ ਡਾਟਾ ਰਿਕਾਰਡ ਕਰ ਰਹੀ ਹੈ। ਅਤੇ ਇਹ ਡਾਟੇ ਨੇ ਇਨਕ੍ਰਿਪਟਡ ਡਾਟਾ ਇੱਦਾਂ ਹੀ ਉੱਥੇ ਚਲੇ ਜਾਣਾ। ਜਿਹੜਾ ਕਹਿੰਦੇ ਨਾ ਬੈਠਾ ਕੱਢ ਵਹੀ, ਹੈ ਨਾ, ਲੇਖਾ ਰੱਬ ਮੰਗੇਸੀਆ, ਉਹ ਕਿਹੜੀ ਵਹੀ ਹੈ? ਉਹਨੇ ਕੋਈ ਧਰਮ ਰਾਜ ਨਹੀਂ ਬਿਠਾਇਆ, ਉਹਨੇ ਡਿਊਟੀਆਂ ਨਹੀਂ ਲਾਈਆਂ, ਆਪਣੇ ਕਲਰਕ ਕਲੁਰਕ ਨਹੀਂ ਰੱਖੇ ਹੋਏ। ਉਹਦਾ ਸਿਸਟਮ ਐਡਾ ਆਟੋਮੇਟਡ ਹੈ ਨਾ, ਮੇਰੇ 'ਚ ਬੈਠਾ ਤੁਹਾਨੂੰ ਰਿਕਾਰਡ ਕਰ ਰਿਹਾ, ਤੁਹਾਡੇ 'ਚ ਬੈਠਾ ਮੈਨੂੰ ਰਿਕਾਰਡ ਕਰ ਰਿਹਾ, ਅਤੇ ਸਿਸਟਮ ਸਾਰਾ ਕੰਟਰੋਲਡ ਹੈ। ਜਦੋਂ ਉੱਥੇ ਜਾਣਾ ਤਾਂ ਉਹਨੇ ਤੁਹਾਡੀ ਫਾਈਲ ਖੋਲ੍ਹ ਦੇਣੀ ਵੀ ਕਾਕਾ ਦੇਖਦਾ ਤੇਰੀ ਹੋਈ ਹੈ। ਫਿਰ ਘੜੀ ਘੜੀ ਕਾ ਲੇਖਾ ਮੰਗੇ, ਉਹ ਤੁਹਾਡੇ ਇਕੱਲੇ ਇਕੱਲੇ ਵਕਤ ਤੁਹਾਨੂੰ ਦੇਣਾ ਪੈਣਾ। ਤੁਹਾਨੂੰ ਯੂ ਆਰ ਅਕਾਊਂਟੇਬਲ ਟੂ ਈਚ ਐਂਡ ਐਵਰੀ ਐਕਸ਼ਨ। ਐਕਸ਼ਨ ਛੱਡੋ, ਜੋ ਮੈਂ ਸੋਚ ਰਿਹਾ ਨਾ ਆਪਣੇ ਮਨ ਦੇ ਵਿੱਚ, ਉਹਦਾ ਵੀ ਮੈਨੂੰ ਜਵਾਬ ਦੇਣਾ ਪੈਣਾ। ਤੂੰ ਉਸ ਵੇਲੇ ਆ ਭਲਾ ਸੋਚਿਆ ਕਿ ਮਾੜਾ ਸੋਚਿਆ? ਤੁਸੀਂ ਦੇਖੋ ਕਈ ਵਾਰੀ ਨਾ ਬਹੁਤੇ ਲੋਕ, ਮੈਂ ਮਹਿਸੂਸ ਕਰਦਾ ਵੀ ਉਹ ਪਾਪੀ ਇਸ ਕਰਕੇ ਨਹੀਂ ਹੁੰਦੇ ਕਿ ਉਹਨੂੰ ਪਾਪ ਕਰਨ ਦਾ ਸਮਾਂ ਹੀ ਨਹੀਂ ਮਿਲਦਾ, ਉਹਨਾਂ ਨੂੰ ਮਾਹੌਲ ਹੀ ਨਹੀਂ ਮਿਲਦਾ, ਉਹਨਾਂ ਨੂੰ ਕੋਈ ਮੌਕਾ ਹੀ ਨਹੀਂ ਬਣਦਾ ਕਿ ਗਲਤ ਕੰਮ ਕਰ ਸਕਣ। ਪਰ ਸੋਚ ਮੰਡਲ 'ਚ ਬੜਾ ਕੁਛ ਗਲਤ ਕਰਦੇ ਪਏ ਹੁੰਦੇ ਨੇ ਉਹ। ਪਰ ਗੁਰਬਾਣੀ ਕਹਿੰਦੀ ਹੈ, ਰੇ ਨਰ ਅਚੇਤ ਪਾਪ ਤੇ ਡਰ ਰੇ। ਕਿਤੇ ਭੁਲੇਖੇ ਦੇ ਵਿੱਚ ਹੀ ਤੇਰੇ ਕੋਲੋਂ ਕਿਸੇ ਨਾਲ ਮੰਦ ਵਾਸ਼ਨਾ ਨਾਲ ਦੇਖਿਆ ਗਿਆ, ਮੰਦ ਵਾਸ਼ਨਾ ਨਾਲ ਸੋਚਿਆ ਗਿਆ, ਯੂ ਆਰ ਅਕਾਊਂਟੇਬਲ। ਤੈਨੂੰ ਜਵਾਬ ਦੇਣਾ ਪੈਣਾ ਹੈ, ਤੂੰ ਕਿਉਂ ਦੇਖਿਆ ਸੀ। ਹਾਂ, ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ, ਤੁਸੀਂ ਸੋਚ ਰਹੇ ਹੋ ਨਾ ਕਿਸੇ ਦਾ ਭਲਾ ਕਰਨ ਦੇ ਲਈ, ਉੱਥੇ ਵੀ ਤੁਹਾਨੂੰ ਮਾਰਕਸ ਉਹਦੇ ਵੀ ਪੋਜ਼ਿਟਿਵ ਮਿਲ ਜਾਣੇ ਹੈ। ਤੁਸੀਂ ਨਹੀਂ ਕਰ ਸਕਦੇ ਪਰ ਸੋਚ ਰਹੇ ਹੋ ਚੰਗਾ, ਉੱਥੇ ਵੀ ਤੁਹਾਨੂੰ ਉਹਦਾ ਫਲ ਮਿਲਣਾ ਹੈ। ਤੁਸੀਂ ਮਾੜਾ ਕੁਝ ਕਰ ਨਹੀਂ ਰਹੇ ਪਰ ਮਾੜਾ ਸੋਚ ਰਹੇ ਹੋ, ਉੱਥੇ ਵੀ ਤੁਸੀਂ ਜਵਾਬ ਦਿਓ, ਉੱਥੇ ਵੀ ਦੱਸਣਾ ਪੈਣਾ। ਤੁਹਾਡੀ ਅਕਾਊਂਟੇਬਿਲਿਟੀ ਬਣਨੀ ਹੈ ਕਿ ਇੱਦਾਂ ਕਿਉਂ ਸੋਚਿਆ। ਇਹ ਚੀਜ਼ ਤੋਂ ਸਾਨੂੰ ਕੱਢ ਸਕਦਾ ਸਿਰਫ ਇਹ ਜਗਿਆਸਾ ਕਿ ਮੈਂ ਕੀ ਖਾਣਾ ਹੈ, ਕੀ ਪੈਣਾ ਹੈ, ਕਿਵੇਂ ਖੇਡਣਾ ਹੈ, ਕਿਵੇਂ ਦੇਖਣਾ ਹੈ, ਕਿਵੇਂ ਬੋਲਣਾ ਹੈ। ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪੁੱਛੀਏ। ਗੁਰਬਾਣੀ ਸਾਨੂੰ ਜੀਵਨ ਜਾਚ ਦੇਣ ਵਾਸਤੇ ਹੈ, ਸਾਨੂੰ ਸੋਹਣੇ ਬਣਾਉਣ ਵਾਸਤੇ ਹੈ। ਇਹ ਗੁਰਬਾਣੀ, ਮੈਂ ਬਾਰ-ਬਾਰ ਇਹ ਗੱਲ ਹਰ ਥਾਂ 'ਤੇ ਜ਼ਰੂਰ ਜ਼ਿਕਰ ਕਰਿਆ ਕਰਦਾ, ਕਿਉਂਕਿ ਮੈਂ ਆਪਣੇ ਪਰਿਵਾਰਾਂ ਵਿੱਚ ਦੇਖਦਾ, ਆਪਣੇ ਆਲੇ ਦੁਆਲੇ ਵਿੱਚ ਦੇਖਦਾ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸ਼ਾਪਿੰਗ ਮਾਲ ਬਣਾ ਲਿਆ। ਇੱਥੇ ਆ ਕੇ ਆਪਣੀਆਂ ਦੁਨਿਆਵੀ ਲੋੜਾਂ ਦੇ ਲਈ ਹੀ ਆਉਂਦੇ ਹਾਂ,
ਤੇ ਸਾਨੂੰ ਲੱਗਦਾ ਹੈ ਵੀ ਇਹ ਬਸ ਗੁਰਦੁਆਰਾ ਇਹਦੇ ਵਾਸਤੇ ਹੀ ਹੈ, ਬਟ ਇਹ ਇੱਦਾਂ ਨਹੀਂ ਹੈ। ਨਿਰਸੰਦੇਹ ਗੁਰਬਾਣੀ ਸਾਰੀਆਂ ਦਾਤਾਂ ਦੇਣ ਦੀ ਸਮਰੱਥਾ ਰੱਖਦੀ ਹੈ, ਪਰ ਗੁਰਬਾਣੀ ਨੂੰ ਇਸ ਜਗਤ ਦੇ ਉੱਤੇ ਨਾਮ ਦੀ ਦਾਤ ਪ੍ਰਾਪਤ ਕਰਨ ਲਈ ਉਤਾਰਿਆ ਗਿਆ। ਇਹਦਾ ਮਨੋਰਥ ਸਿਰਫ ਤੇ ਸਿਰਫ ਨਾਮ ਹੈ। ਆਪਾਂ ਅਰਦਾਸ 'ਚ ਪੜ੍ਹਦੇ ਨਾ, 7 ਦਾਨ ਰੋਜ਼ ਮੰਗਦੇ ਹਾਂ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਫਿਰ ਕੀ ਕਹਿੰਦੇ ਆ, ਦਾਨਾ ਸਿਰਦਾਨ ਨਾਮਦਾਨ। ਮਤਲਬ ਇਹ ਬਹੁਤ ਵੱਡੀ ਵਸਤ ਹੈ ਔਰ ਅਮੋਲਕ ਵਸਤ ਹੈ, ਜਿਹਦੇ ਉੱਤੇ ਸਿੱਖ ਨੂੰ ਗੁਰਬਾਣੀ ਬਾਰ-ਬਾਰ ਅਰਦਾਸ ਹੋਵੇ, ਨਿਤਨੇਮ ਹੋਵੇ, ਸਹਿਜ ਪਾਠ ਕਰੋ, ਕਥਾ ਸੁਣੋ, ਗੱਲ ਨੇ ਘੁੰਮ ਕੇ ਇੱਥੇ ਹੀ ਆਉਣਾ। ਅਤੇ ਅਰਦਾਸ ਦੀ ਸਮਾਪਤੀ ਫਿਰ ਆਪਾਂ ਕਹਾਂਗੇ ਨਾਨਕ ਨਾਮ, ਫਿਰ ਨਾਮ ਆ ਗਿਆ। ਚੜ੍ਹਦੀ ਕਲਾ ਕਿਹਨੇ ਕਰਨੀ ਹੈ, ਨਾਮ ਨੇ ਕਰਨੀ ਹੈ। ਅਤੇ ਚੜ੍ਹਦੀ ਕਲਾ ਹੁੰਦੀ ਹੈ ਫਿਰ ਤੁਸੀਂ ਸਰਬੱਤ ਦਾ ਭਲਾ ਕਰ ਸਕਦੇ ਹੋ। ਸੋ ਸਰਬੱਤ ਦਾ ਭਲਾ ਉਦੋਂ ਹੀ ਹੁੰਦਾ ਜਦੋਂ ਹਿਰਦੇ 'ਚ ਨਾਮ ਵਸਦਾ ਹੈ, ਗੁਰਬਾਣੀ ਵਸਦੀ ਹੈ। ਅਤੇ ਗੁਰਬਾਣੀ ਇਸ ਲਈ ਹੈ ਕਿ ਅਸੀਂ ਜ਼ਿੰਦਗੀ ਨੂੰ ਜਿਉਣਾ ਕਿਵੇਂ। ਹੁਣ ਰੋਲ ਮਾਡਲ ਧਾਰਮਿਕ ਅਧਿਆਪਕ ਕੌਣ ਹੈ? ਕਿਉਂਕਿ ਮੈਂ ਸਮਝ ਰਿਹਾ ਕਿ ਸੰਗਤ ਵਿੱਚ ਕੁਝ ਅਧਿਆਪਕ ਬੈਠੇ ਨੇ, ਮੈਂ ਗੱਲ ਕਹਿ ਚੁੱਕਿਆ ਜੇ ਮਾਪੇ ਨੇ ਉਹ ਵੀ ਅਧਿਆਪਨ ਦਾ ਕੰਮ ਕਰਦੇ ਨੇ। ਸੋ ਸਾਡੇ ਲਈ ਰੋਲ ਮਾਡਲ ਅਧਿਆਪਕ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ। ਜਦੋਂ ਆਪਾਂ ਅਧਿਆਪਨ ਦਾ ਕੰਮ ਕਰਦੇ ਹਾਂ, ਕਿਤੇ ਵਜੋਂ ਮੈਂ ਵੀ ਅਧਿਆਪਕ ਹਾਂ, ਅਤੇ ਮੈਂ ਜਦੋਂ ਆਪਣੇ ਆਪ ਨੂੰ ਤੱਕੜੀ 'ਚ ਰੱਖ ਕੇ ਤੋਲਦਾ ਇਹਨਾਂ ਕੱਦਾਂ ਅੱਗੇ, ਮੈਨੂੰ ਲੱਗਦਾ ਵੀ ਮੈਂ ਅਧਿਆਪਕ ਕਹਾਉਣ ਦਾ ਹੱਕ ਹੀ ਨਹੀਂ ਰੱਖਦਾ। ਜਿਸ ਪੱਧਰ ਦੀ ਡੈਡੀਕੇਸ਼ਨ ਬਾਬਾ ਬੁੱਢਾ ਜੀ ਵਿੱਚ ਹੈ, ਸਾਰਾ ਜੀਵਨ ਹੀ ਅਰਪਣ ਕਰ ਦਿੱਤਾ। ਭਾਈ ਗੁਰਦਾਸ ਜੀਆਂ ਵਿੱਚ ਹੈ। ਇਹ ਸਾਡੇ ਪਹਿਲੇ 2 ਅਧਿਆਪਕ ਨੇ ਸਾਡੇ ਪੰਥ ਦੇ ਵਿੱਚ, ਜਿਹੜੀ ਮਰਿਆਦਾ ਜਾਂ ਨਾਨਕ ਨਿਰਮਲ ਪੰਥ ਚਲਾਇਆ ਉਸ ਦੇ ਵਿੱਚ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ, ਉਹ 2 ਅਹਿਮ ਭੂਮਿਕਾ ਨਿਭਾਉਣ ਵਾਲੇ, ਅਧਿਆਪਨ ਦਾ ਜ਼ਿੰਮੇਵਾਰੀ ਨਿਭਾਉਣ ਵਾਲੀਆਂ ਸ਼ਖਸੀਅਤਾਂ ਨੇ। ਗੁਰੂ ਸਾਹਿਬਾਨ ਦੇ ਜਾਣ ਤੋਂ ਬਾਅਦ ਇਹ 2 ਸੂਰਮੇ ਭਾਈ ਦਰਬਾਰਾ ਸਿੰਘ, ਮੈਂ ਭਾਈ ਦਰਬਾਰਾ ਸਿੰਘ ਹੋਰਾਂ ਦੇ ਕੰਮਕਾਰ ਅਤੇ ਤਰੀਕੇ ਤੋਂ ਬਹੁਤ ਕਾਇਲ ਹਾਂ। ਮੈਨੂੰ ਜਿੱਥੇ ਪੁਰਾਣੇ ਬਜ਼ੁਰਗ ਮਿਲਦੇ ਨੇ ਮੈਂ ਉਹਨਾਂ ਨੂੰ ਪੁੱਛਦਾ, ਕਿਉਂਕਿ ਅਸੀਂ ਆਪਣਾ ਇਤਿਹਾਸ ਸੰਭਾਲਿਆ ਨਹੀਂ ਹੈ। ਇਤਿਹਾਸਕਾਰਾਂ ਨੂੰ ਮਿਲਾਂ ਤਾਂ ਉਹਨਾਂ ਨਾਲ ਗੱਲ ਕਰਦਾ ਕਿ ਭਾਈ ਦਰਬਾਰਾ ਸਿੰਘ ਬਾਰੇ ਕੁਝ ਪੜ੍ਹਿਆ ਹੈ, ਕੁਝ ਸੁਣਿਆ ਹੈ, ਕਿਉਂਕਿ ਇਹ ਚੇਤੇ ਰੱਖਣਾ ਪਊਗਾ 1716 ਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ, ਉਸ ਵਕਤ ਪੱਤਾ ਸਿੰਘਾਂ ਦਾ ਵੈਰੀ ਹੈ, ਸਿਰਾਂ ਦੇ ਮੁੱਲ ਪੈਂਦੇ ਨੇ। ਜ਼ਕਰੀਆ ਖਾਂ ਇਹ ਐਲਾਨ ਕਰਦਾ ਹੈ ਕਿ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਹੈ। ਬੋਤਾ ਸਿੰਘ, ਗਰਜਾ ਸਿੰਘ ਬਾਹਰ ਆ ਕੇ ਕਰ ਵਸੂਲਣਾ ਸ਼ੁਰੂ ਕਰ ਦਿੰਦੇ ਨੇ। ਜਾਂ ਆਖੀ ਭਾਬੀ ਖਾਨੋ ਨੂੰ ਇਉਂ ਆਖੇ ਸਿੰਘ ਬੋਤਾ, ਆਨਾ ਲਾਇਆ ਖੋਤੇ ਨੂੰ ਟਕਾ ਲਾਇਆ ਬੋਤਾ, ਵੀ ਇੱਥੋਂ ਲੰਘ ਕੇ ਦਿਖਾ ਤੇ ਤੈਨੂੰ ਕਰ ਦੇਣਾ ਪਊਗਾ। ਸਿੰਘਾਂ ਦਾ ਰਾਜ ਚੱਲਦਾ ਹੈ। ਫੌਜਾਂ ਆਈਆਂ, ਉਹਨਾਂ ਸੂਰਮਿਆਂ ਨੂੰ ਸ਼ਹੀਦ ਕਰ ਦਿੱਤਾ। ਇਹ ਉਹ ਵਕਤ ਸੀ ਜਦੋਂ ਭਾਈ ਤਾਰੂ ਸਿੰਘ ਹੋਰੀ ਸ਼ਹੀਦ ਹੋਏ, ਤਾਰਾ ਸਿੰਘ ਵਾਂ ਦੀ ਸ਼ਹਾਦਤ ਹੋਈ। ਅਤੇ ਉਹ ਸਾਰਾ ਜਿਹੜਾ ਸੀ ਨਾ, ਉਸ ਵੇਲੇ ਕੌਮ ਨੂੰ ਕੌਣ ਸੰਭਾਲ ਰਿਹਾ ਸੀ? ਉਹ ਸ਼ਖਸ ਸਨ ਭਾਈ ਦਰਬਾਰਾ ਸਿੰਘ। ਇਹਨਾਂ ਨੂੰ ਇਹ ਜ਼ਿੰਮੇਵਾਰੀ ਬਾਬਾ ਵਿਨੋਦ ਸਿੰਘ ਹੋਰੀ ਦੇ ਕੇ ਗਏ ਸਨ। ਬਾਬਾ ਵਿਨੋਦ ਸਿੰਘ ਹੋਰਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨੰਦੇੜ ਦੀ ਧਰਤੀ ਤੋਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ, ਉਸ ਵਕਤ ਜਿਹੜੇ 5 ਸਿੰਘ ਭੇਜੇ ਸਨ, ਉਹਨਾਂ 5 ਵਿੱਚੋਂ ਬਾਬਾ ਵਿਨੋਦ ਸਿੰਘ ਇੱਕ ਸਨ। ਬਾਬਾ ਵਿਨੋਦ ਸਿੰਘ ਕੋਲ ਇਤਿਹਾਸਕਾਰ ਦੱਸਦੇ ਨੇ ਉਹ ਇੱਕ ਨਕਸ਼ਾ ਸੀ, ਇੱਕ ਵਿਉਂਤਬੰਦੀ ਸੀ, ਜਿਹੜੀ ਵਿਉਂਤਬੰਦੀ ਕਲਗੀਧਰ ਪਾਤਸ਼ਾਹ ਨੇ ਆਪਣੇ ਹੱਥਾਂ ਦੇ ਨਾਲ ਬਣਾ ਕੇ ਪੰਜਾਬ ਦੀ ਧਰਤੀ 'ਤੇ ਭੇਜੀ ਸੀ। ਉਸ ਵਿਉਂਤਬੰਦੀ ਦੇ 2 ਹਿੱਸੇ ਸਨ। ਮੇਰੇ ਗੁਰੂ ਪਿਤਾ ਜੀ ਜਾਣਦੇ ਸਨ ਕਿ ਜਿਹੜੇ ਕੰਮ ਲਈ ਮੈਂ ਬੰਦਾ ਸਿੰਘ ਬਹਾਦਰ ਨੂੰ ਭੇਜ ਰਿਹਾ, ਨਿਰਸੰਦੇਹ ਇੱਕ ਵਾਰੀ ਜੜ੍ਹਾਂ ਅਸੀਂ ਪੁੱਟ ਦੇਵਾਂਗੇ, ਪਰ ਉਸ ਤੋਂ ਬਾਅਦ ਬੰਦਾ ਸਿੰਘ ਦੀ ਸ਼ਹਾਦਤ ਵੀ ਹੋ ਜਾਣੀ ਹੈ। ਸਤਿਗੁਰੂ ਇਹ ਜਾਣਦੇ ਸੀ, ਅੰਤਰਜਾਮੀ ਪਿਤਾ ਨੂੰ ਉਹਨਾਂ ਸਾਰੀਆਂ ਭਾਣੇ ਦੀ ਸੋਝੀ ਸੀ। ਅਤੇ 2 ਵਿਉਂਤਬੰਦੀਆਂ ਬਣੀਆਂ। ਇੱਕ ਵਿਉਂਤਬੰਦੀ ਦੇ ਅਧੀਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਦੇਸ਼ ਹੋਏ ਕਿ ਪੰਜਾਬ ਦੀ ਧਰਤੀ 'ਤੇ ਜਾਓ, ਸਿੰਘਾਂ ਸੂਰਮਿਆਂ ਨੂੰ ਇਕੱਠੇ ਕਰੋ ਔਰ ਇਸ ਜ਼ਾਲਮ ਰਾਜ ਦੀਆਂ ਜੜ੍ਹਾਂ ਇੱਕ ਵਾਰੀ ਪੁੱਟ ਕੇ ਸੁੱਟ ਦਿਓ। ਖਾਲਸਾ ਰਾਜ ਦਾ ਨਿਸ਼ਾਨ ਸਰਹੰਦ ਦੇ ਕਿਲੇ 'ਤੇ ਚਾੜ੍ਹਿਆ ਗਿਆ। ਚੱਪੜਚਿੜੀ ਦੇ ਮੈਦਾਨ ਤੋਂ ਬਾਅਦ 1710 ਦੇ ਵਿੱਚ, 1716 ਦੇ ਵਿੱਚ ਬਾਬਾ ਜੀ ਦੀ ਸ਼ਹਾਦਤ ਹੋ ਗਈ। ਦੂਸਰੀ ਵਿਉਂਤਬੰਦੀ ਬਾਬਾ ਵਿਨੋਦ ਸਿੰਘ ਹੋਰਾਂ ਦੇ ਹੱਥ ਵਿੱਚ ਸੀ, ਜਿਹੜੀ ਭਾਈ ਦਰਬਾਰਾ ਸਿੰਘ ਤੱਕ ਪਹੁੰਚੀ। ਉਹ ਵਿਉਂਤਬੰਦੀ ਕੀ ਸੀ? ਉਹ ਵਿਉਂਤਬੰਦੀ ਇਹ ਸੀ ਕਿ ਕੌਮ ਦੇ ਬੱਚਿਆਂ ਨੂੰ ਪੜ੍ਹਾਉਣਾ ਹੈ, ਉਹਨਾਂ ਨੂੰ ਲਾਮਬੰਦ ਕਰਨਾ ਹੈ, ਕੌਮ ਦੇ ਮਨੁੱਖੀ ਵਸੀਲਿਆਂ ਦਾ ਵਿਕਾਸ ਕਰਨਾ ਹੈ,
ਭਾਈ ਵੀਰ ਸਿੰਘ ਦੀਆਂ ਲਿਖਤਾਂ ਨੂੰ ਜਦੋਂ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਕਿ ਇਸ ਪੜ੍ਹਾਈ ਨੇ ਇਹੋ ਜਿਹੇ ਕਿਰਦਾਰ ਖੜੇ ਕੀਤੇ ਕਿ ਕਾਜ਼ੀ ਨੂਰ ਮੁਹੰਮਦ ਵਰਗੇ ਲਿਖਦੇ ਨੇ ਕਿ ਅਸੀਂ ਹੈਰਾਨ ਹਾਂ। ਦੁਨੀਆ ਘੁੰਮੀ ਹੈ, ਕਤਲੇਗਾਰਤ ਕੀਤੀ ਹੈ, ਲੋਕਾਂ ਨੂੰ ਲੁੱਟਿਆ, ਲੁੱਟ ਖਸੁੱਟ ਕੀਤੀ ਹੈ, ਪਰ ਇਹ ਕਦੇ ਨਹੀਂ ਦੇਖਿਆ, ਇਹ ਕਿਤੇ ਨਹੀਂ ਦੇਖਿਆ ਕਿ ਸਾਡੀਆਂ ਹੀ ਬਹੂ ਬੇਟੀਆਂ ਆ ਕੇ ਉਹਨਾਂ ਰਾਹਾਂ ਦੀ ਮਿੱਟੀ ਨੂੰ ਚੱਕ ਕੇ ਆਪਣੇ ਮਸਤਕ ਨੂੰ ਲਾਉਂਦੀਆਂ ਹੋਣ ਜਿੱਥੋਂ ਦੀ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਗੁਜ਼ਰ ਜਾਂਦੀਆਂ ਸੀ। ਇਹ ਕਿਰਦਾਰ ਸੀ ਜਿਹੜਾ ਭਾਈ ਦਰਬਾਰਾ ਸਿੰਘ ਨੇ ਕੌਮ ਵਿੱਚ ਖੜਾ ਕਰ ਦਿੱਤਾ ਸੀ ਕਿ ਨੂਰ ਮੁਹੰਮਦ ਕਹਿੰਦਾ ਹੈ ਵੀ ਸਾਡੀਆਂ ਬਹੂ ਬੇਟੀਆਂ ਇਹ ਸਿੱਖਾਂ ਨੂੰ, ਜਿਨ੍ਹਾਂ ਨੂੰ ਉਹ ਬੜੇ ਭੈੜੇ ਅਤੇ ਗੰਦੇ ਸ਼ਬਦ ਉਚਾਰਦਾ ਹੈ, ਜੋ ਉਹਦੀ ਸ਼ਬਦਾਵਲੀ ਵਿੱਚ ਆਇਆ, ਸੱਗ ਤੱਕ ਲਿਖਦਾ, ਕੁੱਤੇ ਕਹਿੰਦੇ ਨੇ ਸੱਗ, ਪਰ ਨਾਲ ਲਿਖਦਾ ਵੀ ਸਾਨੂੰ ਸਮਝ ਨਹੀਂ ਆਉਂਦੀ ਇਹ ਕਿਹੜੀ ਮਿੱਟੀ ਦੇ ਬਣੇ ਨੇ, ਘੋੜਿਆਂ ਦੀਆਂ ਕਾਠੀਆਂ 'ਤੇ ਸੌਂਦੇ ਨੇ, ਇਹਨਾਂ ਕੋਲੇ ਖਾਣ ਨੂੰ ਕੁਝ ਨਹੀਂ ਹੁੰਦਾ, ਪਰ ਇਹਨਾਂ ਦੇ ਸਰੀਰ ਕਿਵੇਂ ਜੰਗੇ ਮੈਦਾਨ 'ਚ ਜੂਝਦੇ ਨੇ, ਔਰ ਇਹਨਾਂ ਦੇ ਅੰਦਰ ਔਰਾ ਇਹੋ ਜਿਹਾ ਹੈ ਕਿ ਸਾਡੀਆਂ ਬਹੂ ਬੇਟੀਆਂ ਉਹਨਾਂ ਰਾਹਾਂ ਦੀ ਮਿੱਟੀ ਨੂੰ ਚੱਕ ਕੇ ਚੁੰਮਦੀਆਂ ਨੇ, ਪੂਜਦੀਆਂ ਨੇ ਜਿੱਥੋਂ ਦੀ ਖਾਲਸਾ ਫੌਜਾਂ ਲੰਘ ਜਾਂਦੀਆਂ ਨੇ। ਇਹ ਕੀ ਸੀਗਾ? ਮੋੜੀ ਬਾਬਾ ਕੱਛ ਵਾਲਿਆ, ਰੰਨ ਗਈ ਬਸਰੇ ਨੂੰ ਗਈ, ਇਹ ਕੀ ਸੀਗਾ? ਕਿਰਦਾਰ ਸੀਗਾ। ਇਹ ਕਿਰਦਾਰ ਬਾਬਾ ਦਰਬਾਰਾ ਸਿੰਘ ਹੋਰਾਂ ਨੇ ਘੜਿਆ, ਕੌਮ ਨੂੰ ਜਥੇਬੰਦ ਕੀਤਾ, ਬੱਚਿਆਂ ਨੂੰ ਪੜ੍ਹਾਇਆ, ਗੁਰਮਤਿ ਦੀ ਵਿੱਦਿਆ, ਸ਼ਸਤਰ ਦੀ ਵਿੱਦਿਆ, ਰਹਿਤ ਮਰਿਆਦਾ ਦ੍ਰਿੜ ਕਰਵਾਈ, ਔਰ ਇਹਨਾਂ ਦੀ ਮਿਹਨਤ ਦੇ ਵਿੱਚੋਂ ਪੈਦਾਇਸ਼ ਹੁੰਦੀ ਹੈ ਨਵਾਬ ਕਪੂਰ ਸਿੰਘ ਦੀ, ਜਿਹਨੂੰ ਅਸੀਂ ਜਾਣਦੇ ਹਾਂ। ਨਵਾਬ ਕਪੂਰ ਸਿੰਘ ਨੂੰ ਪੈਦਾ ਕਰਨ ਵਾਲੇ ਭਾਈ ਦਰਬਾਰਾ ਸਿੰਘ ਸਨ, ਜਿਨ੍ਹਾਂ ਨੂੰ ਬਚਪਨ ਦੇ ਵਿੱਚ ਉਹਨਾਂ ਨੇ ਪਹਿਲਾਂ ਇੱਕ ਸਟੋਰ ਦੀ ਜ਼ਿੰਮੇਵਾਰੀ ਦਿੱਤੀ ਕਿ ਤੂੰ ਸਿੰਘਾਂ ਦਾ ਆਹ ਜਾਂ ਛੋਟਾ ਜਿਹਾ ਸਟੋਰ ਹੈ, ਇਹਨੂੰ ਸਾਂਭਿਆ ਕਰ। ਅਤੇ ਉਸ ਤੋਂ ਬਾਅਦ ਉਹਦੀ ਘਾਟ ਘਟਦਿਆਂ ਉਹਨਾਂ ਤੋਂ ਬਾਅਦ ਬਾਬਾ ਨੈਣਾ ਸਿੰਘ, ਅਕਾਲੀ ਬਾਬਾ ਨੈਣਾ ਸਿੰਘ, ਮੈਂ ਅਧਿਆਪਕਾਂ ਦੀ ਗੱਲ ਕਰ ਰਿਹਾ। ਅਧਿਆਪਕ ਕਿਹੋ ਜਿਹੇ ਹੁੰਦੇ ਨੇ? ਭਾਈ ਮਨੀ ਸਿੰਘ ਨੇ ਅਧਿਆਪਨ ਦਾ ਕੰਮ ਕੀਤਾ, ਬਾਬਾ ਦੀਪ ਸਿੰਘ ਹੋਰਾਂ ਨੇ ਅਧਿਆਪਨ ਦਾ ਕੰਮ ਕੀਤਾ, ਅਕਾਲੀ ਬਾਬਾ ਨੈਣਾ ਸਿੰਘ ਨੇ ਕੰਮ ਕੀਤਾ। ਇਹ ਬੜੀ ਲੰਮੀ ਕਤਾਰ ਸੀ। ਇਹ ਤਾਂ ਕੁਝ ਨਾਮ ਨੇ ਉਹਨਾਂ ਅਧਿਆਪਕਾਂ ਦੇ ਜਿਨ੍ਹਾਂ ਨੇ ਕੌਮ ਦਾ ਅਸਲੀ ਅਧਿਆਪਨ ਕੀਤਾ। ਮੈਂ ਸਮਝਦਾ ਆਹੀ ਉਹ ਅਧਿਆਪਕ ਨੇ ਜਿਨ੍ਹਾਂ ਦਾ ਇਤਿਹਾਸ ਅਸੀਂ ਇਸ ਮੰਚ 'ਤੇ ਖੜ੍ਹ ਕੇ ਸੁਣਾ ਸਕਦੇ ਹਾਂ, ਸੁਣਾਇਆ ਜਾਂਦਾ ਹੈ। ਇਹਨਾਂ ਅਧਿਆਪਕਾਂ ਤੋਂ ਬਾਅਦ ਸਾਡੀ ਕੌਮ ਕੋਲੇ ਕੋਈ ਬਹੁਤਾ ਵੱਡਾ ਇਤਿਹਾਸ ਨਹੀਂ। ਠੀਕ ਹੈ, ਟਾਵੇਂ ਸੂਰਮੇ ਜ਼ਰੂਰ ਹੋਏ, ਪਰ 18ਵੀਂ ਸਦੀ ਵਿੱਚ ਤਾਂ ਬੱਚਾ ਸੂਰਮਾ ਸੀ। ਮਾਵਾਂ ਦੇ ਝੋਲੀਆਂ 'ਚ ਟੋਟੇ ਕਰਕੇ ਹਾਰ ਪਾ ਦਿੱਤੇ ਜਾਂਦੇ ਸਨ, ਪਰ ਮਾਵਾਂ ਸੀ ਨਹੀਂ ਸੀ ਉਚਾਰਦੀਆਂ। ਗੁਰੂ ਭਲੀ ਕਰੇ ਇਹੋ ਜਿਹੇ ਦਿਨ ਨਾ ਵੇਖਣੇ ਪੈਣ, ਨਾ ਆਉਣ, ਕਦੀ ਨਾ ਆਉਣ ਇਤਿਹਾਸ 'ਚ ਮੁੜ ਕੇ। ਪਰ ਕਦੀ ਸੋਚੋ ਤਾਂ ਸਹੀ, ਅਸੀਂ ਸ਼ਾਵਰ ਲੈਣ ਲੱਗਿਆ ਜੀ ਥੋੜ੍ਹਾ ਜਿਹਾ ਗਰਮ ਪਾਣੀ ਆ ਜੇ, ਸਹਾਰ ਨਹੀਂ ਹੁੰਦਾ। ਧੰਨ ਗੁਰੂ ਕਾ ਸਿੱਖ ਭਾਈ ਦਿਆਲਾ ਦੇਗੇ 'ਚ ਬਿਠਾ ਕੇ ਉਬਾਲ ਦਿੱਤਾ ਗਿਆ। ਕਮਾਲ ਹੈ। ਇਹ ਕੀ ਹੈ? ਸਤੀਦਾਸ ਨੂੰ ਰੂੰ 'ਚ ਬੰਨ੍ਹ ਕੇ ਸਾੜ ਦਿੱਤਾ ਗਿਆ, ਪਰ ਕਹਿੰਦਾ ਮੇਰਾ ਮੂੰਹ ਗੁਰੂ ਤੇਗ ਬਹਾਦਰ ਵੱਲ ਰੱਖਿਓ ਬਸ। ਇਹ ਕੀ ਹੈ? ਇਹ ਸਾਡੇ ਲਈ ਉਹ ਰੋਲ ਮਾਡਲ ਨੇ ਅਤੇ ਉਹ ਸਾਡੇ ਲਈ ਚਾਨਣ ਮੁਨਾਰ ਨੇ ਜਿੱਥੋਂ ਤੱਕ ਅਸੀਂ ਆਪਣੀ ਸ਼ਖਸੀਅਤ ਨੂੰ ਲਿਜਾਣ ਦਾ ਯਤਨ ਕਰਨਾ। ਬਣੀਏ ਨਾ ਬਣੀਏ ਤਾਂ ਮਾਲਕ ਦੀ ਕਿਰਪਾ। ਝੋਲੀ ਅੱਡ ਕੇ ਗਲ 'ਚ ਪੱਲਾ ਪਾ ਕੇ ਹਾੜਾ ਤਾਂ ਕੱਢੀਏ ਗੁਰੂ ਗ੍ਰੰਥ ਕੋਲੇ ਕਿ ਪਾਤਸ਼ਾਹ ਮੇਰਾ ਵੀ ਚਿੱਤ ਕਰਦਾ ਮੇਰਾ ਸੀਸ ਵੀ ਬਾਬਾ ਦੀਪ ਸਿੰਘ ਵਾਂਗੂ ਕੌਮ ਦੀ ਪ੍ਰਕਰਮਾ 'ਚ ਹੀ ਰਵੇ। ਕਦੀ ਅਰਦਾਸ ਤਾਂ ਕਰੀਏ, ਕਰਕੇ ਤਾਂ ਦੇਖੀਏ। ਜਦੋਂ ਜਾਂਦੇ ਹਾਂ ਨਾ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ, ਜਿੱਥੇ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਰੱਖਿਆ, ਉੱਥੇ ਨਮਸਕਾਰ ਕਰਦੇ ਆ ਨਾ, ਕਦੀ ਦੋ ਟੇਪੇ ਅਥਰਾਂ 'ਚੋਂ ਨਿਕਲੇ ਹੁਣ ਬਾਬਾ ਦੀਪ ਸਿੰਘ ਮੈਨੂੰ ਵੀ ਉਹ ਗੁੜਤੀ ਦੇ ਦੇ, ਮੈਂ ਵੀ ਅੰਮ੍ਰਿਤਪਾਨ ਕੀਤਾ ਹੈ, ਮੈਂ ਵੀ ਗੁਰਦੁਆਰੇ ਜਾਂਦਾ, ਮੈਂ ਵੀ ਜੋੜੇ ਝਾੜਦਾ, ਮੈਂ ਵੀ ਲੰਗਰ ਦੀ ਸੇਵਾ ਕਰਦਾ, ਮੈਂ ਤੇਰੇ ਵਰਗਾ ਨਹੀਂ ਬਣ ਸਕਦਾ। ਕਦੀ ਇਹ ਬਾਤ ਤਾਂ ਪਾਈ ਹੋਵੇ, ਕਦੀ ਇਹ ਫੁਰਨਾ ਤਾਂ ਆਇਆ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੈਂ ਵੀ ਭਾਈ ਮਨੀ ਸਿੰਘ ਵਾਂਗੂ ਕੌਮ ਦੀ ਤਾਬਿਆ 'ਚ ਰਹਿਣਾ, ਭਾਵੇਂ ਮੇਰਾ ਬੰਦ ਕਿਉਂ ਨਾ ਕੱਟਿਆ ਜਾਵੇ। ਮੈਂ ਅਧਿਆਪਨ ਦੀ ਸੇਵਾ ਕਰਦਾ, ਮੈਂ ਭਾਈ ਮਨੀ ਸਿੰਘ ਵਾਲਾ ਕੰਮ ਕਰਦਾ, ਪਰ ਮੈਂ ਭਾਈ ਮਨੀ ਸਿੰਘ ਦੇ ਕੱਦ ਵਰਗਾ ਨਹੀਂ ਆ। ਕਿਤੇ ਮੈਂ ਭਾਈ ਮਨੀ ਸਿੰਘ ਨੂੰ ਕਲੰਕਿਤ ਹੀ ਨਾ ਕਰ ਦੇਵਾਂ। ਮੇਰੇ ਸਿਰ 'ਤੇ ਹੱਥ ਰੱਖੀ, ਇੰਨਾ ਹੀ ਰੱਖੀ ਕਿ ਮੈਂ ਤੇਰੇ ਕਹਿਣੇ 'ਚ ਰਵਾਂ। ਇਹ ਜੋਦੜੀਆਂ ਹੀ ਨੇ ਜਿਹੜੀਆਂ ਸਾਨੂੰ ਅੰਦਰੋਂ ਸਾਡੇ ਗੰਦ ਨੂੰ ਧੋ ਸਕਦੀਆਂ ਨੇ। ਇਹ ਜੋਦੜੀਆਂ ਹੀ ਨੇ ਸਾਨੂੰ ਜਿਹੜਾ ਅਸਰੇ ਨਾਲ ਜੋੜ ਸਕਦੀਆਂ ਨੇ। ਮੇਰਾ ਯਕੀਨ ਹੈ, ਮੈਂ ਭਰੋਸੇ ਨਾਲ ਕਹਿਣਾ, ਮੇਰਾ ਗੁਰੂ ਸਮਰੱਥ ਹੈ। ਉਹਨੂੰ ਇੱਕ ਸਕਿੰਟ ਨਹੀਂ ਲੱਗਦਾ। ਜੇ ਉਹ ਦਇਆ ਕਰਨ 'ਤੇ ਆਈ ਜਾਵੇ ਨਾ, ਬਲਿਹਾਰੀ ਗੁਰੂ ਆਪਣੇ ਦਿਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਉਹਨੇ ਸੋਚਣਾ ਥੋੜ੍ਹਾ ਹੈ, ਉਹਨੇ ਕਿਸੇ ਨੂੰ ਪੁੱਛਣ ਥੋੜ੍ਹਾ ਜਾਣਾ ਦਾਤ ਦੇਣ ਲੱਗਿਆ। ਉਹਨੇ ਤਾਂ ਇੱਕ ਸਵੱਲੀ ਨਿਗਾਹੀ ਮਾਰਨੀ ਹੈ ਅਤੇ ਬਸ ਉਹ ਕੋਡੇ ਰਾਖਸ਼ ਨੂੰ ਨਿਰਮਲ ਕਰ ਦਿੰਦਾ, ਠੱਗ ਨੂੰ ਸੱਜਣ ਬਣਾ ਦਿੰਦਾ। ਪਰ ਇਹ ਜਗਿਆਸਾ
ਅਧਿਆਪਕਾਂ ਨੂੰ ਪੜ੍ਹਾਉਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਪਹਿਲਾਂ ਘੱਟੋ ਘੱਟ ਅਧਿਆਪਕ ਦੇ ਮਨ ਵਿੱਚ ਜਿਗਿਆਸਾ ਤਾਂ ਹੋਵੇ। ਕਲਾਸ ਵਿੱਚ ਜਾਣ ਤੋਂ ਪਹਿਲਾਂ ਝੋਲੀ ਅੱਡ ਕੇ ਦਾਤੇ ਕੋਲ ਤਾਂ ਆ ਜਾਵੇ ਕਿ ਮੈਂ ਪੜ੍ਹਾਉਣ ਲੱਗਿਆ, ਮੈਂ ਪੜ੍ਹਾਉਣ ਦੇ ਕਾਬਲ ਤਾਂ ਹੈ ਨਹੀਂ, ਜ਼ਿੰਮੇਵਾਰੀ ਨਿਭਾ ਰਿਹਾ, ਤੂੰ ਕਿਰਪਾ ਕਰ ਮੈਂ ਪੜ੍ਹਾ ਸਕਾਂ। ਬਸ ਜੇ ਕਿਤੇ ਇੰਨੀ ਕੁ ਦਰਦ ਅੰਦਰੋਂ ਆ ਜਾਵੇ ਤਾਂ ਅਧਿਆਪਨ ਦਾ ਕਿੱਤਾ ਆਰੰਭ ਕੀਤਾ ਜਾ ਸਕਦਾ ਹੈ। ਅਧਿਆਪਕਾਂ ਦੀ ਫਸਲ ਕੀ ਹੈ? ਇਹ ਮੈਂ ਤੁਹਾਨੂੰ ਅਧਿਆਪਕ ਤੁਹਾਡੇ ਇਹ ਕੌਮ ਦੇ ਅਧਿਆਪਕ ਨੇ, ਹੁਣ ਇਹਨਾਂ ਦੀ ਫਸਲ ਕੀ ਹੈ ਅਤੇ ਆਪਾਂ ਵੀ ਦੇਖਣਾ, ਅਸੀਂ ਵੀ ਪੜ੍ਹਾਉਂਦੇ ਹਾਂ, ਸਾਡੀ ਫਸਲ ਕਿਹੜੀ ਹੈ। ਇਹ ਫਸਲ ਹੈ ਅਧਿਆਪਕਾਂ ਦੀ। ਭਾਈ ਕਨ੍ਹਈਆ ਜੀ, ਇਹ ਫਸਲ ਹੈ ਅਧਿਆਪਕਾਂ ਦੀ ਕਿ ਜੰਗੇ ਮੈਦਾਨ ਦੇ ਵਿੱਚ ਨੇ, ਲੰਗਰ ਤਿਆਰ ਕਰ ਲਿਆ ਅਤੇ ਫਿਰ ਸੋਚਿਆ ਮੁਸਲਮਾਨ ਵੀਰ ਵਿਚਾਰੇ ਭੁੱਖੇ ਨੇ, ਇਹਨਾਂ ਕੋਲ ਪ੍ਰਸ਼ਾਦਾ ਅੱਜ ਰਹੀ ਰਸਤ ਨਹੀਂ, ਕਿਉਂ ਨਾ ਆਵਾਜ਼ ਮਾਰ ਲਈ ਉਹ ਵੀ ਛਕ ਲੈਣ। ਇਹ ਕੀ ਹੈ? ਇਹ ਹੈ ਰੱਬ ਨੂੰ ਸਾਖਸ਼ਾਤ ਦੇਖਣਾ। ਸਾਡੇ 'ਤੇ ਜ਼ਾਲਮ ਕਿਵੇਂ ਚੜ੍ਹ ਸਕਦਾ? ਅਸੀਂ ਜ਼ਾਲਮ ਵਿੱਚ ਵੀ ਰੱਬ ਦੇਖਦੇ ਹਾਂ, ਸਾਨੂੰ ਤਾਂ ਉਹ ਤੋਂ ਵੀ ਮਜ਼ਾ ਆਉਂਦਾ। ਇਹ ਵੀ ਰੱਬ ਦਾ ਸਰੂਪ ਹੈ। ਮਤਲਬ ਕਿ ਇਹ ਹੈ ਗੁਰਬਾਣੀ, ਇਹ ਕਲਾ ਵਰਤਾਉਂਦੀ ਹੈ। ਗੁਰਬਾਣੀ ਪੁੱਤਰ, ਨੌਕਰੀਆਂ, ਤਰੱਕੀਆਂ ਸਭ ਦਿੰਦੀ ਹੈ, ਪਰ ਇਹ ਲੈਣ ਵਾਸਤੇ ਗੁਰਬਾਣੀ ਨਹੀਂ ਹੈ। ਗੁਰਬਾਣੀ ਇਹ ਲੈਣ ਵਾਸਤੇ ਹੈ ਕਿ ਦੁਸ਼ਮਣ ਦੇ ਵਿੱਚ ਵੀ ਰੱਬੀ ਜੋਤ ਨਜ਼ਰ ਆਵੇ, ਵੀ ਇਹਦੇ ਵਿੱਚ ਵੀ ਰੱਬ ਵਸਦਾ। ਜਦੋਂ ਇੰਨੀ ਤਾਕਤ ਹੁੰਦੀ ਹੈ ਨਾ, ਫਿਰ ਦੁਸ਼ਮਣ ਵੀ ਮਜਬੂਰ ਹੁੰਦਾ, ਤੁਹਾਡੇ ਪੈਰਾਂ ਦੀ ਮਿੱਟੀ ਦੀ ਉਹ ਵੀ ਲੋਚਾ ਕਰਦਾ ਕਿ ਕਮਾਲ ਦੇ ਇਹ ਲੋਕ ਨੇ। ਇਹ ਅਧਿਆਪਕਾਂ ਦੀ ਫਸਲ ਹੈ। ਇਹ ਦਰਬਾਰਾ ਸਿੰਘ ਦੀ ਮਿਹਨਤ ਵਿੱਚੋਂ ਉਪਜੀ ਹੋਈ ਸ਼ਖਸੀਅਤ ਹੈ, ਜਿਹਨੇ ਕੌਮ ਦੀ ਨਵਾਬੀ ਕੀਤੀ, ਘੋੜਿਆਂ ਦੀ ਲਿੱਦ ਚੱਕੀ। ਜੱਸਾ ਸਿੰਘ ਆਹਲੂਵਾਲੀਆ ਸੁਲਤਾਨੁਲ ਕੌਮ, ਭਾਈ ਬਘੇਲ ਸਿੰਘ ਹੋਰਾਂ ਦੇ ਨਾਲ ਲਾਲ ਕਿਲ੍ਹੇ 'ਤੇ ਨਿਸ਼ਾਨ ਲਹਿਰਾਉਣ ਵਾਲਾ ਇਹ ਸੂਰਵੀਰ ਯੋਧਾ ਭਾਈ ਜੱਸਾ ਸਿੰਘ, ਬੜੀ ਵੱਡੀ ਟੀਮ ਸੀ ਇਹਨਾਂ ਦੇ ਨਾਲ। ਜੱਸਾ ਸਿੰਘ ਰਾਮਗੜੀਆ, ਚੜ੍ਹ ਸਿੰਘ ਸ਼ੁਕਰ ਚੱਕੀਆ, ਸ਼ਾਮ ਸਿੰਘ ਅਟਾਰੀ ਵਾਲਾ। ਇਹਨਾਂ ਤੋਂ ਬਾਅਦ ਪੈਦਾਇਸ਼ ਹੁੰਦੀ ਹੈ ਜਦੋਂ ਹਰੀ ਸਿੰਘ ਨਲੂਏ ਦੇ ਨਾਲ ਅਕਾਲੀ ਬਾਬਾ ਫੂਲਾ ਸਿੰਘ ਕੰਮ ਕਰਦੇ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ, ਅੱਜ ਜੇ ਕੌਮ ਕੋਲ ਅਕਾਲੀ ਬਾਬਾ ਫੂਲਾ ਸਿੰਘ ਨਹੀਂ ਤਾਂ ਇਹਦਾ ਕਾਰਨ ਲੱਭੋ ਕੀ ਹੈ। ਇਹਦਾ ਕਾਰਨ ਇਹ ਹੈ ਕਿ ਕੌਮ ਕੋਲ ਅਕਾਲੀ ਬਾਬਾ ਨੈਣਾ ਸਿੰਘ ਹੀ ਨਹੀਂ ਜਿਹਨੇ ਫੂਲਾ ਸਿੰਘ ਨੂੰ ਜਨਮ ਦਿੱਤਾ ਸੀ। ਕੌਮ ਦੇ ਕੋਲੇ ਉਹ ਬਾਬਾ ਦੀਪ ਸਿੰਘ ਹੀ ਨਹੀਂ ਜਿਹਨੇ ਗਰਮਾਲਾ ਮਾਰ ਕੇ ਬਾਬਾ ਫੂਲਾ ਸਿੰਘ ਨੂੰ ਕਾਬਲ ਕੀਤਾ ਸੀ ਕਿ ਉਹ ਕੌਮ ਦੀ ਅਗਵਾਈ ਕਰ ਸਕੇ। ਸੋ ਇਹ ਜ਼ਿੰਮੇਵਾਰੀਆਂ ਅਸੀਂ ਅਧਿਆਪਕਾਂ ਨੇ ਨਿਭਾਉਣੀਆਂ ਨੇ। ਕਦੀ ਨਾ ਆਪਣੇ ਆਪ ਨੂੰ ਕਮਜ਼ੋਰ ਸਮਝਿਓ ਕਿ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਨੇ, ਅਸੀਂ ਕਿੱਥੋਂ ਪੈਦਾ ਕਰ ਲਵਾਂਗੇ ਇਹੋ ਜਿਹੇ ਸੂਰਮੇ। ਤੁਸੀਂ ਅਸੀਂ ਪੈਦਾ ਨਹੀਂ ਕਰਨੇ, ਪੈਦਾ ਕਰਨ ਵਾਲਾ ਕੋਈ ਹੋਰ ਹੈ। ਅਸੀਂ ਤੇ ਤੁਸੀਂ ਤਾਂ ਹਾੜਾ ਕੱਢਣਾ ਹੈ ਕਿ ਮਾਲਕਾ ਸਾਡੇ ਕੋਲੋਂ ਕਰਵਾ ਲੈ, ਕਰਨਾ ਤਾਂ ਉਹਨੇ ਹੈ। ਸਾਡੀ ਗੰਦੀ ਸਰੀਰ ਦੀ ਮਿੱਟੀ ਨੂੰ ਉਹਨੇ ਕਿਹੜੇ ਚੰਗੇ ਕੰਮ ਲਈ ਵਰਤ ਲੈਣਾ ਹੈ, ਇਹ ਉਹਦੀ ਸਮਰੱਥਾ ਵਿੱਚ ਹੈ। ਭਾਵੇਂ ਅਸੀਂ ਉਹ ਸਮਰੱਥਾ ਨਹੀਂ ਰੱਖਦੇ, ਪਰ ਇਤਿਹਾਸ ਨੂੰ ਪੜ੍ਹਨ ਦਾ ਮਤਲਬ ਇਹੀ ਹੁੰਦਾ ਹੈ ਕਿ ਤੁਹਾਡੇ ਅੰਦਰ ਇੱਕ ਤਾਕਤ ਆਵੇ ਕਿ ਅਸੀਂ ਇਸ ਇਤਿਹਾਸ ਨੂੰ ਦੁਹਰਾਉਣਾ ਹੈ। ਇਤਿਹਾਸ ਇਸ ਮੰਚ 'ਤੇ ਖੜੋ ਕੇ ਇਸ ਲਈ ਨਹੀਂ ਪੜ੍ਹਾਇਆ ਜਾਂਦਾ ਕਿ ਬਸ ਅਸੀਂ ਇਤਿਹਾਸ ਪੜ੍ਹਾ ਰਹੇ ਹਾਂ, ਸੰਗਤ ਇਕੱਠੀ ਹੋਈ ਹੈ, ਹੁਣ ਕੁਝ ਸੁਣਾਉਣਾ ਹੈ। ਇਹਦੇ ਵਾਸਤੇ ਨਹੀਂ ਹੁੰਦਾ। ਇਹਦੇ ਵਾਸਤੇ ਹੁੰਦਾ ਕਿ ਮੈਂ ਆਪਣੇ ਅੰਦਰਲੇ ਗੰਦ ਨੂੰ ਧੋਣਾ ਹੈ ਅਤੇ ਉਹ ਗੰਦ ਨੂੰ ਧੋ ਕੇ ਆਪਣੇ ਸਰੀਰ ਦੇ ਵਿੱਚੋਂ ਤਾਕਤ ਗੁਰੂ ਤੋਂ ਮੰਗ ਕੇ ਪੈਦਾ ਕਰਨੀ ਹੈ ਕਿ ਮੈਂ ਜਿਉਂਦਾ ਜਾਗਦਾ ਫੂਲਾ ਸਿੰਘ ਕਿਉਂ ਨਾ ਹੋਵਾਂ, ਮੈਂ ਜਿਉਂਦਾ ਜਾਗਦਾ ਜੱਸਾ ਸਿੰਘ ਆਹਲੂਵਾਲੀਆ ਕਿਉਂ ਨਾ ਹੋਵਾਂ, ਮੈਂ ਮਾਤਾ ਭਾਗ ਕੌਰ ਕਿਉਂ ਨਾ ਹੋਵਾਂ। ਕਿਉਂ ਨਾ ਹੋਵਾਂ ਬਈ? ਸਿਰਫ ਉਹ ਇੱਕ ਮਿਊਜ਼ੀਅਮ 'ਚ ਫੋਟੋ ਲਗਾਉਣ ਵਾਸਤੇ ਹੈ? ਨਹੀਂ, ਸਾਡੀਆਂ ਭੈਣਾਂ ਨੇ ਉਸ ਵਿਰਸੇ ਨੂੰ ਸੰਭਾਲਣਾ ਹੈ, ਸਾਡੇ ਨੌਜਵਾਨਾਂ ਨੇ, ਸਾਡੇ ਬਜ਼ੁਰਗਾਂ ਨੇ, ਸਾਡੇ ਵੀਰਾਂ ਨੇ ਉਸ ਵਿਰਸੇ ਨੂੰ ਸੰਭਾਲਣਾ। ਇਹ ਸਾਡੇ ਵਿੱਚ ਤਾਕਤ ਹੋਣੀ ਚਾਹੀਦੀ ਹੈ ਕਿ ਵਾਹਿਗੁਰੂ ਦਾ ਆਸਰਾ ਲੈ ਕੇ ਅਸੀਂ ਆਪਣੇ ਇਤਿਹਾਸ ਨੂੰ ਮੁੜ ਸੁਰਜੀਤ ਕਰਨਾ ਹੈ। ਸੋ ਅਧਿਆਪਕਾਂ ਦਾ ਫਰਜ਼ ਹੈ ਸਚਿਆਰ ਮਨੁੱਖਾਂ ਦੀ ਘਾੜਤ। ਅਸੀਂ ਆਪਣੇ ਆਪ ਨੂੰ ਘੜਨਾ ਹੈ, ਆਪਣੇ ਵਿਦਿਆਰਥੀਆਂ ਨੂੰ ਘੜਨਾ ਹੈ ਔਰ ਸਚਿਆਰ ਮਨੁੱਖਾਂ ਦਾ ਕਾਫਲਾ ਬਣਾਉਣਾ ਹੈ। ਔਰ ਇਹ ਗਿਆਨ ਦਾ ਸੋਮਾ ਇਹ ਗੁਰਬਾਣੀ ਹੈ। ਸੋ ਗੁਰਬਾਣੀ ਨੇ ਜਿਹੜਾ ਵਿੱਦਿਅਕ ਢਾਂਚਾ ਖੜ੍ਹਾ ਕੀਤਾ, ਸੋ ਉਹ ਵਿੱਦਿਅਕ ਢਾਂਚਾ ਮੈਂ ਬਾਰ-ਬਾਰ ਹਰ ਥਾਂ 'ਤੇ ਇਹ ਗੱਲ ਜ਼ਰੂਰ ਕਹਿਣਾ ਹੈ ਕਿ ਸਾਨੂੰ ਤਕੜਿਆਂ ਹੋ ਕੇ ਇਹਨੂੰ ਮੁੜ ਸੁਰਜੀਤ ਕਰਨ ਦੇ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਆਪਣਾ ਵਿੱਦਿਅਕ ਢਾਂਚਾ ਨਹੀਂ ਖੜ੍ਹਾ ਕਰ ਸਕਦੇ ਤਾਂ ਚੇਤੇ ਰੱਖੋ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦਿੱਤਾ ਹੋਇਆ ਸੈਕੰਡ ਪਲਾਨ ਸੀ, ਜਿਸ ਪਲਾਨ ਦੇ ਉੱਤੇ ਭਾਈ ਦਰਬਾਰਾ ਸਿੰਘ ਨੇ ਕੰਮ ਕੀਤਾ। ਸਮੱਸਿਆਵਾਂ ਦੇ ਹੱਲ ਦੇ ਲਈ ਕਈ ਤਰ੍ਹਾਂ ਦੀਆਂ ਵਿਉਂਤਬੰਦੀਆਂ ਕੀਤੀਆਂ ਜਾਂਦੀਆਂ ਨੇ। ਇਤਿਹਾਸ ਨੂੰ ਗੌਰ ਨਾਲ ਪੜ੍ਹੋ ਤਾਂ ਇਹ ਗੱਲ ਸਮਝ ਆਉਂਦੀ ਹੈ। ਜਦੋਂ ਗੁਰੂ ਅਰਜਨ ਪਾਤਸ਼ਾਹ ਦਰਬਾਰ ਸਾਹਿਬ ਦੀ ਸੇਵਾ ਨਿਭਾ ਰਹੇ ਨੇ, ਗੁਰੂ ਰਾਮਦਾਸ ਪਿਤਾ ਜੀ ਸਾਰਾ ਕਾਰਜ ਆਰੰਭ ਕਰਦੇ ਨੇ, ਤਾਂ ਪਰਿਵਾਰ ਵਿੱਚ ਪ੍ਰਿਥੀ ਚੰਦ ਵੀ ਹੈ ਨਾ, ਅਤੇ ਗੁਰੂ ਸਾਹਿਬ ਨੂੰ ਤੱਤੀ ਤਵੀ 'ਤੇ ਬਿਠਾਉਣ ਦਾ ਕਾਰਨ ਵੀ ਬਣਦਾ ਹੈ।
ਗੁਰੂ ਸਾਹਿਬ ਨੇ ਬਹੁਤ ਹੀ ਇੱਕ ਨੋਰਮਲ ਜ਼ਿੰਦਗੀ, ਆਮ ਜ਼ਿੰਦਗੀ ਜਿਉਂ ਕੇ ਸਾਨੂੰ ਦਿਖਾਇਆ। ਘਰ ਦੇ ਵਿੱਚੋਂ ਪੁੱਤਰ ਵਿਰੋਧ ਕਰਦੇ ਨੇ, ਘਰ ਦੇ ਵਿੱਚੋਂ ਭਰਾ ਵਿਰੋਧ ਕਰਦਾ ਹੈ, ਭਰਾ ਤਤੀ ਤਵੀ 'ਤੇ ਆਪਣੇ ਭਰਾ ਨੂੰ ਬਿਠਾ ਦਿੰਦਾ ਹੈ, ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ, ਮਾਤਾ ਪਿਤਾ ਕੁਰਬਾਨ ਹੋ ਜਾਂਦੇ ਨੇ। ਕੋਈ ਸੁਖਾਲਾ ਜਿਹਾ ਕੰਮ ਨਹੀਂ ਕਰ ਗਿਆ ਗੁਰੂ ਵੀ ਕੋਈ ਕਰਾਮਾਤਾਂ ਵਿੱਚ, ਨਹੀਂ। ਗੁਰੂ ਸਾਹਿਬ ਨੇ ਆਪ ਉਹ ਜ਼ੁਲਮ ਸਹਿਆ ਜਿਸ ਤਰ੍ਹਾਂ ਸਾਨੂੰ ਅੱਜ ਆਲੇ ਦੁਆਲੇ ਦੇਖਣ ਨੂੰ ਮਿਲਦਾ ਹੈ। ਗੁਰੂ ਘਰ ਦੇ ਉੱਤੇ ਮਸੰਦ ਗੁਰੂ ਸਾਹਿਬ ਵੇਲੇ ਵੀ ਕਾਬਜ਼ ਹੋਏ, ਮਸਤਾਨਾ ਲੰਗਰ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਵੀ ਹੋਇਆ ਕਿ ਲੰਗਰ 'ਚ ਵਰਤਣ ਨੂੰ ਕੁਛ ਨਹੀਂ ਹੈਗਾ। ਪਰ ਭਾਈ ਗੁਰਦਾਸ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਜਾ ਕੇ ਜਾਗਰੂਕ ਕੀਤਾ। ਸੋ ਇਹ ਘਟਨਾਵਾਂ ਵਰਤਦੀਆਂ ਰਹਿੰਦੀਆਂ ਨੇ। ਅਸੀਂ ਐਵੇਂ ਨਿਰਾਸ਼ ਨਹੀਂ ਹੋਣਾ ਕਿ ਅੱਜ ਗੁਰਦੁਆਰਿਆਂ ਵਿੱਚ ਕਲੇਸ਼ ਨੇ, ਗੁਰਦੁਆਰਿਆਂ ਵਿੱਚ ਲੜਾਈਆਂ ਨੇ, ਸਾਰੇ ਲੋਕ ਆਪ ਹੁਦਰੇ ਹੋਏ ਫਿਰਦੇ ਨੇ, ਚੌਧਰਾਂ ਦੀ ਖਾਤਰ ਅਸੀਂ ਲਾਲਾਂ ਸੁੱਟਦੇ ਹਾਂ। ਸੋ ਇਹ ਸਾਰਾ ਕੁਝ ਇੱਦਾਂ ਹੀ ਚੱਲਣਾ ਹੈ, ਇਹਨੇ ਇੱਦਾਂ ਹੀ ਰਹਿਣਾ ਹੈ। ਟੇਕ ਇਟ ਗਰੰਟਡ, ਇਟ ਇਜ਼ ਦਾ ਪਾਰਟ ਆਫ ਦਾ ਗੇਮ। ਸੋ ਅਸੀਂ ਆਮ ਤੌਰ 'ਤੇ ਚੰਗੇ ਲੋਕ ਪਿਛਾਂਹ ਹਟ ਜਾਂਦੇ ਹਾਂ, ਪਾਸੇ ਹੋ ਜਾਂਦੇ ਹਾਂ। ਚੇਤੇ ਰੱਖੋ, ਭਾਈ ਗੁਰਦਾਸ ਪਾਸੇ ਨਹੀਂ ਸਨ ਹੋਏ, ਬਾਬਾ ਬੁੱਢਾ ਜੀ ਪਾਸੇ ਨਹੀਂ ਸਨ ਹੋਏ। ਗੁਰੂ ਸਾਹਿਬ ਗੁਰੂ ਅਮਰਦਾਸ ਜੀ ਲੋਕੇ ਵੀ ਬਹਿ ਗਏ ਕਿ ਮੈਂ ਨਹੀਂ ਆਉਣਾ, ਹੈ ਨਾ। ਅਤੇ ਦਾਤੂ ਜੀ ਦਾਸੂ ਜੀ ਇਤਰਾਜ਼ ਕਰ ਰਹੇ ਨੇ ਕਿ ਅਮਰਦਾਸ ਜੀ ਨੂੰ ਗੱਦੀ ਕਿਉਂ ਦੇ ਦਿੱਤੀ, ਤਾਂ ਸਾਨੂੰ ਮਿਲਣੀ ਚਾਹੀਦੀ ਸੀ। ਸਾਹਿਬ ਸੱਚੇ ਪਾਤਸ਼ਾਹ ਲੀਨ ਵੀ ਹੋ ਗਏ ਵੀ ਹੁਣ ਇਹਨਾਂ ਨੂੰ ਜਿਵੇਂ ਕਰਦੇ ਆ ਠੀਕ ਹੈ। ਪਰ ਭਾਈ ਗੁਰਦਾਸ ਬਾਬਾ ਬੁੱਢਾ ਜੀ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ, ਸੰਗਤਾਂ ਨੂੰ ਜਾਗਰੂਕ ਕੀਤਾ। ਮੱਖਣ ਸ਼ਾਹ ਲਵਾਣੇ ਵੇਲੇ ਦੇਖੋ ਕਿੰਨੇ ਗੱਦੀਆਂ ਲਾਈ ਬੈਠੇ ਸੀ। ਇਹ ਗੱਦੀਆਂ ਵਾਲੇ ਅੱਜ ਥੋੜ੍ਹਾ ਆ ਡੇਰੇਦਾਰ ਜਿਹੜੇ ਪਖੰਡੀ ਸੰਗਤ ਨੂੰ ਆਪੋ ਆਪਣੇ ਮਗਰ ਲਾਈ ਫਿਰਦੇ ਨੇ। ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਵੇਲੇ ਵੀ ਤਾਂ ਬਾਬੇ ਬਕਾਲੇ ਬੈਠੇ ਸੀ ਨਾ, ਅਤੇ ਮੇਰਾ ਗੁਰੂ ਭੌਰੇ 'ਚ ਬਹਿ ਕੇ ਆਪਣਾ ਆਨੰਦ ਲੈ ਰਿਹਾ ਸੀ। ਉਹਨੂੰ ਵਿਸ਼ਵਾਸ ਸੀ ਕਿ ਇਹ ਕੰਮ ਮਾਲਕ ਨੇ ਕਰ ਲੈਣਾ। ਅਤੇ ਡਿਊਟੀ ਮੱਖਣ ਸ਼ਾਹ ਲਵਾਣੇ ਦੀ ਲੱਗ ਜਾਂਦੀ ਹੈ। ਜਿਹਦਾ ਜਹਾਜ਼ ਡੁੱਬਦਾ ਉਹ ਆਪਣਾ ਅਰਦਾਸਾ ਕਰਦਾ ਹੈ, ਉਹ ਆਪਣਾ ਜਹਾਜ਼ ਉਹਦਾ ਬੰਨੇ ਲੱਗਦਾ। ਜਦੋਂ ਗੁਰੂ ਤੇਗ ਬਹਾਦਰ ਕੋਲ ਜਾਂਦਾ, ਸਤਿਗੁਰੂ ਪੁੱਛ ਲੈਂਦੇ ਨੇ ਵੀ ਇਹ ਅਰਦਾਸਾਂ ਕੀ ਕਰਦਾ ਸੀ ਅਤੇ ਹੁਣ ਕੀ ਕਰੀ ਜਾਂਦਾ। ਉਹ ਕਹਿੰਦਾ ਮਹਾਰਾਜ ਮੈਂ ਕੁਛ ਨਹੀਂ ਕਰਦਾ, ਮੈਂ ਤੁਹਾਨੂੰ ਲੱਭਦਾ ਫਿਰਦਾ ਹੈ। ਅਤੇ ਇੱਕ ਇੱਕ ਮੋਹਰ ਰੱਖ ਕੇ ਸਾਰਿਆਂ ਨੂੰ ਮੱਥਾ ਟੇਕੀ ਜਾਂਦਾ ਸੀ। ਮਨ 'ਚ ਧਾਰ ਲਿਆ ਵੀ ਜਿਹੜਾ ਅਸਲੀ ਹੋਊਗਾ ਉਨੀਆਂ ਮੋਹਰਾਂ ਮੰਗ ਲੂਗਾ ਜਿੰਨੀਆਂ ਮੈਂ ਸੋਚੀਆਂ ਨੇ। ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਆ ਮੋਢਾ ਦੇਖਦੇ ਰਿਹਾ, ਜਹਾਜ਼ ਬੰਨੇ ਲਾਉਂਦਿਆਂ ਲਹੂ ਲੁਹਾਨ ਕਰ ਲਿਆ। ਹੁਣ ਸੁੱਖੀਆਂ ਇੰਨੀਆਂ ਸੀ ਅਤੇ ਇੰਨੀਆਂ ਰੱਖ ਰਿਹਾ। ਗੁਰੂ ਭੁੱਖਾ ਨਹੀਂ ਹੈ, ਗੱਲ ਦ੍ਰਿਸ਼ਟਾਂਤ ਦੀ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ। ਉਹਨਾਂ ਨੇ ਸਾਨੂੰ ਦਿਖਾਉਣਾ ਸੀਗਾ ਵੀ ਤੁਹਾਨੂੰ ਵੀ ਆ ਗੱਦੀਆਂ ਲਾ ਕੇ ਲੋਕਾਂ ਨੇ ਬਹਿ ਜਾਣਾ, ਐਵੇਂ ਦਿਲ ਨਾ ਛੱਡਿਓ, ਮਾਲਕ ਸਮਰੱਥ ਹੈ ਅਤੇ ਖਾਲਸੇ ਨੇ ਇਕੱਠੇ ਹੋ ਕੇ ਚੱਲਣਾ। ਅਤੇ ਉਹਦੇ ਲਈ ਸੈਕੰਡ ਪਲਾਨ ਇਹੀ ਸੀਗਾ ਗੁਰੂ ਸਾਹਿਬ ਦਾ ਕਿ ਸੰਗਤ ਨੂੰ ਐਜੂਕੇਟ ਕਰਨਾ ਹੈ ਔਰ ਜਥੇਬੰਦ ਕਰਨਾ। ਜਥੇਬੰਦੀ ਬਹੁਤ ਇੰਪੋਰਟੈਂਟ ਹੁੰਦੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਕੋਟ ਕਰਦਾ ਕਿ ਦੇਖੋ ਵੀ ਜਥੇਬੰਦੀ ਕੀ ਹੋ ਸਕਦੀ ਹੈ। ਅੱਜ ਤਾਂ ਆਪਣੇ ਕੋਲੇ ਬਹੁਤ IT ਦੇ ਮੀਨਸ ਨੇ ਕਿ ਆਪਾਂ ਲੋਕਾਂ ਨੂੰ ਕਮਿਊਨੀਕੇਟ ਕਰ ਸਕਦੇ ਹਾਂ। ਜਦੋਂ ਭਾਈ ਮਨੀ ਸਿੰਘ ਹੋਰਾਂ ਨੇ ਦੀਵਾਲੀ ਮਨਾਉਣੀ ਸੀਗੀ ਹਰਿਮੰਦਰ ਸਾਹਿਬ, ਹੈ ਨਾ, ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਨੇ ਸਮੇਂ ਦੀ ਹੁਕੂਮਤ ਨਾਲ ਇਹ ਇਕਰਾਰਨਾਮਾ ਕੀਤਾ ਕਿ ਤੁਹਾਨੂੰ ਅਸੀਂ ਇਤਿਹਾਸ ਵਿੱਚ ਇਤਿਹਾਸਕਾਰਾਂ ਨੇ ਵੱਖ-ਵੱਖ ਲਿਖਿਆ, ਕਿਤੇ 5000 ਕਿਤੇ 10,000, ਚਲੋ ਰਕਮ ਕੋਈ ਵੀ ਹੋਵੇ, ਵੀ ਅਸੀਂ ਦਰਬਾਰ ਸਾਹਿਬ ਵੱਲੋਂ ਇੰਨੀ ਰਕਮ ਕਰ ਵਜੋਂ ਸਰਕਾਰ ਨੂੰ ਦੇਵਾਂਗੇ ਅਤੇ ਤੁਸੀਂ ਸਾਨੂੰ ਦੀਵਾਲੀ ਦਾ ਜਿਹੜਾ ਪ੍ਰਬੰਧ ਹੈ, ਕਿਉਂਕਿ ਲੋਕਲ ਗੌਰਮੈਂਟ ਦਾ ਕੰਮ ਹੁੰਦਾ ਪ੍ਰਬੰਧ ਕਰਕੇ ਦੇਣਾ, ਵੀ ਇੱਥੋਂ ਸਿੰਘਾਂ ਨੇ ਆਉਣਾ ਅਤੇ ਅੰਮ੍ਰਿਤਸਰ ਦਾ ਪ੍ਰਬੰਧ ਤੁਸੀਂ ਦੇਖਣਾ ਹੈ ਅਤੇ ਅਸੀਂ ਤੁਹਾਨੂੰ ਆਹ ਰਕਮ ਦੇਵਾਂਗੇ ਅਤੇ ਤੁਸੀਂ ਪ੍ਰਬੰਧ ਦੀ ਜ਼ਿੰਮੇਵਾਰੀ ਨਿਭਾਉਣੀ ਹੈ। ਪਰ ਦੂਸਰੇ ਪਾਸੇ ਸਮੇਂ ਦਾ ਹਾਕਮ ਜ਼ਕਰੀਆ ਅਤੇ ਉਹਨੇ ਵਿਉਂਤਬੰਦੀ ਕਰ ਲਈ ਕਿ ਹੁਣ ਸਿੱਖਾਂ ਨੇ ਇਕੱਠੇ ਹੋਣਾ ਅਤੇ ਮੈਂ ਕਤਲੇ ਆਮ ਕਰਕੇ ਸਿੰਘਾਂ ਨੂੰ ਖਤਮ ਕਰ ਦੇਣਾ। ਹੁਣ ਜਥੇਬੰਦੀ ਦੇਖੋ, ਜਥੇਬੰਦੀ ਕੀ ਹੁੰਦੀ ਹੈ। ਭਾਈ ਮਨੀ ਸਿੰਘ ਹੋਰਾਂ ਦੀ ਇਹਦੀ ਸੂਹ ਮਿਲ ਗਈ ਕਿ ਜ਼ਕਰੀਆ ਖਾਨ ਦੀਵਾਲੀ ਦੇ ਦਿਨ ਦੇ ਉੱਤੇ ਜਦੋਂ ਮੈਂ ਸੰਗਤਾਂ ਨੂੰ ਸੱਦਾ ਦਿੱਤਾ, ਕਿਉਂਕਿ ਭਾਈ ਸਾਹਿਬ ਉਸ ਵਕਤ ਮੁੱਖ ਗ੍ਰੰਥੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਜ਼ਿੰਮੇਵਾਰੀ ਨਿਭਾ ਰਹੇ ਸੀ। ਇਹਨਾਂ ਨੇ ਕਾਲ ਦਿੱਤੀ ਸੀ ਕਿ ਸਾਰਾ ਖਾਲਸਾ ਦੀਵਾਲੀ 'ਤੇ ਇਕੱਠਾ ਹੋਵੇ। ਅਤੇ ਜਦੋਂ ਪਤਾ ਲੱਗਿਆ ਵੀ ਖਾਲਸੇ ਨੇ ਇਕੱਤਰ ਹੋਣਾ ਅਤੇ ਜ਼ਕਰੀਆ ਖਾਨ ਨੇ ਕਤਲੇਆਮ ਕਰਨਾ, ਅਤੇ ਹੁਣ ਦੇਖੋ ਉਸ ਵੇਲੇ ਕੋਈ ਕਮਿਊਨੀਕੇਸ਼ਨ ਦਾ ਸਾਧਨ ਨਹੀਂ ਸੀ, ਨਾ ਤਾਂ ਚਿੱਠੀ ਜਾਂਦੀ ਸੀ, ਫੋਨ ਦੀ ਤਾਂ ਕਹਾਣੀਆਂ ਹੀ ਕਿਤੇ ਨਹੀਂ ਸੀਗੀਆਂ। ਭਾਈ ਮਨੀ ਸਿੰਘ ਨੂੰ ਜਦੋਂ ਇਹ ਸੂਹ ਮਿਲਦੀ ਹੈ ਤਾਂ ਉਹਨਾਂ ਨੇ ਕੁਝ ਦਿਨਾਂ ਦੇ ਵਿੱਚ ਸਾਰੇ ਖਾਲਸੇ ਨੂੰ ਅੰਮ੍ਰਿਤਸਰ ਪਹੁੰਚਣ ਤੋਂ ਰੋਕ ਦਿੱਤਾ। ਕਿਵੇਂ ਰੋਕਿਆ, ਕਿਹੜਾ ਢੰਗ ਤਰੀਕਾ ਸੀ, ਕਿਵੇਂ ਘਰੋਂ ਘਰ ਸੁਨੇਹੇ ਪਹੁੰਚੇ ਵੀ ਨਹੀਂ ਆਉਣਾ ਦੀਵਾਲੀ 'ਤੇ ਅੰਮ੍ਰਿਤਸਰ। ਜਥੇਬੰਦੀ ਸੀ। ਹਰ ਇੱਕ ਬੰਦਾ
ਕੋਟ ਮਿਲਦਾ ਹੈ ਇਤਿਹਾਸ ਵਿੱਚ। ਭਾਈ ਵੀਰ ਸੋ ਨੇ ਇਸ਼ਾਰੇ ਦਿੱਤੇ ਨੇ ਕਿ ਮਿਸਲਾਂ ਦਾ ਇੱਕ ਫਾਈਲ ਅਕਾਲ ਬੁੰਗੇ 'ਤੇ ਹੁੰਦੀ ਸੀ, ਇੱਕ ਮਿਸਲ ਕੋਲੇ ਹੁੰਦੀ ਸੀ। ਹਰ ਮਿਸਲ ਅਕਾਲ ਬੁੰਗੇ ਨੂੰ ਜਵਾਬ ਦੇ ਹੁੰਦੀ ਸੀ। ਔਰ ਕੌਮ ਇੰਨੀ ਜਥੇਬੰਦ ਸੀ ਕਿ ਜਦੋਂ ਕੋਈ ਅੰਮ੍ਰਿਤਪਾਨ ਕਰਨ ਆਉਂਦਾ ਸੀ, ਇਹ ਨਹੀਂ ਕੋਈ ਵੀ ਆ ਗਿਆ ਤੇ ਅੰਮ੍ਰਿਤ ਛਕਾਤਾ। ਉਹਦਾ ਬਕਾਇਦਾ ਡਾਕੂਮੈਂਟ ਹੁੰਦਾ ਸੀ ਕਿ ਜਦੋਂ ਪੰਜਾਂ ਸਿੰਘਾਂ ਕੋਲੇ ਕੋਈ ਸਿੰਘ ਅੰਮ੍ਰਿਤਪਾਨ ਲਈ ਪੇਸ਼ ਹੁੰਦਾ ਸੀ ਤਾਂ ਕਿਸੇ ਸਿੰਘ ਨੂੰ ਗਵਾਹੀ ਦੇਣੀ ਪੈਂਦੀ ਸੀ ਕਿ ਇਹਦੀ ਜ਼ਿੰਮੇਵਾਰੀ ਮੈਂ ਚੱਕੀ ਹੈ, ਇਹਨੂੰ ਮੈਂ ਰਹਿਤ ਮੇਰਾ ਦ੍ਰਿੜ ਕਰਵਾ ਕੇ ਲੈ ਕੇ ਆਇਆ, ਇਹਨੂੰ ਮੈਂ ਸਭ ਕੁਝ ਮਰਿਆਦਾ ਦਾ, ਸਾਡਾ ਡਿਸਿਪਲਨ, ਦਸਵੰਧ ਦੀ ਰਸਮ, ਅੰਮ੍ਰਿਤ ਵੇਲਾ, ਇਹਨੂੰ ਸਭ ਕੁਝ ਪਤਾ ਹੈ। ਅਤੇ ਅੰਮ੍ਰਿਤਪਾਨ ਕਰਨ ਤੋਂ ਬਾਅਦ ਵੀ ਇਹਨੂੰ ਸੰਗਤ ਦੇਣ ਦੀ ਜ਼ਿੰਮੇਵਾਰੀ ਮੈਂ ਕਬੂਲ ਕਰਦਾ। ਜੇ ਪੰਜ ਸਿੰਘ ਯੋਗ ਸਮਝਣ ਤਾਂ ਇਹਨੂੰ ਅੰਮ੍ਰਿਤ ਦੀ ਦਾਤ ਬਖਸ਼ ਦੇਣ। ਇਹ ਨਹੀਂ ਸੀ ਹੁੰਦਾ ਵੀ ਕਛਹਿਰੇ ਮੁਫਤ ਮਿਲਦੇ ਛਕ ਲਓ ਆ ਕੇ। ਉਹ ਗੁਰੂ ਦਾ ਸੀਸ ਮੰਗ ਕੇ ਅੰਮ੍ਰਿਤ ਦਿੰਦਾ ਸੀਗਾ। ਅਤੇ ਗੁਰੂ ਸਾਹਿਬ ਨੇ ਆਪ ਲਿਆ ਭਾਈ ਦਇਆ ਸਿੰਘ, ਕਹਿੰਦੇ ਤੁਸੀਂ ਕੀ ਦਿੰਦੇ ਹੋ? ਸਾਹਿਬ ਕਹਿੰਦੇ ਮੇਰੇ ਨਾਲ ਉਧਾਰ ਕਰ ਲਓਗੇ, ਮੈਨੂੰ ਉਧਾਰਾ ਛਕਾ ਲਓ, ਮੈਨੂੰ ਅੰਮ੍ਰਿਤ ਦੇ ਦਿਓ ਲੋਨ ਦੇ ਉੱਤੇ ਕਿ ਮੈਂ ਆਪਣਾ ਸਰਬੰਸ ਤੁਹਾਡੀ ਝੋਲੀ 'ਚ ਪਾਵਾਂਗਾ। ਅਤੇ ਉਸ ਵਕਤ ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਇਹ ਪੰਜਾਂ ਦਾ ਮੈਂ ਸੀਸ ਲੈ ਕੇ ਅੰਮ੍ਰਿਤ ਦਿੱਤਾ, ਅਤੇ ਹੁਣ ਜਿਹੜੇ ਖਾਲਸੇ ਨੇ ਛਕਣਾ ਆ ਕੇ ਲੋਨ 'ਤੇ ਛਕ ਲਓ, ਮੈਂ ਵੀ ਲੋਨ 'ਤੇ ਛਕਣ ਲੱਗਿਆ। ਜਿਹੜਾ ਤਿਆਰ ਹੈ ਆਪਣਾ ਆਪਾ ਕੌਮ ਨੂੰ ਦੇਣ ਵਾਸਤੇ, ਉਹਦੇ ਵਾਸਤੇ ਖੰਡਿਆ ਬਾਟੇ ਦੀ ਪੌਲ ਹੁਣ ਇਹ ਪੰਜਾਂ ਸਿੰਘਾਂ ਨੇ ਤਿਆਰ ਕਰਨੀ ਹੈ ਅਤੇ ਇਹ ਛਕਾਉਣਗੇ। ਅਤੇ ਜਿਹਨੇ ਆਪਣਾ ਸਰਬੰਸ ਮੈਂ ਦੇਣ ਨੂੰ ਮੈਂ ਤਿਆਰ ਹਾਂ, ਤੁਸੀਂ ਆਪਣਾ ਸੀਸ ਦੇਣਾ। ਇਹ ਨਹੀਂ ਕਿ ਬੜਾ ਜਜ਼ਬਾਤੀ ਭਾਸ਼ਣ ਕੀਤਾ ਗੁਰੂ ਸਾਹਿਬ ਨੇ ਵੀ ਤੁਹਾਨੂੰ ਸਵਰਗਾਂ 'ਚ ਭੇਜੂੰਗਾ, ਤੁਹਾਡਾ ਆਹ ਕਰ ਦੂੰਗਾ, ਆ ਜਾਓ ਖੰਡੇ ਬਾਟੇ ਦੀ ਪੌਲ ਤਿਆਰ ਹੋਈ ਹੈ। ਸਾਹਿਬ ਕਹਿੰਦੇ ਵੀ ਜਿਹਨੇ ਸੀਸ ਦੇਣਾ, ਮੈਂ ਆਪ ਉਧਾਰਾ ਲੈ ਰਿਹਾ, ਮੈਂ ਆਪਣਾ ਸਰਬੰਸ ਦੇ ਕੇ ਇਸ ਰਸਮ ਨੂੰ ਪੂਰਾ ਕਰਾਂਗਾ। ਜਿਨ੍ਹਾਂ ਨੇ ਆਪਣਾ ਸੀਸ ਦੇਣਾ ਆ ਕੇ ਛਕ ਲਵੋ। ਇਹ ਇਸ ਲੈਵਲ ਦਾ ਸੀ। ਅਤੇ ਇਹ ਜਥੇਬੰਦੀ ਸੀ ਜਿਹੜਾ ਸਿੰਘ ਅੰਮ੍ਰਿਤਪਾਨ ਕਰਵਾਉਂਦਾ ਸੀ, ਉਹ ਉਹਦੇ ਤੱਕ ਸੁਨੇਹਾ ਦੇਣਾ, ਉਹਨੂੰ ਪੰਥ ਦੀ ਹਰ ਗੱਲ ਉਹਦੇ ਤੱਕ ਪਹੁੰਚਦੀ ਕਰਨੀ। ਔਰ ਉਹਦਾ ਇੱਕ ਬਕਾਇਦਾ ਰਿਕਾਰਡ ਹੁੰਦਾ ਸੀ, ਜੋ ਤੁਸੀਂ ਅੱਜ ਯੂਰਪੀਅਨ ਕੰਟਰੀ 'ਚ ਦੇਖਦੇ ਹੋ ਨਾ ਕਿ ਹਰ ਚੀਜ਼ ਔਰਗਨਾਈਜ਼ਡ ਹੈ। ਇਹ ਖਾਲਸੇ ਨੇ 18ਵੀਂ ਸਦੀ 'ਚ ਔਰਗਨਾਈਜ਼ਡ ਕਰ ਲਈ ਸੀ। ਜੇ ਨਾ ਕੀਤੀ ਹੁੰਦੀ ਤਾਂ ਸਮੇਂ ਦੀ ਹਕੂਮਤ ਨੂੰ, ਜਿਹੜੀ ਕਿ ਏਸ਼ੀਆ ਦੀ ਬੜੀ ਵੱਡੀ ਤਾਕਤ ਸੀ, ਉਹਨਾਂ ਨੂੰ ਸਿੰਘਾਂ ਨੂੰ ਨਵਾਬੀ ਦੇਣ ਦੀ ਪੇਸ਼ਕਸ਼ ਕਰਨ ਦੀ ਲੋੜ ਨਹੀਂ ਸੀ ਪੈਣੀ। ਸਿੱਖਾਂ ਦੀ ਗਿਣਤੀ ਥੋੜ੍ਹਾ ਬਹੁਤ ਜ਼ਿਆਦਾ ਸੀ। ਜਦ ਸਿੱਖਾਂ ਨੇ ਪੰਜਾਬ 'ਤੇ ਰਾਜ ਕੀਤਾ, ਇਤਿਹਾਸਕਾਰ ਲਿਖਦੇ ਨੇ, ਉਦੋਂ ਸਾਡੀ ਗਿਣਤੀ ਲਗਭਗ 6 ਤੋਂ 8% ਦਾ ਇਤਿਹਾਸਕਾਰਾਂ ਦਾ ਥੋੜ੍ਹਾ ਬਹੁਤਾ ਅੰਤਰ ਹੈ ਕਿ 8% ਤੋਂ ਵੱਧ ਅਸੀਂ ਨਹੀਂ ਸੀਗੇ, ਪਰ ਅਸੀਂ ਰਾਜ ਕੀਤਾ ਕਿਉਂਕਿ ਅਸੀਂ ਔਰਗਨਾਈਜ਼ਡ ਸੀਗੇ, ਅਸੀਂ ਸਟਰਕਚਰਡ ਸੀਗੇ। ਸਾਡਾ ਇੱਕ ਇੱਕ ਬੰਦਾ ਕਮਾਂਡ ਥੱਲੇ ਹੁੰਦਾ ਸੀ। ਇਹ ਨਹੀਂ ਕਿ ਆਪਣੀ ਵੱਖਰੀ ਕੋਈ ਬੀਨ ਵਜਾ ਲੈਂਦਾ ਸੀ, ਜਿਵੇਂ ਅੱਜ ਸੰਪਰਦਾਵਾਂ ਨੇ ਵਜਾਈ ਹੋਈ ਹੈ, ਜਥੇਬੰਦੀਆਂ ਨੇ ਵਜਾਈ ਹੋਈ ਹੈ, ਸੰਸਥਾਵਾਂ ਨੇ ਵਜਾਈ ਹੋਈ ਹੈ। ਇੱਦਾਂ ਖਾਲਸੇ ਨੂੰ ਆਪਣੀ ਬੀਨ ਵਜਾਉਣ ਦੀ ਆਗਿਆ ਭਾਈ ਦਰਬਾਰਾ ਸਿੰਘ ਨੇ ਨਹੀਂ ਦਿੱਤੀ। ਨਵਾਬ ਕਪੂਰ ਸਿੰਘ ਨੇ ਕਾਠੀ ਪਾ ਕੇ ਰੱਖਿਆ, ਜੱਸਾ ਸਿੰਘ ਆਹਲੂਵਾਲੀਆ ਆਏ, ਅਕਾਲੀ ਬਾਬਾ ਫੂਲਾ ਸਿੰਘ ਆਏ, ਫੂਲਾ ਸਿੰਘ ਹੋਰਾਂ ਤੋਂ ਬਾਅਦ ਭਾਈ ਹਨੂੰਮਾਨ ਸਿੰਘ ਆਏ। ਇਹਨਾਂ ਨੇ ਕੌਮ ਨੂੰ ਬਹੁਤ ਕਮਾਂਡ ਦੇ ਕੇ ਰੱਖਿਆ। ਹਨੂੰਮਾਨ ਸਿੰਘਾਂ ਤੋਂ ਬਾਅਦ ਸਾਡੀ ਕੌਮ ਥੱਲੇ ਨੂੰ ਆਉਣੀ ਸ਼ੁਰੂ ਹੋਈ। ਸੋ ਇਹ ਸਾਰੀ ਗੱਲ ਦਾ ਕਰਕਸ ਇਹ ਸੀ ਕਿ ਸਾਡੇ ਅੰਦਰ ਵਿੱਦਿਆ ਦਾ ਬਹੁਤ ਵੱਡਾ ਔਰਗਨਾਈਜ਼ ਸਟਰਕਚਰ ਸੀਗਾ ਅਤੇ ਉਹ ਸਾਨੂੰ ਮੁੜ ਸੁਰਜੀਤ ਕਰਨਾ ਬਹੁਤ ਜ਼ਰੂਰੀ ਹੈ। ਕੌਮ ਨੂੰ ਜਥੇਬੰਦ ਕਰਨਾ ਬਹੁਤ ਜ਼ਰੂਰੀ ਹੈ। ਮੋਰਲ ਐਜੂਕੇਸ਼ਨ ਵਾਜ ਦਾ ਫਾਊਂਡੇਸ਼ਨ ਆਫ ਦਾ ਸਿਸਟਮ। ਸੋ ਜਿਹੜੀ ਗੱਲ 'ਤੇ ਮੈਂ ਕੇਂਦਰਿਤ ਕਰਨਾ ਚਾਹੁੰਦਾ ਕਿ ਲੈਟਨ ਨੇ ਜਦੋਂ ਸਾਡੇ ਵਿੱਦਿਅਕ ਢਾਂਚੇ ਨੂੰ, ਤੁਸੀਂ ਮੇਰੀਆਂ ਗੱਲਾਂ ਸੁਣੀਆਂ ਹੋਣੀਆਂ, ਪਹਿਲਾਂ ਮੈਂ ਕੁਝ ਕੁ ਸਲਾਈਡਾਂ ਤੁਹਾਡੇ ਨਜ਼ਰ ਕਰ ਰਿਹਾ ਕਿ ਜਿਸ ਢੰਗ ਨਾਲ ਉਹਨੇ ਸਾਡਾ ਵਿੱਦਿਅਕ ਢਾਂਚਾ ਖਤਮ ਕੀਤਾ। ਉਹ ਲਿਖਦਾ ਹੈ ਕਿ sacred classical languages without which vernaculars cannot be developed became more and more restricted to priestly classes। ਕਹਿੰਦਾ ਜਿਹੜੀ ਭਾਸ਼ਾ ਸੀ ਨਾ ਗੁਰੂ ਸਾਹਿਬ ਦੀ ਬਹੁਮੁੱਲੀ, ਕਹਿੰਦਾ ਮੈਂ ਉਹ ਖਤਮ ਕਰ ਦਿੱਤੀ। ਮੈਂ ਕਿਉਂਕਿ ਸਲਾਈਡਾਂ ਮਿਸ ਕੀਤੀਆਂ ਨੇ, ਮੈਂ ਉਹਨਾਂ ਦਾ ਸੰਖੇਪ ਵਿੱਚ ਦੱਸ ਦਿੰਦਾ ਕਿ ਜਦੋਂ ਉਹਨੇ ਸਾਡੇ ਵਿੱਦਿਅਕ ਢਾਂਚੇ ਨੂੰ ਖਤਮ ਕਰਨ ਦਾ ਕੰਮ ਕੀਤਾ, ਉਹਨੇ ਸ਼ਬਦਾਂ ਨੂੰ ਅਲੋਪ ਕੀਤਾ। ਉਹ 33 ਸਾਲਾਂ ਬਾਅਦ ਆਪਣੀ ਜਦੋਂ ਕਿਤਾਬ ਲਿਖਦਾ 1849 ਤੋਂ 1882 ਤੱਕ ਦੇ ਵਿੱਦਿਅਕ ਢਾਂਚੇ ਦੀ ਗਾਥਾ, ਕਹਿੰਦਾ ਸਾਨੂੰ 33 ਸਾਲ ਲੱਗ ਗਏ ਪਰ ਅਸੀਂ ਸਫਲ ਹੋ ਗਏ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਸ਼ਬਦਾਵਲੀ ਸਿਰਫ ਅਤੇ ਸਿਰਫ ਗ੍ਰੰਥੀ ਸਿੰਘਾਂ ਤੱਕ ਸੀਮਤ ਹੋ ਗਈ ਹੈ, ਲੋਕਾਂ ਨੂੰ ਅਸੀਂ ਭੁਲਾ ਦਿੱਤੀ ਹੈ। ਇਸ ਗੱਲ ਨੂੰ ਧਿਆਨ ਨਾਲ ਪੜ੍ਹੋ, ਅੰਡਰਲਾਈਨ ਕਰਕੇ ਪੜ੍ਹੋ। ਕਹਿੰਦਾ ਇਹ ਪਵਿੱਤਰ ਅਤੇ ਕਲਾਸੀਕਲ ਭਾਸ਼ਾ ਹੁਣ ਸਿਰਫ ਪੁਜਾਰੀਆਂ ਤੱਕ ਸੀਮਤ ਰਹਿ ਗਈ ਹੈ, ਇਹ ਸਿੱਖਾਂ ਨੂੰ ਭੁਲਾ ਦਿੱਤੀ ਗਈ ਹੈ। ਜੇ ਸਿੱਖਾਂ ਨੂੰ ਭਾਸ਼ਾ ਭੁਲਾ ਦਿੱਤੀ, ਕੰਮ ਖਤਮ। ਅਤੇ ਮੈਨੂੰ ਇਹ ਗੱਲ ਕਹਿਣ 'ਚ ਕੋਈ ਝਿਜਕ ਨਹੀਂ, ਹੁਣ ਇਹ ਪੁਜਾਰੀਆਂ ਕੋਲ ਵੀ ਨਹੀਂ ਰਹਿ ਗਈ ਜਿਸ ਲੈਵਲ 'ਤੇ ਅਸੀਂ ਅੱਜ ਖੜ੍ਹੇ ਹਾਂ। ਕੁਝ ਇੱਕਾ ਦੁੱਕਾ ਨੂੰ ਛੱਡ ਕੇ ਜੇ ਅਸੀਂ ਬਹੁਤਾਤ ਦੀ ਗੱਲ ਕਰੀਏ ਤਾਂ ਗ੍ਰੰਥੀ ਸਿੰਘ ਦੀ ਸੇਵਾਵਾਂ ਨਿਭਾਉਣ ਵਾਲੇ ਵੀ ਇਸ ਭਾਸ਼ਾ ਨੂੰ ਨਹੀਂ ਜਾਣਦੇ। ਸੋ ਅੰਗਰੇਜ਼ੀ ਦੇ ਸ਼ਬਦ
ਪੰਜਾਬੀ ਵਿੱਚ ਪ੍ਰਚਲਿਤ ਹੋ ਗਏ ਨੇ। ਕੋਈ ਗੱਲ ਨਹੀਂ, ਭਾਸ਼ਾਵਾਂ ਸ਼ਬਦਾਂ ਦਾ ਆਦਾਨ ਪ੍ਰਦਾਨ ਕਰਦੀਆਂ ਨੇ। ਸਾਨੂੰ ਕੋਈ ਗਿਲਾ ਨਹੀਂ ਜੇ ਅੰਗਰੇਜ਼ੀ ਦੇ ਸ਼ਬਦ ਪੰਜਾਬੀ ਵਿੱਚ ਪੜ੍ਹੇ ਜਾਂਦੇ ਨੇ, ਪੜ੍ਹਾਏ ਜਾਂਦੇ ਨੇ, ਪਰ ਸਾਨੂੰ ਗਿਲਾ ਇਹ ਹੈ ਕਿ ਆਹ ਸ਼ਬਦ ਜਿਹੜੇ ਕਾਲੀ ਸਿਆਹੀ 'ਚ ਲਿਖੇ ਹੋਏ ਨੇ ਇਹ ਅਲੋਪ ਕਿਉਂ ਹੋ ਗਏ। ਇਹ ਪੰਜਾਬੀ ਦੇ ਵਿੱਚ ਗੁਰੂ ਸਾਹਿਬ ਨੇ ਗੁਰਮੁਖੀ 'ਚ ਲਿਖ ਦਿੱਤੇ ਸਨ। ਇਹਨਾਂ ਦਾ ਅਲੋਪ ਹੋਣਾ ਕਿਸੇ ਨੂੰ ਔਰ ਸ਼ਬਦ ਦੀ ਕਿਤੇ ਵਰਤੋਂ ਆਉਂਦੀ ਹੈ ਸਾਨੂੰ ਪਤਾ ਨਹੀਂ। ਸਾਨੂੰ ਤਾਣ ਭਾਨ ਔਰ ਹਿਰਦਾ ਹੁੰਦਾ। ਤਾਣ ਤਾਕਤ, ਭਾਨ ਸੂਰਜ, ਧੇਨ ਗਾਂ, ਅਸ ਘੋੜਾ, ਅੱਜ ਬੱਕਰੀ, ਗੱਜ ਹਾਥੀ, ਸੂਆ ਤੋਤਾ, ਹੈ ਨਾ, ਸਹਸ 1000, ਪੰਕਜ ਚਿੱਕੜ। ਪੰਕਜ ਨੂੰ ਕਮਲ ਦੇ ਫੁੱਲ ਵਾਸਤੇ ਵੀ ਸ਼ਬਦ ਵਰਤਿਆ ਗਿਆ, ਦੋਨੋਂ ਉਹ ਵੀ ਚਿੱਕੜ 'ਚ ਹੁੰਦਾ। ਕੁਰੰਗ ਹਿਰਨ, ਸਵਾਨ ਪੂਛ ਜਿਉਂ ਭਇਓ ਨਾ ਸੂਧੋ, ਕੁੱਤਾ ਉੰਦਰ ਚੂਹਾ, ਅਜਗਰ ਪਾਈਥਨ ਇੱਕ ਖਾਸ ਕਿਸਮ ਦਾ ਸੱਪ, ਮਰਕਟ ਬਾਂਦਰ, ਕਰਹਲਾ ਊਠ। ਸੋ ਇਹ ਸ਼ਬਦ ਆਪਾਂ ਵੀ ਗੁਰੂ ਘਰ ਵਿੱਚ ਆਉਂਦੇ ਹਾਂ, ਬਾਣੀ ਸੁਣਦੇ ਹਾਂ, ਸਾਨੂੰ ਵੀ ਨਹੀਂ ਪਤਾ। ਜੇ ਸਾਨੂੰ ਨਹੀਂ ਪਤਾ, ਨਿਰਸੰਦੇਹ ਤੁਹਾਡਾ ਤੇ ਗੁਰੂ ਦੇ ਵਿਚਾਲੇ ਇੱਕ ਗੈਪ ਰਹਿ ਹੀ ਜਾਣਾ। ਤੁਹਾਨੂੰ ਗੱਲ ਸਮਝ ਹੀ ਨਹੀਂ ਆਉਣੀ ਕਿ ਤੁਹਾਨੂੰ ਕੀ ਗੱਲ ਕਹੀ ਜਾ ਰਹੀ ਹੈ। ਅੱਛਾ, ਇਹ ਸ਼ਬਦ ਪੜ੍ਹਨ ਦੇ ਲਈ ਸਾਨੂੰ ਕੋਈ ਵਿਸ਼ੇਸ਼ ਟਾਈਮ ਜ਼ਿੰਦਗੀ 'ਚ ਨਹੀਂ ਮਿਲਣਾ। ਢੰਗ ਤਰੀਕਾ ਇਹ ਅਪਣਾਉਣਾ ਪਵੇਗਾ ਕਿ ਜਦੋਂ ਬੱਚਿਆਂ ਨੂੰ ਅਸੀਂ ਦੁਨਿਆਵੀ ਵਿੱਦਿਆ ਦਿੰਦੇ ਹਾਂ, ਉਸੇ ਵਿੱਦਿਆ ਵਿੱਚ ਇਹ ਸ਼ਬਦ ਪੜ੍ਹਾ ਦਿੱਤੇ ਜਾਣ, ਵਰਨਾ ਇਹ ਤੁਹਾਨੂੰ ਤੇ ਮੈਨੂੰ, ਤੁਹਾਡੇ ਬੱਚਿਆਂ ਨੂੰ ਜਾਂ ਮੇਰੇ ਬੱਚਿਆਂ ਨੂੰ ਕਦੀ ਵਕਤ ਨਹੀਂ ਮਿਲਣਾ। ਉਹ ਚੜ੍ਹ ਚੱਕ ਕੇ ਕੋਸ਼ ਪੜ੍ਹਨਗੇ, ਕਿਸੇ ਨੇ ਨਹੀਂ ਪੜ੍ਹਨਾ। ਇਹ ਤਾਂ ਜਿਹੜੀ ਵਿੱਦਿਆ ਅਸੀਂ ਦੇ ਰਹੇ ਹਾਂ, ਉਸ ਵਿੱਦਿਆ ਨੂੰ ਇਸ ਢੰਗ ਨਾਲ ਦਿੱਤਾ ਜਾਵੇ ਕਿ ਜਿਹੜੀ ਦੁਨਿਆਵੀ ਵਿੱਦਿਆ ਉਹਨੂੰ ਦੇ ਰਹੇ ਹਾਂ, ਉਸ ਵਿੱਦਿਆ ਦੇ ਵਿੱਚ ਇਹ ਸ਼ਬਦਾਂ ਦਾ ਸੰਗ੍ਰਹਿ ਉਹਨਾਂ ਦੀ ਝੋਲੀ ਵਿੱਚ ਪਾ ਦਈਏ। ਅਤੇ ਜਦੋਂ ਗੁਰੂ ਪਿਤਾ ਜੀ ਦੀ ਗੱਲ ਸੁਣ ਅਤੇ ਫਿਰ ਸਿੱਧੀ ਅੰਦਰ ਜਾਵੇ, ਅਤੇ ਫਿਰ ਵਿਚਾਲੇ ਕੋਈ ਵਿਚੋਲਾ ਨਾ ਜਿਹੜਾ ਪਰਨਾਲਾ ਲਾ ਕੇ ਗੱਲ ਨੂੰ ਸੱਜੇ ਖੱਬੇ ਕਰ ਦੇਵੇ। ਸੋ ਇਸ ਕਰਕੇ ਇਹਨਾਂ ਸ਼ਬਦਾਂ ਦਾ ਵਿਦਿਆਰਥੀਆਂ ਨੂੰ ਗਿਆਨ ਦੇਣਾ ਅਤਿਅੰਤ ਲੋੜੀਂਦਾ। ਸੋ ਇਹ ਕੁਝ ਝਲਕ ਹੈ ਕਿਤਾਬਾਂ ਦੀ। ਸੋ ਅਸੀਂ ਜਿਹੜੇ ਬੁਲੰਦਪੁਰੀ ਸੰਗਤ ਉੱਥੇ ਮਿਲੀ ਸੀ ਸਾਨੂੰ ਪੰਜਾਬ 'ਚ, ਉੱਥੇ ਵੀ ਮੈਂ ਇਹਨਾਂ ਨੂੰ ਕੁਛ ਗੱਲਾਂ ਸਾਂਝੀਆਂ ਕੀਤੀਆਂ ਸਨ। ਹੁਣ ਅਤੇ ਮੈਂ ਇੱਕ ਵਾਰੀ ਫੇਰ ਜਿਨ੍ਹਾਂ ਨੇ ਪਹਿਲਾਂ ਗੱਲ ਸਰਵਣ ਵੀ ਕੀਤੀ ਹੈ ਅਤੇ ਉਸ ਨੂੰ ਤਾਜ਼ਾ ਹੋ ਜਾਵੇਗੀ। ਔਰ ਮੈਂ ਬੇਨਤੀ ਕਰੂੰਗਾ, ਦੋਹੇ ਹੱਥ ਬੰਨ੍ਹ ਕੇ, ਹਰਮੀਤ ਸਿੰਘ ਜੀ ਬੈਠੇ ਨੇ, ਹੋਰ ਪ੍ਰਬੰਧਕ ਸਕੂਲ ਦੇ ਬੈਠੇ ਨੇ, ਮੈਂ ਨਾਮ ਨਹੀਂ ਜਾਣਦਾ ਭਾਈ ਸਾਹਿਬ ਦਾ, ਹੁਣੇ ਗੱਲ ਹੋ ਰਹੀ ਸੀ, ਹਰਪ੍ਰਤਾਪ ਸਿੰਘ ਜੀ, ਅਤੇ ਮੇਰੀ ਦੋਹੇ ਹੱਥ ਜੋੜ ਕੇ ਬੇਨਤੀ ਹੈ। ਆਪਾਂ ਇਸ ਗੱਲ ਤੋਂ ਬਾਅਦ ਸਵਾਲ ਜਵਾਬ ਵੀ ਕਰਾਂਗੇ ਜਿੱਥੇ ਤੁਹਾਨੂੰ ਕੁਝ ਲੱਗੇ ਵੀ। ਸੋ ਇਸ 'ਤੇ ਫੋਕਸ ਕਰਨਾ, ਧਿਆਨ ਦੇਣਾ। ਅਤੇ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਇੱਥੋਂ ਦੇ ਸਕੂਲ ਵਿੱਚ ਨਹੀਂ, ਤੁਸੀਂ ਹੁਣ ਇੰਡੀਆ ਵੀ ਜਾਣਾ, ਤੁਹਾਨੂੰ ਫਿਰ ਸਾਰੀ ਸੰਗਤ ਬੁਲੰਦਪੁਰੀ ਜਿਹੜੀ ਹੈਗੀ ਹੈ ਜੁੜਦੀ ਆਪਸ, ਵੱਖ-ਵੱਖ ਦੇਸ਼ਾਂ ਵਿੱਚ ਤੁਹਾਡੇ ਸਕੂਲ ਨੇ, ਹਰ ਥਾਂ 'ਤੇ ਆਪਾਂ ਇਹਨੂੰ ਬਿਨਾਂ ਦੇਰੀ ਕੀਤਿਆਂ ਯਤਨ ਕਰੀਏ ਬੱਚਿਆਂ ਦੇ ਹੱਥਾਂ ਵਿੱਚ ਇਹ ਖਜ਼ਾਨਾ ਚਲਿਆ ਜਾਵੇ। ਅਤੇ ਇਹ ਹੈ ਪਹਿਲੀ ਪੁਸਤਕ ਗੁਰਮੁਖੀ ਅੱਖਰ ਗਿਆਨ। ਇਹ ਉਸੇ ਕਾਇਦੇ ਦੀ ਤਰਜ਼ ਦੇ ਉੱਤੇ ਆ ਜਿਹੜਾ ਕਾਇਦਾ ਈਸਟ ਇੰਡੀਆ ਕੰਪਨੀ ਨੇ 1858 ਵਿੱਚ ਪੰਜਾਬ ਦੇ ਘਰ ਘਰ ਵਿੱਚੋਂ ਤਲਾਸ਼ੀ ਲੈ ਕੇ ਸਾੜਿਆ, ਹੈ ਨਾ। ਇਹ ਬੇਸਿਕ ਹੈ, ਪ੍ਰਾਈਮਰ ਹੈ ਸਾਡਾ। ਊੜਾ ਉਰ ਆਪਾਂ ਊਠ ਪੜ੍ਹਾਉਂਦੇ ਹਾਂ ਨਾ, ਊਠ ਵੀ ਪੜ੍ਹਾਇਆ, ਥੱਲੇ ਲਿਖਿਆ ਹੋਇਆ ਹੈ। ਕਿਤਾਬਾਂ ਟਰਾਈਲਿੰਗੁਅਲ ਨੇ, ਤਿੰਨੋਂ ਭਾਸ਼ਾਵਾਂ ਦੇ ਵਿੱਚ ਨੇ। ਜਿਹੜੇ ਹਿੰਦੀ ਜਾਣਦੇ ਨੇ ਉੱਥੋਂ ਪੰਜਾਬੀ ਸਿੱਖ ਲੈਣਗੇ, ਅੰਗਰੇਜ਼ੀ ਜਾਣਦੇ ਆ ਉੱਥੋਂ ਪੰਜਾਬੀ ਸਿੱਖ ਲੈਣਗੇ। ਹਰ ਤਿੰਨੋਂ ਭਾਸ਼ਾਵਾਂ ਦੇ ਵਿੱਚ ਪ੍ਰੋਨਾਂਸੀਏਸ਼ਨ ਅਤੇ ਸ਼ਬਦ ਦਾ ਮੀਨਿੰਗ ਅਵੇਲੇਬਲ ਹੈ। ਅਧਿਆਪਕਾਂ ਨੂੰ ਕਿਤੇ ਜਾ ਕੇ ਮਿਹਨਤ ਕਰਨ ਦੀ ਲੋੜ ਨਹੀਂ ਕਿ ਪਤਾ ਹੀ ਨਹੀਂ ਲੱਗਣਾ ਕੀ ਹੈ। ਊਂਦਰ, ਹੈ ਨਾ, ਚੂਹਾ, ਅਸ ਘੋੜਾ, ਅੰਬ, ਅਰਦਾਸ, ਅਕਾਲ ਤਖਤ, ਸੱਸਾ ਸੂਆ, ਸੱਸਾ ਸਵਾਨ। ਅਸੀਂ ਯਤਨ ਕੀਤਾ ਥੋੜ੍ਹਾ ਜਿਹਾ ਉੱਧਰ ਨੂੰ ਬੱਚਿਆਂ ਨੂੰ ਲੈ ਤੁਰੀਏ। ਸੱਸਾ ਸੇਬ ਵੀ ਪੜ੍ਹਾਇਆ, ਸੱਸਾ ਸਲੇਟ ਵੀ ਪੜ੍ਹਾਈ ਹੈ, ਪਰ ਨਾਲ ਸੂਆ ਅਤੇ ਸਵਾਨ ਉਹ ਸ਼ਬਦ ਵੀ ਦਿੱਤਾ ਜੋ ਅਲੋਪ ਹੋ ਚੁੱਕਿਆ। ਕੱਕਾ ਕੜਾ, ਕੱਕਾ ਕੁੰਚਰ, ਕੱਕਾ ਕਾਰ, ਕੱਕਾ ਕੋਇਲ, ਹੈ ਨਾ, ਦਰ ਦਰਵਾਜ਼ਾ, ਦਾਦਰ ਡੱਡੂ, ਦਸਤਾਰ, ਦਾਤਰੀ, ਹੈ ਨਾ, ਰੋਜ਼ ਪੜ੍ਹਦੇ ਹਾਂ। ਪੰਕ ਜੋ ਮੋਹ ਪੱਗ ਨਹੀਂ ਚੱਲ ਹੈ ਨਾ। ਹੁਣ ਜਿਹੜੇ ਬੱਚੇ ਨੇ ਇੱਥੋਂ ਕਿਤਾਬ ਪੜ੍ਹੀ ਹੈ, ਪੱਪਾ ਪੱਗ ਥੱਲੇ ਪੱਪਾ ਪੰਕਜ। ਹੁਣ ਜਦੋਂ ਪੰਕਤੀ ਪੜ੍ਹੇਗਾ ਰਹਿਰਾਸ ਦੇ ਪਾਠ ਵਿੱਚ, ਤਾਂ ਗੱਲ ਸਮਝ ਆਵੇਗੀ। ਜੇ ਗੱਲ ਸਮਝ ਆਵੇਗੀ ਸੁਰਤ ਆਪੇ ਖੜ੍ਹ ਜਾਵੇਗੀ। ਜੇ ਗੱਲ ਹੀ ਨਹੀਂ ਸਮਝ ਆਉਂਦੀ, ਸੁਰਤ ਦਾ ਕੀ ਕਸੂਰ ਹੈ ਨਾ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਸੁਰਤ ਦਾ ਚੇਲਾ ਉਦੋਂ ਹੀ ਬਣੂਗੀ ਨਾ ਜਦੋਂ ਉਹਨੂੰ ਗੱਲ ਦੀ ਕੋਈ ਸਮਝ ਹੋਵੇਗੀ। ਸੋ ਸਮਝ ਦੇਣ ਲਈ ਇਹ ਗਿਆਨ ਜ਼ਰੂਰੀ ਹੈ। ਫੱਫਾ ਫਤਿਹ, ਭਾਈ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਨਿਸ਼ਾਨ ਲਹਿਰਾਉਂਦੇ ਹੋਏ ਲਾਲ ਕਿਲ੍ਹੇ ਦੇ ਉੱਤੇ। ਸੋ ਇਹ ਅਗਲੀ ਦੂਸਰੀ ਕਿਤਾਬ ਹੈ ਜਿਹਦੇ ਅਸੀਂ ਅੱਖਰ ਲਿਖਣੇ ਸਿਖਾਉਣੇ ਹੈ। ਹੁਣ ਊੜਾ, ਐੜਾ, ਈੜੀ ਲਿਖਣਾ ਕਿਵੇਂ ਹੈ। ਸੋ ਪਹਿਲਾਂ ਗੁਰਮੁਖੀ ਲਿਖਣ ਤੋਂ ਪਹਿਲਾਂ ਡੰਡੀਆਂ ਕਿਵੇਂ ਖਿੱਚਣੀਆਂ ਨੇ, ਘੁੰਡੀਆਂ ਕਿਵੇਂ ਮਰੋੜਨੀਆਂ ਨੇ, ਕੁਝ ਅੰਗ ਉਹਦੇ ਉੱਤੇ ਨੇ। ਫਿਰ ਗੁਰਮੁਖੀ ਲਿਖਣ ਲੱਗਿਆਂ ਕੁਝ ਖਾਸ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੁੰਦਾ ਹੈ। ਕਈ
ਕਾਮਨ ਐਰਰਸ ਇੰਨੀਆਂ ਪ੍ਰਚਲਿਤ ਹੋ ਗਈਆਂ ਨੇ, ਮੈਂ ਹੈਰਾਨ ਹਾਂ। ਪੰਜਾਬੀ ਦੀ MA ਕੀਤੇ ਵਿਦਿਆਰਥੀ ਵੀ ਉਹਨਾਂ ਗਲਤੀਆਂ ਨੂੰ ਕਰ ਰਹੇ ਨੇ। ਐੜਾ ਲਿਖਣਾ ਹੈ, ਥੱਲੇ ਘੁੰਡੀ ਮਰੋੜਦੇ ਆ ਨਾ, ਉਹਦੇ ਨਾਲ ਮੋਰੀ ਵੀ ਬਣਾ ਦਿੰਦੇ ਆ। ਸੱਸਾ ਲਿਖਦੇ ਆ, ਉਹਦੀ ਵੀ ਮੋਰੀ ਬਣਾ ਦਿੰਦੇ ਆ। ਮੰਮਾ ਲਿਖਦੇ ਆ, ਉਹਦੀ ਵੀ ਮੋਰੀ ਬਣਾ ਦਿੰਦੇ ਆ। ਨਾ ਐੜੇ ਦੇ ਥੱਲੇ ਮੋਰੀ ਹੈ, ਨਾ ਸੱਸੇ ਥੱਲੇ ਮੋਰੀ ਹੈ, ਨਾ ਮੰਮੇ ਥੱਲੇ ਮੋਰੀ ਹੈ। ਮੇਹਰ ਸਿੰਘ ਲਿਖਣਾ ਹੋਵੇ, ਥੱਲੇ ਮੰਮੇ ਦੀ ਮੋਰੀ ਬਣਾਵਾਂਗੇ। ਸੋਹਣ ਸਿੰਘ ਸੱਸੇ ਦੀ ਬਣਾਵਾਂਗੇ। ਸੋ ਇਹ ਨਹੀਂ ਹਨ। ਸੋ ਉਹ ਕਾਮਨ ਐਰਰਸ ਦੱਸੀਆਂ ਨੇ। ਪੰਜਾਬੀ ਲਿਖਣਾ ਕਿਵੇਂ ਹੈ, ਪੰਜਾਬੀ ਲਿਖਣ ਲਈ ਪਹਿਲਾਂ ਕਿਹੜੇ ਅੱਖਰ ਸਿਖਾਉਣੇ ਆ, ਫਿਰ ਕਿਵੇਂ ਚੱਲਣਾ। ਸੋ ਅੱਖਰ ਨੇ ਕਿਵੇਂ ਮੂਵ ਕਰਨਾ ਹੈ, ਕਲਮ ਨੇ, ਅਤੇ ਅੱਖਰ ਮੁਕੰਮਲ ਕਿਵੇਂ ਕਰਨਾ। ਔਰ ਇਸ ਕਿਤਾਬ ਵਿੱਚ ਇੱਕ ਇੱਕ ਅੱਖਰ ਹੋਰ, ਉਸ ਇੱਕ ਇੱਕ ਅੱਖਰ ਦੇ ਉੱਤੇ ਇੱਕ ਇੱਕ ਸ਼ਬਦ ਹੋਰ ਊੜਾ ਉਜਾਗਰੀ ਆੜਾ ਅਜਗਰ ਬੱਚਿਆਂ ਨੂੰ ਦਿੱਤਾ। ਸੋ ਇਸ ਢੰਗ ਨਾਲ ਇਹ ਸਾਰੀ 35 ਦੇ ਉੱਤੇ ਅੱਖਰ ਲਿਖਣੇ ਔਰ ਅੱਖਰਾਂ 'ਤੇ ਇੱਕ ਇੱਕ ਨਵਾਂ ਸ਼ਬਦ ਉਹਦੀ ਵੋਕੈਬਲਰੀ ਦੇ ਵਿੱਚ ਐਡ ਕੀਤਾ। ਸੋ ਮੈਂ ਤੁਹਾਨੂੰ ਸਿਰਫ ਝਲਕ ਦੇ ਰਿਹਾ। ਇਸ ਕਿਤਾਬ ਵਿੱਚੋਂ 2 ਸਲਾਈਡਸ ਤੁਹਾਨੂੰ ਦਿਖਾਈਆਂ ਨੇ। ਅਗਲੀਆਂ 4 ਕਿਤਾਬਾਂ ਨੇ ਪੰਜਾਬੀ ਅਭਿਆਸ ਪੁਸਤਕਾਂ ਭਾਗ 1, 2, 3, 4। ਇਹਨਾਂ ਦੇ ਵਿੱਚ ਅਸੀਂ ਸਾਰੀਆਂ ਮਾਤਰਾਵਾਂ ਦਿੱਤੀਆਂ ਨੇ। ਮੁਕਤਾ ਸਿਖਾਉਣਾ ਹੈ। ਘੱਗਾ ਰਾਰਾ ਘਰ, ਕੱਕਾ ਰਾਰਾ ਘਰ, ਪੱਪਾ ਗੱਗਾ ਪੱਗ, ਹੈ ਨਾ। ਨਾਲ ਆੜਾ ਜੱਜਾ ਅੱਜ ਬੱਕਰੀ ਹੁੰਦੀ ਹੈ। ਗੱਗਾ ਜੱਜਾ ਗੱਜ ਹਾਥੀ ਹੁੰਦਾ। ਸਲਲ ਪਾਣੀ ਹੁੰਦਾ। ਦਰ ਬਲ ਬਨ ਸੱਦ ਜਨ ਗਣ, ਇਹ ਸਾਰੇ ਸ਼ਬਦ ਗੁਰਬਾਣੀ ਵਿੱਚੋਂ ਨੇ। ਅਜਬ, ਅਸਲ, ਅਚਲ, ਸਬਰ, ਸਹਸ। ਸਾਨੂੰ ਬਹੁਤਿਆਂ ਦੇ ਮਤਲਬ ਨਹੀਂ ਪਤਾ ਹੋਣੇ, ਪਰ ਘਬਰਾਉਣ ਦੀ ਲੋੜ ਨਹੀਂ, ਥੱਲੇ ਲਿਖੇ ਹੋਏ ਨੇ ਸਾਰੇ। ਇਹ ਜ਼ਰੂਰੀ ਹੈ। ਅਤੇ ਕਈ ਵਾਰੀ ਆਪਾਂ ਇਹ ਸੋਚਦੇ ਹਾਂ ਵੀ ਇਹ ਸ਼ਬਦ ਬੜੇ ਔਖੇ ਨੇ, ਸਾਨੂੰ ਨਹੀਂ ਆਉਂਦੇ, ਬੱਚੇ ਕਿਵੇਂ ਕਰਨਗੇ। ਛੱਡੋ ਜੀ, ਇਹ ਤਾਂ ਪੰਜਾਬੀ ਉੱਦਾਂ ਹੀ ਸਿੱਖ ਲੈਣ, ਉਹ ਵੀ ਬੜੀ ਵੱਡੀ ਗੱਲ ਹੈ। ਇਹ ਸਾਡੀ ਹਾਰੀ ਹੋਈ ਮਾਨਸਿਕਤਾ ਹੈ। ਇਹੀ ਲੈਟਨਰ ਚਾਹੁੰਦਾ ਸੀ। ਉਹਨੇ ਵੀ ਇਹ ਕੰਮ ਓਵਰਨਾਈਟ ਨਹੀਂ ਸੀ ਕਰ ਲਿਆ। ਉਹ ਕਹਿੰਦਾ ਮੈਨੂੰ 33 ਸਾਲ ਲੱਗ ਗਏ, ਅਤੇ ਤੁਹਾਨੂੰ ਵੀ 33 ਲੱਗਣਗੇ ਹੁਣ ਰਿਵਾਈਵ ਕਰਨ ਨੂੰ। ਮਤ ਜਾਣਿਓ ਕਿ ਅੱਜ ਹੀ ਕਰ ਲੈਣਗੇ। ਸ਼ੁਰੂ ਕਰਨਾ ਪਊਗਾ, ਚੱਲਣਾ ਪਊਗਾ। ਕੁਛ ਨਹੀਂ ਔਖਾ। ਬੱਚੇ ਸਪੈਨਿਸ਼ ਨਹੀਂ ਸਿੱਖ ਲੈਂਦੇ, ਬੱਚੇ ਦੂਜੀਆਂ ਭਾਸ਼ਾਵਾਂ ਨਹੀਂ ਸਿੱਖ ਲੈਂਦੇ, ਤੁਹਾਨੂੰ ਆਉਂਦੀਆਂ ਨੇ। ਅਸੀਂ ਗੁਰਮਤਿ ਦੇ ਪੱਖ 'ਚੋਂ ਇੰਨੀ ਮਾਨਸਿਕਤਾ ਹਾਰ ਚੁੱਕੀ ਹੋਈ ਹੈ, ਇਹ ਨਹੀਂ ਕਰ ਸਕਦੇ, ਇਹ ਔਖਾ ਆ। ਕੀ ਜੋ ਤੁਹਾਡੇ ਬੱਚਿਆਂ ਨੂੰ ਆਉਂਦਾ ਤੁਹਾਨੂੰ ਸਾਰਾ ਕੁਝ ਆਉਂਦਾ? ਤੁਹਾਡੇ ਕੋਲੋਂ ਸਿੱਖੇ ਨੇ ਉਹ? ਨਹੀਂ। ਜੋ ਬੱਚਿਆਂ ਨੂੰ ਆਉਂਦਾ ਸਾਨੂੰ ਉਹਦਾ 10ਵਾਂ ਹਿੱਸਾ ਵੀ ਨਹੀਂ ਆਉਂਦਾ। ਮਾਹੌਲ ਤਾਂ ਦਿਓ। ਲੋਕ ਉਹਨਾਂ ਨੂੰ ਮਾਹੌਲ ਦੇ ਰਹੇ ਨੇ ਅਤੇ ਆਪਣਾ ਸਿਖਾ ਰਹੇ ਨੇ। ਤੁਸੀਂ ਉਹਨਾਂ ਨੂੰ ਮਾਹੌਲ ਹੀ ਨਹੀਂ ਦੇਣਾ ਚਾਹੁੰਦੇ ਵੀ ਇਹ ਤਾਂ ਔਖਾ ਆ। ਸੋ ਇਹ ਹਾਰੀ ਹੋਈ ਮਾਨਸਿਕਤਾ ਤੋਂ ਆਪਣੇ ਆਪ ਨੂੰ ਬਾਹਰ ਕੱਢੀਏ। ਕਈ ਵਾਰੀ ਮੈਨੂੰ ਲੋਕ ਕਹਿ ਦਿੰਦੇ ਨੇ ਵੀ ਇਹ ਸਰਕਾਰੀ ਸਕੂਲਾਂ 'ਚ ਕਿਵੇਂ ਪੜ੍ਹਾਵਾਂਗੇ, ਸਾਨੂੰ ਆਹ ਦੇਖਣਾ ਪਊਗਾ। ਉਹ ਆਪਾਂ ਗੋਲੀ ਮਾਰਦੇ ਪਏ ਕਿਸੇ ਦੇ। ਆਪਾਂ ਵੋਕੈਬਲਰੀ ਪੜ੍ਹਾ ਰਹੇ ਹਾਂ ਯਾਰ, ਇਹ 'ਚ ਕਿਹੜੀ ਗੱਲ ਹੈ। ਇਹ ਤਾਂ ਸਿੱਖਾਂ ਦਾ ਹੋ ਗਿਆ। ਸਿੱਖਾਂ ਦਾ ਕੀ ਹੋ ਗਿਆ? ਬਰਟਲੈਂਡ ਰਸਲ ਕਹਿੰਦਾ ਸਿੱਖਾਂ ਦਾ ਇਹ ਗੁਨਾਹ ਕਦੀ ਮਾਫ ਨਹੀਂ ਕੀਤਾ ਜਾ ਸਕਦਾ। ਸਿੱਖ ਸਮਝਦੇ ਨੇ ਕੋਈ ਧਾਰਮਿਕ ਗ੍ਰੰਥ ਹੈ। ਉਹ ਕਹਿੰਦਾ ਇਹ ਤਾਂ ਹਿਊਮੈਨਿਟੀ ਨੂੰ ਜ਼ਿੰਦਗੀ ਜਿਉਣ ਦੀ ਇੱਕ ਦਿਸ਼ਾ ਦੇ ਰਿਹਾ। ਬਰਟਲੈਂਡ ਰਸਲ ਇੱਕ ਨੋਬਲ ਲਾਰੇਟ ਹੈ ਔਰ ਉਹਨੇ ਦੁਨੀਆ ਦੇ ਵੱਖ-ਵੱਖ ਧਰਮਾਂ ਦੇ ਖਿਲਾਫ ਬਹੁਤ ਲਿਖਿਆ, ਬੜੀ ਲਾਂਭੂ ਕੀਤੀ ਹੈ। ਅਤੇ ਉਹ ਉਸੇ ਹੀ ਸ਼ੌਂਕ ਦੇ ਵਿੱਚ ਗੁਰੂ ਗ੍ਰੰਥ ਵੱਲ ਵਧਿਆ ਕਿ ਇੱਥੇ ਵੀ ਮੈਂ ਆਪਣੀ ਵਿਦਵਤਾ ਦਿਖਾਊਂਗਾ ਕਿ ਕੁਛ ਨਹੀਂ ਹੈਗਾ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਲੱਗਿਆ, ਉਹ ਆਸ਼ੀਸ਼ ਕਰਦਾ ਗਿਆ। ਕਹਿੰਦਾ ਜੋ ਮੈਂ ਚਾਹੁੰਦਾ ਉਹੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਪਿਆ। ਅਤੇ ਫਿਰ ਕਹਿੰਦਾ ਸਿੱਖਾਂ ਨੂੰ, ਕਹਿੰਦਾ ਲਾਹਨਤ ਹੈ ਤੁਹਾਨੂੰ, ਤੁਸੀਂ ਪਾਪੀ। ਉਹਦੇ ਸ਼ਬਦ ਨੇ। ਕਹਿੰਦਾ ਸਿੱਖਾਂ ਦਾ ਪਾਪ ਬਖਸ਼ਣ ਜੋਗਾ ਨਹੀਂ ਗਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਮੈਂ ਨੋਬਲ ਲਾਰੇਟ ਆ, ਮੈਨੂੰ ਹੀ ਨਹੀਂ ਪਤਾ ਵੀ ਗੁਰੂ ਗ੍ਰੰਥ ਕੀ ਕਹਿੰਦੇ ਨੇ, ਲੋਕਾਂ ਨੂੰ ਤੁਸੀਂ ਕੀ ਦੱਸੋਗੇ। ਸੋ ਮਤ ਜਾਣਿਓ ਕਿ ਇਹ ਧਰਮ ਦੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਦੀ ਗੱਲ ਇੱਕ ਬਹੁਤ ਵੱਡੀ ਗੱਲ ਹੈ। ਧਰਮ ਵੀ ਨਿਰਸੰਦੇਹ। ਧਰਮ ਕੀ ਹੁੰਦਾ ਹੈ? ਪਹਿਲਾਂ ਸਾਨੂੰ ਧਰਮ ਦੇ ਅਰਥ ਨਹੀਂ ਪਤਾ, ਆਪਾਂ ਉਹ ਉੱਧਰ ਨੂੰ ਤੁਰਦੇ ਹੀ ਨਹੀਂ। ਧਰਮ ਤਾਂ ਇੱਕ ਨਿਯਮ ਹੁੰਦਾ ਹੈ, ਇੱਕ ਮਰਿਆਦਾ ਹੁੰਦੀ ਹੈ। ਅਤੇ ਗੁਰੂ ਗ੍ਰੰਥ ਦਾ ਨਿਯਮ ਕੀ ਹੈ? ਕੁਦਰਤ ਦੀ ਮਰਿਆਦਾ। ਗੁਰੂ ਗ੍ਰੰਥ ਦੀ ਆਪਣੀ ਕੋਈ ਵੀ ਮਰਿਆਦਾ ਨਹੀਂ, ਰਜਾ ਵਿੱਚ ਰਹਿਣ ਦੀ ਮਰਿਆਦਾ ਹੈ। ਸੋ ਗੁਰੂ ਗ੍ਰੰਥ ਸਾਹਿਬ ਜਿਵੇਂ ਬਾਇਓਲੋਜੀ ਹੈ, ਕੈਮਿਸਟਰੀ ਹੈ, ਸੋਸ਼ੀਓਲੋਜੀ ਹੈ, ਜਿਵੇਂ ਇਹ ਵਿਸ਼ੇ ਪੜ੍ਹਨ ਲੱਗਿਆ ਕੋਈ ਇਹ ਨਹੀਂ ਪੁੱਛਦਾ ਇਹ ਸਿੱਖਾਂ ਨੂੰ ਪੜ੍ਹਾਉਣਾ ਕਿ ਹਿੰਦੂਆਂ ਨੂੰ ਪੜ੍ਹਾਉਣਾ। ਕਦੀ ਕਿਸੇ ਨੇ ਕਿਹਾ ਵੀ ਆਹ ਬਾਇਓਲੋਜੀ ਆਹ ਮੁਸਲਮਾਨਾਂ ਨੂੰ ਨਹੀਂ ਪੜ੍ਹਾਉਣੀ, ਆਹ ਫਿਜ਼ਿਕਸ ਸਿੱਖਾਂ ਨੂੰ ਨਹੀਂ ਪੜ੍ਹਾਉਣੀ। ਸਾਰਿਆਂ ਵਿੱਚ ਸਾਂਝੀ ਹੁੰਦੀ ਹੈ ਨਾ। ਅਤੇ ਗੁਰਬਾਣੀ ਤਾਂ ਸਾਰੇ ਵਿਗਿਆਨ ਦੀ ਮਾਂ ਆ। ਇੱਥੇ ਅਸੀਂ ਅੱਛਾ ਦੂਜੇ ਲੋਕ ਨਹੀਂ ਸਵਾਲ ਖੜ੍ਹਾ ਕਰਦੇ, ਸਿੱਖ ਹੀ ਖੜ੍ਹਾ ਕਰਦੇ। ਤਾਂ ਇਹ ਸਿੱਖਾਂ ਦੀ ਆ, ਦੂਜੇ ਕੀ ਕਹਿਣਗੇ, ਆ ਕੀ ਪੜ੍ਹਾਈ ਜਾਂਦੇ ਹੋ। ਉਹ ਭਲਿਓ ਪੁਰਸ਼ੋ, ਇਹ ਤਾਂ ਮਾਂ ਹੈ ਗਿਆਨ ਦੀ। ਇਹ ਗਿਆਨ ਦਾ ਮਹਾਸਾਗਰ ਹੈ। ਗੁਰੂ ਗ੍ਰੰਥ ਸਾਹਿਬ 'ਚ ਕੈਮਿਸਟਰੀ ਲਿਖੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਸੋਸ਼ੀਓਲੋਜੀ ਲਿਖੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਇਕਨੋਮਿਕਸ ਦੇ ਫੰਡਾਮੈਂਟਲ ਜਿਹੜੇ ਰੂਲਸ ਨੇ ਉਹ ਗੁਰੂ ਗ੍ਰੰਥ ਸਾਹਿਬ 'ਚ ਰਚੇ ਹੋਏ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬੜੇ ਹੌਲੇ ਲੈਵਲ 'ਤੇ ਲੈ ਜਾਂਦੇ ਹਾਂ।
ਗੁਰੂ ਗ੍ਰੰਥ ਸਾਹਿਬ ਤਾਂ ਗਿਆਨ ਦੇ ਮਹਾਸਾਗਰ ਨੇ, ਇਹ ਕਿਸੇ ਇੱਕ ਫਿਰਕੇ ਵਾਸਤੇ ਨਹੀਂ ਲਿਖੇ ਗਏ। ਸੋ ਇਹ ਇੱਥੋਂ ਆਪਣੇ ਆਪ ਨੂੰ ਬਾਹਰ ਕੱਢੀਏ। ਮੈਂ ਤਾਂ ਹਰਮੀਤ ਸਿੰਘ ਵੀਰ ਜੀ ਬੈਠਿਆਂ ਨੂੰ ਕਹੂੰਗਾ ਵੀ ਇਹ ਚਾਰਟਰਡ ਸਕੂਲਾਂ ਦੇ ਵਿੱਚ ਵੀ ਜਿਗਰਾ ਰੱਖੀਏ, ਇਹਨੂੰ ਤਕੜਿਆਂ ਹੋ ਕੇ ਜਿੱਥੇ ਕੁਝ ਅਮੈਂਡਮੈਂਟਸ ਦੀ ਲੋੜ ਆ ਉਹ ਨਿਰਸੰਦੇਹ ਹੋ ਜਾਣੀਆਂ ਚਾਹੀਦੀਆਂ ਨੇ, ਬਟ ਆਪਣੇ ਅੰਦਰ ਆਪਣੀ ਵਿਲ ਪਾਵਰ ਤਾਂ ਲਿਆਓ, ਅਸੀਂ ਉੱਥੇ ਵੀ ਇਹਨਾਂ ਨੂੰ ਪੜ੍ਹਾਵਾਂਗੇ। ਪੜ੍ਹਾਉਣੀ ਜ਼ਰੂਰੀ ਹੈ, ਤਾਂ ਹੀ ਅਸੀਂ ਇਨਕਲਾਬ ਵੱਲ ਵੱਧ ਸਕਦੇ ਹਾਂ, ਨਹੀਂ ਤਾਂ ਅਸੀਂ ਫਿਰ ਕਿਸੇ ਹੋਰ ਹੀ ਘੁੰਮਣ ਘੇਰੀ ਵਿੱਚ ਫਸੇ ਰਵਾਂਗੇ। ਸੋ ਮੁਕਤਾ ਮਹਾਰਨੀ 2 ਅੱਖਰੀ ਸ਼ਬਦ, 3 ਅੱਖਰੀ ਸ਼ਬਦ, 4 ਅੱਖਰੀ, ਬਹੁਤ ਐਕੈਡੈਮਿਕ ਐਂਗਲ ਤੋਂ ਇਹ ਪੁਸਤਕਾਂ ਤਿਆਰ ਹੋਈਆਂ ਨੇ। ਹੁਣ ਸੈਂਟੈਂਸ ਹੈ, ਬੱਚੇ ਨੂੰ ਆਪਾਂ ਜਦੋਂ ਪੰਜਾਬੀ ਸਿਖਾਉਣ ਤੋਂ ਬਾਅਦ, ਮਾਤਰਾਵਾਂ ਸਿਖਾਉਣ ਤੋਂ ਬਾਅਦ ਅੱਖਰ ਜੋੜ ਵੱਲ ਨੂੰ ਵਧਾਂਗੇ ਨਾ, ਅਸੀਂ ਪਹਿਲਾ ਸੈਂਟੈਂਸ ਬੱਚੇ ਨੂੰ ਮੁਕਤੇ ਦਾ ਕੀ ਪੜ੍ਹਾ ਰਹੇ ਹਾਂ? ਸਬਰ ਕਰ। ਤੇ ਅਸੀਂ ਸਮਝਦੇ ਹਾਂ ਵੀ ਜੇ ਕਿਤੇ ਇਹ ਗੱਲ ਹੀ ਪੜ੍ਹਾ ਦਿੱਤੀ ਨਾ, ਸਬਰ ਕਰ, ਸਾਰਾ ਹੀ ਕੰਮ ਹੋ ਗਿਆ, ਸਾਰਾ ਹੀ ਕੰਮ ਹੋ ਗਿਆ। ਸਬਰ ਹੀ ਤਾਂ ਹੈ ਨਹੀਂ ਆਪਣੇ ਕੋਲੇ, ਸਾਰਾ ਸਿਆਪਾ ਹੀ ਸਬਰ ਦਾ। ਭਰਾ ਦਾ ਸਿਰ ਕਾਹਤੇ ਪਾੜਦਾ? ਸਬਰ ਨਹੀਂ ਨਾ ਹੈਗਾ। ਗੁਰਦੁਆਰਿਆਂ 'ਚ ਲੜਾਈਆਂ ਕਿਉਂ ਹੁੰਦੀਆਂ ਨੇ? ਸਬਰ ਨਹੀਂ ਨਾ ਹੈ। ਦੇਸ਼ਾਂ ਦੀਆਂ ਲੜਾਈਆਂ ਕਿਉਂ ਹੁੰਦੀਆਂ ਨੇ? ਸਬਰ ਨਹੀਂ ਨਾ ਹੈ। ਸਾਰਾ ਸਿਆਪਾ ਹੀ ਸਬਰ ਦੀ ਅਣਹੋਂਦ ਦਾ ਹੈ। ਅਸੀਂ ਸੈਂਟੈਂਸ ਹੀ ਪਹਿਲਾਂ ਇਹ ਪੜ੍ਹਾ ਰਹੇ ਹਾਂ ਵੀ ਸਬਰ ਕਰ। ਫਾਲ ਛਕ ਮਰਕਟ ਫੜ, ਮਸਤਕ ਧਰ ਚਰਨ ਪਰਸ, ਕਸਰਤ ਕਰ ਕਲਮ ਫੜ, ਸਬਕ ਸਰਵਣ ਕਰ, ਹੈ ਨਾ, ਹਰਦਮ ਭਜਨ ਕਰ, ਤਨ ਮਨ ਧਨ ਅਰਪਣ ਕਰ, ਜਨਮ ਸਫਲ ਕਰ। ਮੈਂ ਗੁਰਬਾਣੀ ਨਹੀਂ ਪੜ੍ਹਾ ਰਿਹਾ, ਮੈਂ ਤਾਂ ਮੁਕਤਾ ਪੜ੍ਹਾ ਰਿਹਾ। ਮੁਕਤਾ ਪੜ੍ਹਾਉਣ ਦਾ ਢੰਗ ਬਦਲਣਾ ਪੈਣਾ ਕਿ ਮੁਕਤਾ ਪੜ੍ਹਾਉਂਦਿਆਂ ਹੀ ਮੈਂ ਗੱਲ ਕਰ ਦਿੱਤੀ ਕਿ ਹਰਦਮ ਭਜਨ ਕਰ, ਤਨ ਮਨ ਧਨ ਅਰਪਣ ਕਰ। ਮੈਂ ਕੋਈ ਗੁਰਬਾਣੀ ਨਹੀਂ ਪੜ੍ਹਾ ਰਿਹਾ, ਮੈਂ ਤਾਂ ਮੁਕਤਾ ਪੜ੍ਹਾ ਰਿਹਾ ਅਤੇ ਮੈਂ ਮੁਕਤਾ ਪੜ੍ਹਾਊਂਗਾ। ਮੈਨੂੰ ਮੁਕਤਾ ਪੜ੍ਹਾਉਣ ਤੋਂ ਕੋਈ ਕਿਉਂ ਰੋਕੂਗਾ? ਵੀ ਕਿਉਂ ਰੋਕੂਗਾ ਕੋਈ? ਮੈਨੂੰ ਚਾਰਟਰਡ ਸਕੂਲ 'ਚ ਕਿਉਂ ਰੋਕੂਗਾ? ਮੈਨੂੰ ਮੁਕਤਾ ਪੜ੍ਹਾਉਣ ਤੋਂ ਰੋਕੂਗਾ ਕੋਈ? ਨਹੀਂ ਰੋਕੂਗਾ। ਮੈਂ ਆਪ ਹੀ ਰੁਕ ਰਿਹਾ। ਮੇਰਾ ਆਪਣਾ ਹਾਰੀ ਹੋਈ ਮਾਨਸਿਕਤਾ ਮੇਰੇ ਰਾਹ ਦਾ ਰੋੜਾ ਬਣਦੀ ਪਈ ਹੈ। ਮੈਨੂੰ ਠੁੱਡ ਮਾਰ ਕੇ ਆਪਣੀ ਮਾਨਸਿਕਤਾ ਨੂੰ ਗੁਰੂ ਨਾਨਕ ਦੇ ਚਰਨਾਂ ਵਿੱਚ ਸੁੱਟਣਾ ਪੈਣਾ ਕਿ ਰੱਬਾ ਮੇਰੀ ਮਾਨਸਿਕਤਾ ਨੂੰ ਚੱਕ, ਮੇਰਾ ਸਹਾਰਾ ਬਣ। ਸੋ ਸਾਨੂੰ ਐਕੈਡੈਮਿਕ ਐਂਗਲ ਦੇਖੋ। ਤੁਸੀਂ ਇੱਕ ਗੱਲ ਨੂੰ ਸੋਚੋ, ਗੁਰੂ ਨਾਨਕ ਸਾਹਿਬ ਜਦੋਂ ਬਾਹਰ ਨਿਕਲੇ ਤਾਂ ਕੀ ਉਹ ਦੁਨੀਆ 'ਚ ਜਾ ਕੇ ਸਿੱਖਾਂ ਦੇ ਘਰਾਂ 'ਚ ਲੱਭ ਕੇ ਗਏ ਵੀ ਸਿੱਖ ਕਿੱਥੇ ਵੱਸਦੇ ਆ? ਮੈਂ ਸੋਚੂ ਨਾ ਇਸ ਗੱਲ ਨੂੰ। ਜਦੋਂ ਗੁਰੂ ਨਾਨਕ ਸਾਹਿਬ ਨੇ ਵਿੱਦਿਆ ਦੇਣੀ ਸੀ ਨਾ, ਜਦੋਂ ਗੁਰੂ ਨਾਨਕ ਸਾਹਿਬ ਨੇ ਵਿੱਦਿਆ ਦਿੱਤੀ ਤਾਂ ਕਿ ਉਹ ਉਦਾਸੀਆਂ 'ਚ ਸਿੱਖਾਂ ਦੇ ਘਰਾਂ ਦੀਆਂ ਨੇਮ ਪਲੇਟਾਂ ਲੱਭਦੇ ਵੀ ਸਿੱਖ ਕਿੱਥੇ, ਮੈਂ ਉਹਦੇ ਘਰ ਚਲੇ ਜਾਵਾਂ। ਉਹਦਾ ਠੱਗਾਂ ਨੂੰ ਲੱਭਦੇ ਸੀ, ਚੋਰਾਂ ਨੂੰ ਲੱਭਦੇ ਸੀ, ਉਹਨਾਂ ਨੂੰ ਜਾ ਕੇ ਗੁਰਬਾਣੀ ਪੜ੍ਹਾਉਂਦੇ ਸੀਗੇ। ਸੱਜਣ ਠੱਗ ਕੋਲੇ, ਕੋਡੇ ਰਾਖਸ਼ ਕੋਲੇ, ਵਲੀ ਕੰਧਾਰੀ ਕੋਲੇ, ਕਿੱਥੇ ਨਹੀਂ ਗਏ ਉਹ। ਮਤਲਬ ਕਿ ਸਾਨੂੰ ਵੀ ਇਹ ਗੱਲ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਅਸੀਂ ਆਪਣੀ ਗੱਲ ਨੂੰ ਇਸ ਪਰਸਪੈਕਟਿਵ ਵਿੱਚ ਲੈਣਾ ਹੈ। ਗੁਰੂ ਸਾਹਿਬ ਦੇਖੋ ਹਰਿਦੁਆਰ ਜਾਂਦੇ ਨੇ, ਪੂਰਬ ਵੱਲ ਨੂੰ ਪਿੱਠ ਕਰ ਲੈਂਦੇ ਨੇ। ਗੁਰੂ ਸਾਹਿਬ ਮੱਕੇ ਜਾਂਦੇ ਨੇ, ਪੱਛਮ ਵੱਲ ਨੂੰ ਪੈਰ ਕਰ ਲੈਂਦੇ ਨੇ। ਇਹ ਕੀ ਹੈ? ਇਹ ਗੱਲ ਇਹ ਹੈ ਕਿ ਗੁਰੂ ਨਾਨਕ ਦੀ ਗੱਲ ਮੁਸਲਮਾਨਾਂ ਵਾਸਤੇ ਵੀ ਹੈ, ਗੁਰੂ ਨਾਨਕ ਦੀ ਗੱਲ ਹਿੰਦੂਆਂ ਵਾਸਤੇ ਵੀ ਹੈ। ਕੀ ਹਰਿਦੁਆਰ 'ਚ ਲੋਕਾਂ ਨੇ ਗੁਰੂ ਨਾਨਕ ਨੂੰ ਨਮਸਕਾਰ ਨਹੀਂ ਕੀਤੀ? ਜਦੋਂ ਡਾਇਲੋਗ ਹੋਇਆ ਉਹਨਾਂ ਨੂੰ, ਉਹ ਹਾਰ ਗਏ। ਜਦੋਂ ਸਾਹਿਬ ਕਹਿੰਦੇ ਨੇ ਤੁਸੀਂ ਆਪਣੇ ਉਹ ਕਰੋੜਾਂ ਸੂਰਜ ਨੂੰ ਮੀਲ ਦੂਰ ਪਾਣੀ ਦੇ ਜਾਂਦੇ ਹੋ, ਮੇਰੇ ਤਾਂ ਕਰਤਾਰਪੁਰ ਨਾਲ ਖੜਾ ਹੈ। ਮੱਕੇ ਦੀ ਕਹਾਣੀ ਵੀ ਇੱਦਾਂ ਹੀ ਹੈ। ਉਹ ਰੁਕਤਦੀਨ ਕਿੱਥੋਂ ਦੀ, ਮਤਲਬ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਡਿੱਗ ਗਿਆ। ਕਹਿੰਦਾ ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਉਹ ਗੁਰੂ ਸਾਹਿਬ ਨੂੰ ਕਹਿੰਦਾ ਗੁਰੂ ਨਾਨਕ ਸਾਹਿਬ ਆਪਣੀਆਂ ਖੜਾਵਾਂ ਹੀ ਲਾ ਕੇ ਛੱਡ ਜਾਓ ਇੱਥੇ ਹੁਣ ਮੱਕੇ 'ਚ। ਜਿਹੜੇ ਲੱਤਾਂ ਮਾਰਦੇ ਸੀ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਇਹ ਗੁਰੂ ਸਾਹਿਬ ਨੂੰ ਤਾਂ ਜਦੋਂ ਮਹਾਰਾਜ ਨੇ ਗੱਲਾਂ ਕੀਤੀਆਂ ਨੇ, ਇਹ ਗੱਲਾਂ ਤੋਂ ਖਿਆਲ ਲਈਏ ਕਿ ਗੁਰੂ ਨਾਨਕ ਦੀ ਗੱਲ ਸਿੱਖਾਂ ਦੀ ਨਿੱਜੀ ਗੱਲ ਨਹੀਂ ਹੈ। ਇਹ ਬ੍ਰਹਿਮੰਡ ਵਾਸਤੇ ਇਹ ਜਜ਼ਬਾ ਰੱਖਣਾ ਜ਼ਰੂਰੀ ਹੈ ਅਤੇ ਅਸੀਂ ਉਸ ਜਜ਼ਬੇ ਨਾਲ ਅੱਗੇ ਵੱਧ ਰਹੇ ਹਾਂ। ਸਾਨੂੰ ਤੁਹਾਡੀ ਅਸੀਸ ਦੀ ਲੋੜ ਹੈ। ਕੰਨਾ ਭੱਬੇ ਨੂੰ ਕੰਨਾ ਨੰਨਾ, ਭਾਨ ਸੂਰਜ ਹੁੰਦਾ ਹੈ, ਘੜਾ ਹੈ ਨਾ। ਰੋਜ਼ ਪੜ੍ਹਦੇ ਹਾਂ ਨਮੋ ਭਾਨ ਭਾਨੇ, ਸੂਰਜਾਂ ਦੇ ਸੂਰਜ ਨੂੰ ਨਮਸਕਾਰ ਹੈ। ਪਰ ਜੇ ਮੈਨੂੰ ਭਾਨ ਹੀ ਨਹੀਂ ਪਤਾ ਤਾਂ ਮੈਂ ਫਿਰ ਉੱਥੋਂ ਲੰਘ ਜਾਣਾ। ਉਹ ਜਿਵੇਂ ਗੱਡੀ ਚੜ੍ਹੀ ਹੁੰਦੀ ਹੈ ਪਟੇ ਦੇ ਉੱਤੇ ਤੇ ਨਮੋ ਭਾਨ ਭਾਨੇ, ਨਮੋ ਚੰਦਰੀ, ਨਮੋ ਗੀਤੇ, ਨਮੋ ਦਾ ਨਹੀਂ ਭੋਗ ਪਾ ਲੈਣਾ ਇੱਦਾਂ ਦਿਆਲੰਗ ਸਰੂਪੇ 'ਤੇ। ਇੱਦਾਂ ਨਹੀਂ। ਇਹਨੂੰ ਦੇਖੋ, ਕਿਸੇ ਵੇਲੇ ਗੱਲ ਕਰਾਂਗੇ ਜਾਪ ਸਾਹਿਬ ਦੇ ਉੱਤੇ। ਜਾਪ ਸਾਹਿਬ ਦੀ ਬਾਣੀ ਇੱਕ ਉਹ ਗੁਰੂ ਸਾਹਿਬ ਨੇ ਐਡੀ ਬਖਸ਼ਿਸ਼ ਕੀਤੀ ਹੈ। ਮੈਂ ਇਹਨੂੰ ਆਏਂ ਦੇਖਦਾ ਹੁੰਦਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਫਿਲਮ ਦੇਖ ਰਹੇ ਨੇ। ਕਿਹੜੀ ਫਿਲਮ? ਰੱਬ ਦੇ ਗੁਣਾਂ ਦੀ ਫਿਲਮ ਹੈ ਨਾ। ਅਤੇ ਗੁਰੂ ਸਾਹਿਬ ਨੂੰ ਪਰਮਾਤਮਾ ਆਪਣਾ ਸਰੂਪ ਦਿਖਾ ਰਿਹਾ ਹੈ
ਤੇ ਗੁਰੂ ਸਾਹਿਬ ਨੇ ਬੜੇ ਪ੍ਰੇਮ ਨਾਲ ਬਾਣੀ ਸ਼ੁਰੂ ਕੀਤੀ। ਕਹਿੰਦੇ ਨਮਸਤਵੰਗ ਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ, ਹੈ ਨਾ। ਬੜੇ ਪ੍ਰੇਮ ਦੇ ਨਾਲ 4 ਸ਼ਬਦ ਲਾ ਕੇ ਉੱਪਰ ਟਿੱਪੀ ਲਾ ਕੇ ਨਮਸਕਾਰ ਕਰਦੇ ਨੇ। ਫਿਰ ਚੱਲਦੇ ਨੇ, ਕਹਿੰਦੇ ਪਰਮੇਸ਼ਰ ਨੇ ਆਪਣੀ ਫਿਲਮ ਉਹ ਇੰਨੀ ਤੇਜ਼ ਕਰ ਲਈ, ਹੁਣ ਗੁਰੂ ਸਾਹਿਬ ਕੋਲ 4 ਸ਼ਬਦ ਕਹਿਣ ਦਾ ਮੌਕਾ ਨਹੀਂ ਰਿਹਾ। ਹੁਣ ਗੁਰੂ ਸਾਹਿਬ ਨੇ ਸਾਰ ਲਿਆ, ਕਹਿੰਦੇ ਨਮੋ 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 ਤੈਨੂੰ ਨਮਸਕਾਰਾਂ। ਕਹਿੰਦੇ ਪਰਮੇਸ਼ਰ ਹੋਰ ਤੇਜ਼ ਭੱਜ ਲਿਆ, ਗੁਣਾਂ ਦੇ ਉੱਤੇ ਗੁਣ ਡਿੱਗਦੇ ਨੇ। ਹੁਣ ਮੇਰੇ ਮਾਲਕ ਦੇ ਕੋਲ, ਮੇਰੇ ਗੁਰੂ ਪਿਤਾ ਕੋਲ ਨਮੋ ਕਹਿਣ ਦਾ ਵਕਤ ਵੀ ਨਹੀਂ ਰਹਿ ਗਿਆ। ਫਿਰ ਪਤਾ ਕੀ ਕਹਿੰਦੇ ਆ, ਕੇ ਆਗੰਜ ਕਰਮੇ ਕੇ ਆ ਪੰਜ ਪਰਮੇ ਕੇ ਆ ਭਿਜ ਲੋਕੇ ਕੇ ਆਦਿਤ ਸੋਕੇ। ਫਿਰ ਕਹਿੰਦੇ ਕੇ ਦਾ ਵਕਤ ਵੀ ਨਹੀਂ ਰਹਿ ਗਿਆ। ਇੱਕ ਕਛਰੀ ਛੰਦ ਜਲਾ ਥਲਾ ਕੀ ਹੈ, ਮਤਲਬ ਕਿ ਰੱਬ ਨੇ ਹੁਣ ਵਕਤ ਨਹੀਂ ਦਿੱਤਾ ਤੂੰ ਨਮਸਕਾਰ ਵੀ ਨਾ ਕਰ, ਚੱਲ ਛੱਡ ਗੋਬਿੰਦ ਸਿੰਘ ਆ ਚੱਲੀਏ, ਹੁਣ ਤੈਨੂੰ ਛੱਡ ਨਮਸਕਾਰ ਦੀ ਕਹਾਣੀ, ਤੈਨੂੰ ਦਿਖਾਈਏ ਇੱਥੇ ਕਲਾ ਕਿਹੜੀ ਵਰਤਦੀ ਹੈ, ਅਨਹਦ ਨਾਦ ਕਿੱਥੇ ਹੈ। ਸੋ ਇਹ ਵੀ ਇਹ ਪ੍ਰੇਮ ਹੈ, ਇਹ ਪ੍ਰੇਮ ਦੀ ਸਵਾਰੀ ਤਾਂ ਫਿਰ ਉਹਦੀ ਭਾਸ਼ਾ ਨੂੰ ਸਮਝ ਕੇ ਹੋਣੀ ਹੈ, ਉੱਦਾਂ ਨਹੀਂ ਹੋਣੀ। ਸੋ ਯਤਨ ਕੀਤਾ ਇਹਨਾਂ ਪੁਸਤਕਾਂ ਦੇ ਵਿੱਚ। ਕੰਨਾ ਮਹਾਰਨੀ 2 ਅੱਖਰੀ 3 ਅੱਖਰੀ 4 ਅੱਖਰੀ ਵਾਕ ਪੜ੍ਹਨੇ ਨੇ ਹੁਣ, ਹੈ ਨਾ। ਤਾਣ ਨਾਲ ਵਾਰ ਕਰ ਕਾਹਲ ਨਾ ਕਰ, ਹਰਜਾਪ ਅਰਦਾਸ ਕਰ, ਭਾਣਾ ਪ੍ਰਮਾਣ ਕਰ, ਪਰਮਾਤਮਾ ਦਾ ਨਾਮ ਜਪ, ਸਭ ਦਾ ਭਲਾ ਕਰ, ਆਪਣਾ ਕਾਰਜ ਆਪ ਸਵਾਰ। ਮੈਂ ਗੁਰਬਾਣੀ ਨਹੀਂ ਪੜ੍ਹਾਈ, ਖਿਮਾ ਕਰਨਾ, ਮੈਂ ਗੁਰਬਾਣੀ ਦਾ ਅਧਿਆਪਕ ਨਹੀਂ ਹਾਂ, ਮੈਂ ਤਾਂ ਕੰਨਾ ਪੜ੍ਹਾ ਰਿਹਾ। ਮੈਂ ਕਿਉਂ ਡਰੀ ਜਾਂਦਾ, ਮੈਨੂੰ ਕੰਨਾ ਪੜ੍ਹਾਉਣ ਤੋਂ ਕੋਈ ਰੋਕ ਦੇਵੇਗਾ। ਜੇ ਮੈਂ ਇਹ ਕਹਿ ਦੇਵਾਂਗਾ ਆਪਣਾ ਕਾਰਜ ਆਪ ਸਵਾਰ, ਜੇ ਮੈਂ ਕਹਾਂਗਾ ਕੰਨਾ ਪੜ੍ਹਾਉਣ ਲੱਗਿਆ ਪੜ੍ਹਾ ਦਿਓ ਪਰਮਾਤਮਾ ਦਾ ਨਾਮ ਜਪ, ਸਭ ਦਾ ਭਲਾ ਕਰ, ਭਾਣਾ ਪ੍ਰਵਾਨ ਕਰ, ਮੈਨੂੰ ਕਿਉਂ ਰੋਕੂਗਾ, ਕਿਉਂ ਰੋਕੂਗਾ, ਕੌਣ ਰੋਕੂਗਾ? ਲੈਟਰਨ ਰੋਕੂਗਾ, ਲੈਟਰਨ ਦੀ ਔਲਾਦ ਰੋਕੂਗੀ। ਅਤੇ ਫਿਰ ਲਾਹਨਤ ਹੈ ਮੈਨੂੰ ਇਹ ਗੱਲ ਕਹਾਉਣ ਦੇ ਕਿ ਮੈਂ ਸਿੱਖ ਸੰਸਥਾ ਵਿੱਚ ਅਧਿਆਪਕ ਹਾਂ ਜਾਂ ਮੈਂ ਸਿੱਖ ਸੰਸਥਾ ਦਾ ਪ੍ਰਬੰਧਕ ਹਾਂ। ਅਸੀਂ ਆਪਣੇ ਪੈਰਾਂ ਨੂੰ ਆਪ ਹੀ ਬੇੜੀਆਂ ਪਾਈ ਬੈਠੇ ਹਾਂ। ਸਾਨੂੰ ਲੋੜ ਹੈ ਅਕਾਦਮਿਕ ਢੰਗ ਨਾਲ ਗੁਰੂ ਦੀ ਗੱਲ ਕਰਨ ਦੀ, ਔਰ ਅਸੀਂ ਯਤਨ ਕਰ ਰਹੇ ਹਾਂ ਕਿ ਕੌਮ ਨੂੰ ਜਾਗਰੂਕ ਕਰੀਏ ਕਿ ਇਹ ਕੰਮ ਕਰ ਲੈਣ। ਫਿਰ ਪੰਜਾਬੀ ਵਿੱਚ ਜੋ ਹੋਰ ਪੜ੍ਹਾਉਣਾ, ਅੰਗਰੇਜ਼ੀ ਮਹੀਨੇ, ਦੇਸੀ ਮਹੀਨੇ, ਹਫ਼ਤੇ ਦੇ ਦਿਨ। ਕਈ ਮੈਨੂੰ ਪੁੱਛਦੇ ਨੇ ਇਹ ਸਿਲੇਬਸ ਸਿੱਖਿਆ ਬੋਰਡ ਦੇ ਮੁਤਾਬਕ ਹੈ। ਉਹ ਸਿੱਖਿਆ ਬੋਰਡ ਨੇ ਲਿਖਿਆ ਕਿ ਕੰਨਾ ਪੜ੍ਹਨਾ ਸਿਖਾਓ। ਜੇ ਮੈਂ ਕੰਨਾ ਪੜ੍ਹਨਾ ਇਹ ਕਰਕੇ ਕਹਿ ਰਿਹਾ, ਉਹਨੂੰ ਪੜ੍ਹਾ ਰਿਹਾ ਕਿ ਸਭ ਦਾ ਭਲਾ ਕਰ, ਤਾਂ ਸਿੱਖਿਆ ਬੋਰਡ ਨੂੰ ਕੀ ਇਤਰਾਜ਼ ਹੈ? ਜੇ ਇਤਰਾਜ਼ ਹੈ ਤਾਂ ਮੈਂ ਉਹਦਾ ਜਵਾਬ ਦੇਵਾਂਗਾ ਵੀ ਦੱਸ ਤੂੰ ਚਾਹੁੰਦਾ ਕੀ ਹੈ। ਤੂੰ ਨਹੀਂ ਚਾਹੁੰਦਾ ਕਿ ਬੱਚਿਆਂ ਦੇ ਅੰਦਰ ਪੋਜ਼ਿਟਿਵਿਟੀ ਹੋਵੇ। ਅਸੀਂ ਜਥੇਬੰਦ ਹੋਈਏ ਨਾ, ਲਾਮਬੰਦ ਹੋਈਏ ਨਾ। ਜੇ ਸਾਨੂੰ ਗੱਲ ਕਰਦਾ ਅਸੀਂ ਟੇਬਲ 'ਤੇ ਬੈਠ ਕੇ ਗੱਲ ਕਰੀਏ, ਅਸੀਂ ਮੁਰਦਾਬਾਦ ਜਿੰਦਾਬਾਦ ਤੋਂ ਥੋੜ੍ਹੇ ਤਾਹਾਂ ਉੱਠ ਜਾਈਏ ਨਾ। ਗੱਲ ਹੋਣੀ ਹੈ ਕਲਮ ਦੇ ਨਾਲ। ਕਲਮ ਦੀ ਇੰਨੀ ਤਾਕਤ ਹੈ। ਆਪਣੇ ਇਤਿਹਾਸ ਨੂੰ ਦੇਖੋ ਨਾ, ਤੁਹਾਡਾ ਗੁਰੂ ਪਿਤਾ ਤਾਂ ਕਲਮ ਦੇ ਨਾਲ ਸਮੇਂ ਦੇ ਜ਼ਾਲਮ ਬਾਦਸ਼ਾਹ ਦੇ ਪ੍ਰਾਣ ਕੱਢ ਦਿੰਦਾ ਹੈ। ਔਰੰਗਜ਼ੇਬ ਉਹ ਜ਼ਫਰਨਾਮਾ ਪੜ੍ਹ ਕੇ ਜਦੋਂ ਕੋਈ ਗੁਰੂ ਦੇ ਸ਼ਬਦ ਪੜ੍ਹਦਾ ਨਾ, ਇਹ ਔਰੰਗਜ਼ੇਬ, ਇਹ ਕਮੀਨੇ, ਇਹ ਨੀਚ, ਇਹ ਭੇੜੀਏ, ਇਹ ਘਰਾਂ ਦੀਆਂ ਝੂਠਾਂ ਖਾਣ ਵਾਲੇ, ਮੇਰੀ ਗੱਲ ਸੁਣ ਲੈ। ਤੂੰ ਗੋਬਿੰਦ ਸਿੰਘ ਦੇ 4 ਸਾਹਿਬਜ਼ਾਦੇ ਖਤਮ ਕਰਕੇ ਤੂੰ ਸੋਚਦਾ ਹੈ ਮੈਂ ਤਬਾਹੀ ਮਚਾ ਦਿੱਤੀ ਹੈ। ਇਹ ਸ਼ਬਦ ਨੇ ਮੇਰੇ ਗੁਰੂ ਪਿਤਾ ਜੀ ਦੇ ਔਰੰਗਜ਼ੇਬ ਨੂੰ ਲਿਖੇ ਹੋਏ। ਤੂੰ ਸੋਚਦਾ ਤੇਰੀਆਂ ਜ਼ਾਲਮ ਫੌਜਾਂ ਨੇ ਗੋਬਿੰਦ ਦੀ ਤਬਾਹੀ ਮਚਾ ਦਿੱਤੀ ਹੈ। ਹੇ ਔਰੰਗਜ਼ੇਬ, ਇਸ ਤਬਾਹੀ ਵਿੱਚ ਵੀ ਕੋਈ ਰਾਜ ਹੈ। ਐਵੇਂ ਨਾ ਸਮਝੀ। ਤੈਨੂੰ ਆਪਣੀਆਂ ਫੌਜਾਂ 'ਤੇ, ਆਪਣੇ ਲਸ਼ਕਰਾਂ 'ਤੇ, ਆਪਣੇ ਘੋੜਿਆਂ 'ਤੇ, ਆਪਣੇ ਟੈਂਕਾਂ 'ਤੇ, ਆਪਣੇ ਤੋਪਾਂ 'ਤੇ ਭਰੋਸਾ ਹੈ, ਅਤੇ ਮੈਨੂੰ ਉਹਦੀ ਰੱਬ ਦੀ ਰਜ਼ਾ 'ਤੇ ਭਰੋਸਾ ਹੈ। ਇਹ ਰੱਬ ਦੀ ਰਜ਼ਾ ਹੈ, ਇਹ ਰੱਬ ਦੀ ਰਜ਼ਾ ਵਿੱਚ ਵੀ ਕੋਈ ਰਾਜ ਹੈ। ਤੂੰ ਦੇਖਦਾ ਚੱਲ, ਮੇਰਾ ਕੁੰਡਲੀਆ ਨਾਗ ਤੈਨੂੰ ਆ ਕੇ ਕਿਵੇਂ ਬੰਨੇਗਾ, ਤੇਰੇ ਪੈਰਾਂ ਹੇਠ ਭਾਂਬੜ ਬਾੜ ਦੇਵੇਗਾ। ਤੇਰੀ ਇਹ ਹਕੂਮਤ ਹੁਣ ਜ਼ਿਆਦਾ ਦਿਨ ਟਿਕਣ ਵਾਲੀ ਨਹੀਂ। ਮੈਂ ਨੀਂਹ ਰੱਖ ਝੁਰਕਿਆ। ਇਹ ਰੱਬ ਨੇ ਭਾਣੇ ਦੇਖੋ ਇਹ ਕੀ ਹੈ, ਇਹ ਗੱਲਾਂ ਨੇ ਜਿਹੜੀਆਂ ਸਾਨੂੰ ਤਾਕਤ ਬਖਸ਼ਦੀਆਂ ਨੇ। ਸੋ ਇਸ ਤਾਕਤ ਨੂੰ ਅਸੀਂ ਅੱਗੇ ਲੈ ਕੇ ਜਾਣਾ, ਕਲਮ ਦੇ ਜ਼ੋਰ 'ਤੇ ਅੱਗੇ ਵਧਣ ਦੀ ਲੋੜ ਹੈ। ਸੋ ਅੰਗਰੇਜ਼ੀ ਮਹੀਨੇ, ਦੇਸੀ ਮਹੀਨੇ, ਹਫ਼ਤੇ, ਦਿਨ, ਰੁੱਤਾਂ, ਸਰੀਰ ਦੇ ਅੰਗ, ਜਾਨਵਰਾਂ ਪੰਛੀਆਂ ਦੀਆਂ ਆਵਾਜ਼ਾਂ, ਮਾਂ ਬੱਚਾ, ਬਿੱਲੀ, ਜੋ ਪੰਜਾਬੀ ਦਾ ਸਿਲੇਬਸ ਹੁੰਦਾ, ਗਊ ਬੱਚਾ, ਘੋੜੀ ਵਛੇਰਾ ਹੈ, ਵਿਰੋਧੀ ਸ਼ਬਦ, ਅੰਦਰ ਬਾਹਰ, ਉੱਤੇ ਥੱਲੇ, ਹੱਸਣਾ ਰੋਣਾ, ਔਖਾ ਸੌਖਾ, ਤੱਤਾ ਠੰਡਾ, ਭਰਿਆ ਖਾਲੀ, ਹੈ ਨਾ, ਸਾਰਾ ਕੁਛ ਪੰਜਾਬੀ ਦਾ ਸਿਲੇਬਸ ਹੈ। ਅਸੀਂ ਸਿਰਫ ਉਹਦੇ ਵਿੱਚ ਵੈਲਿਊ ਦਿੱਤੀ ਹੈ ਆਪਣੇ ਵਿਰਸੇ 'ਚੋਂ ਲਿਆ ਕੇ। ਅਸੀਂ ਇਹ ਵਿਸ਼ਵਾਸ ਰੱਖਦੇ ਹਾਂ ਕਿ ਧਰਮ ਨੂੰ ਵੱਖਰੇ ਵਿਸ਼ੇ ਵਜੋਂ ਪੜ੍ਹਾਉਣ ਦੀ ਲੋੜ ਨਹੀਂ। ਧਰਮ ਪੜ੍ਹਾਉਣ ਦਾ ਵਿਸ਼ਾ ਨਹੀਂ, ਧਰਮ ਜਿਉਣ ਦਾ ਵਿਸ਼ਾ ਹੈ।
ਤੇ ਜਿਹੜੇ ਵਿਸ਼ੇ ਪੜ੍ਹਾਉਣ ਵਾਲੇ ਨੇ ਉਹਨਾਂ ਵਿਸ਼ਿਆਂ ਨੂੰ ਠੀਕ ਢੰਗ ਨਾਲ ਪੜ੍ਹਾ ਲਵੋ, ਉਹਦੇ 'ਚ ਧਰਮ ਦੀ ਪਿਓਂਦ ਕਰ ਦਿਓ ਤੇ ਉਹਦੇ ਨਾਲ ਤੁਸੀਂ ਵਧੀਆ ਢੰਗ ਨਾਲ ਬੱਚਿਆਂ ਦੀ ਸ਼ਖਸੀਅਤ ਨੂੰ ਘੜ ਸਕਦੇ ਹੋ। ਗਿਣਤੀ ਸਿਖਾਉਣੀ ਹੈ, ਉਹਦੇ ਨਾਲ ਰੋਮਨ ਦੇ ਨਾਲ ਗੁਰਮੁਖੀ ਵਿੱਚ ਵੀ ਸਿਖਾ ਦਿੱਤੀ। ਜੀਵਾਂ ਦੇ ਰਹਿਣ ਦੇ ਸਥਾਨ, ਕਾਂ ਕਿੱਥੇ ਰਹਿੰਦਾ ਹੈ, ਮੱਛੀ ਕਿੱਥੇ ਰਹਿੰਦੀ ਹੈ, ਬਿਜੜਾ ਕਿੱਥੇ ਰਹਿੰਦਾ, ਖਰਗੋਸ਼। ਸਮਾਂ ਸਵੇਰ ਦੁਪਹਿਰ ਸ਼ਾਮ ਦਾ, ਮਿੰਟ ਸਕਿੰਟ, ਘੰਟੇ, ਦਿਨ ਰਾਤ, ਸਵੇਰ ਦੁਪਹਿਰ ਸ਼ਾਮ, ਉਹ ਸਾਰਾ ਕੁਝ ਨਾ ਜੋ ਹੋਣਾ ਚਾਹੀਦਾ ਹੈ। ਬੁਝਾਰਤਾਂ ਦੇਖੋ, ਅਸੀਂ ਆਪਣੇ ਕਲਚਰ ਨੂੰ ਗਵਾ ਦਿੱਤਾ ਹੈ। ਅੱਗੇ ਆ ਬਜ਼ੁਰਗ ਬੈਠੇ ਨੇ, ਮੇਰੀ ਗੱਲ ਨੂੰ ਤਸਦੀਕ ਕਰਨਗੇ। ਮਾਵਾਂ ਨੇ ਬੱਚਿਆਂ ਨੂੰ ਰਾਤ ਨੂੰ ਸਵਾਉਣਾ, ਅਤੇ ਇਹ ਮੈਨੂੰ ਯਾਦ ਆ ਵੀ ਕੋਠੇ 'ਤੇ ਸੌਣਾ, ਅਤੇ ਭੈਣਾਂ ਭਰਾਵਾਂ ਨੇ ਮੰਜੇ 'ਤੇ ਟੱਪੀ ਜਾਣਾ, ਅਤੇ ਦਾਦਾ ਦਾਦੀ ਨੇ ਕੋਈ ਬੁਝਾਰਤ ਪਾਉਣੀ, ਬੱਚਿਆਂ ਦੇ ਵਿੱਚ ਮੁਕਾਬਲਾ ਹੋਣਾ ਵੀ ਕੋ ਭੈਣ ਦੱਸੂ, ਭਰਾ ਦੱਸੂ, ਹੈ ਨਾ। ਇਹ ਇੱਕ ਮੈਂਟਲ ਐਕਸਰਸਾਈਜ਼ ਬਜ਼ੁਰਗ ਕਰਵਾਉਂਦੇ ਸੀਗੇ ਨਾ। ਮਾਂ ਜੰਮੀ ਨਹੀਂ ਪੁੱਤ ਕੋਠੇ ਟੱਪੇ, ਹੈ ਨਾ। ਨਿੱਕਾ ਜਿਹਾ ਕਾਕਾ ਘਰ ਦਾ ਰਾਖਾ, ਦੱਸ ਵੀ ਕੌਣ ਹੈ ਨਾ। ਸੋ ਇਹ ਵੀ ਇਹ ਚੀਜ਼ਾਂ ਸਾਡੇ ਵਿਰਸੇ 'ਚੋਂ ਅਲੋਪ ਹੁੰਦੀਆਂ ਨੇ। ਬੁਝਾਰਤਾਂ ਬੱਚਿਆਂ ਵਾਸਤੇ ਕੁਝ ਦਿੱਤੀਆਂ ਨੇ। ਫਿਰ ਅੱਗੇ ਲੈਸਨ ਦੇਣੇ ਨੇ। ਲੈਸਨਸ ਦੇ ਵਿੱਚ ਅਸੀਂ ਆਪਣੇ ਇਤਿਹਾਸ ਨੂੰ ਲੈਸਨ ਬਣਾ ਲਿਆ, ਉਹਦੇ ਸਵਾਲ ਜਵਾਬ ਪੁੱਛ ਲਏ। ਮੈਂ ਤੁਹਾਨੂੰ ਸਿਰਫ ਕੁਝ ਦ੍ਰਿਸ਼ਟਾਂਤ ਦੇ ਰਿਹਾ। ਇਸੇ ਤਰ੍ਹਾਂ ਸਾਰੀ ਕਿਤਾਬ ਚੱਲਦੀ ਹੈ, ਮਾਡਲ ਪ੍ਰਸ਼ਨ ਪੱਤਰ ਆ ਜਾਂਦਾ। ਫਿਰ ਅਗਲੀਆਂ ਕਿਤਾਬਾਂ ਨੇ, ਵੋਕੈਬਲਰੀ ਹੈ ਪੰਜਾਬੀ ਦੀ, ਗੁਰਮੁਖੀ ਦੇ ਵਿੱਚ ਅੰਗ, ਆਰਾ, ਅਜੈ, ਅਬੈ, ਅਜੈ, ਆਲਮ, ਆਰਜਾ, ਅਜੂਨੀ, ਅਰਦਾਸ, ਆਕਰਖ। ਦੇਖੋ, ਜਦੋਂ ਤੁਸੀਂ ਇਸ ਸ਼ਬਦਾਵਲੀ ਨੂੰ ਮੰਨ ਕੇ ਚੱਲੋ, ਜਦੋਂ ਤੁਸੀਂ ਇਹ ਦ੍ਰਿੜ ਕਰਵਾ ਦਿੱਤੀ ਆਪਣੇ ਬੱਚਿਆਂ ਨੂੰ, ਤਾਂ ਫਿਰ ਤੁਹਾਨੂੰ ਬੱਚੇ ਨੂੰ ਕਥਾ ਸੁਣਨ ਦੀ, ਸੁਣਾਉਣ ਦੀ ਲੋੜ ਨਹੀਂ ਹੈ। ਉਹ ਬਾਣੀ ਪੜ੍ਹੇਗਾ ਨਾ, ਉਹ ਬਾਣੀ ਆਪ ਹੀ ਕਥਾ ਕਰ ਰਹੀ ਹੈ। ਸਾਨੂੰ ਟਰਾਂਸਲੇਟਰ ਦੀ ਲੋੜ ਨਹੀਂ ਪਵੇਗੀ। ਇਹਨਾਂ ਕਿਤਾਬਾਂ ਦੇ ਵਿੱਚ ਇੰਨੀ ਤਾਕਤ ਹੈ ਕਿ ਜਿਹੜੀਆਂ ਨਿਤਨੇਮ ਦੀਆਂ ਬਾਣੀਆਂ, ਆਸਾ ਦੀ ਵਾਰ, ਸੁਖਮਣੀ ਸਾਹਿਬ, ਜਾਂ ਪਿਛਲੇ 1 ਸਾਲ ਜੋ ਅਸੀਂ ਕਿਤਾਬਾਂ ਬਣਾਈਆਂ ਸੀ, 1 ਸਾਲ ਦੌਰਾਨ ਜਿੰਨੇ ਸ਼੍ਰੀ ਦਰਬਾਰ ਸਾਹਿਬ ਤੋਂ ਹੁਕਮਨਾਮੇ ਆਏ, ਉਹ 365 ਦਿਨਾਂ ਦੇ ਆਏ ਹੋਏ ਹੁਕਮਨਾਮਿਆਂ ਦੇ ਨਾਉਨ ਅਸੀਂ ਉਹਨਾਂ ਨੂੰ ਲੱਭ ਕੇ, ਉਹਨਾਂ ਨੂੰ ਗੁੰਦ ਕੇ, ਜਿਹੜਾ ਨਰਸਰੀ ਤੋਂ ਲੈ ਕੇ 9ਵੀਂ ਤੱਕ ਦੇ ਬੱਚਿਆਂ ਦੇ ਸਿਲੇਬਸ ਦਾ ਹਿੱਸਾ ਬਣਾ ਦਿੱਤਾ, ਤਾਂ ਕਿ ਅਪਰੋਪਰੀਏਟ ਸਟੇਜ 'ਤੇ ਉਹ ਸ਼ਬਦਾਵਲੀ ਉਹਦੀ ਭਾਸ਼ਾ ਦਾ ਅੰਗ ਬਣ ਜਾਵੇ। ਅੱਛਾ, ਇਹ ਬਹੁਤ ਵੱਡੀ ਗਲਤੀ ਕਰਦੇ ਆ। ਗੰਗਾ ਖਾਲੀ ਹੈ, ਹੁੰਦਾ ਖਾਲੀ ਕੁਛ ਵੀ, ਨਿਆਂ ਖਾਲੀ, ਰਾੜਾ ਖਾਲੀ। ਕੀ ਖਾਲੀ ਕੀ ਹੁੰਦਾ? ਕੋਈ ਭਾਸ਼ਾ ਪੜ੍ਹਾਉਂਦੀ ਆ ਆਪਣਾ ਅੱਖਰ ਖਾਲੀ? ਅਸੀਂ ਹੋਈਆਂ ਮਤਲਬ ਕਿ ਇਹ ਕੁਝ ਵੀ ਖਾਲੀ ਨਹੀਂ। ਗੁਰੂ ਸਾਹਿਬ ਨੇ ਗੰਗਾ ਗਿਆਨੀ ਵੀ ਲਿਖਿਆ ਹੋਇਆ ਹੈ। ਇਹ ਗੱਲ ਅਸੀਂ ਲਿਖੀ ਹੈ ਵੀ ਅਜੋਕੀ ਪੰਜਾਬੀ ਭਾਸ਼ਾ ਦੇ ਵਿੱਚ ਇਹਨਾਂ ਸ਼ਬਦਾਂ ਦੀ ਵਰਤੋਂ, ਇਹਨਾਂ ਅੱਖਰਾਂ ਦੀ ਵਰਤੋਂ ਸ਼ਬਦ ਦੇ ਆਰੰਭ ਵਿੱਚ ਭਾਵੇਂ ਨਹੀਂ ਹੁੰਦੀ, ਪਰ ਇਹਨਾਂ ਦੇ ਸਾਊਂਡ ਬਹੁਤ ਇੰਪੋਰਟੈਂਟ ਨੇ। ਉਹਨਾਂ ਦਾ ਉਚਾਰਨ, ਕੰਗਣ, ਵਾਂਗਣ, ਤਿੰਘਾਣਾ, ਲੰਘਾਉਣਾ, ਘੁੰਗਣੀਆਂ, ਹੈ ਨਾ, ਇੱਦਾਂ ਹੀ ਨੀਆਂ, ਮੰਜ, ਉਂਝ, ਇੰਝ, ਜੰਝ, ਸੁਈਆਂ, ਨਾਣਾ, ਤਣ, ਸਣ, ਤਾਣ, ਮਾਣ, ਇਹ ਜ਼ਰੂਰੀ ਹੈ। ਸੋ ਅਸੀਂ ਹਰ ਚੀਜ਼ ਨੂੰ ਪੈਰੀਂ ਰਰਾ, ਪੈਰੀਂ ਹਾਹਾ, ਪੈਰੀਂ ਵਾਵਾ, ਸਾਰਿਆਂ ਨੂੰ ਇੰਪੋਰਟੈਂਸ ਦਿੱਤੀ ਹੈ। ਹਰ ਇੱਕ ਦੇ ਉੱਤੇ ਅਲੱਗ-ਅਲੱਗ ਚੈਪਟਰ ਬਣੇ ਹੋਏ ਨੇ। ਸੋ ਮੈਂ ਸੰਖੇਪ ਵਿੱਚ ਤੁਹਾਨੂੰ ਜ਼ਿਕਰ ਕਰ ਰਿਹਾ। ਇਸ ਤੋਂ ਬਾਅਦ ਦੀ ਕਿਤਾਬਾਂ ਆਉਂਦੀਆਂ ਨੇ ਸੁਲੇਖ ਮਾਲਾਵਾਂ, ਜਿਨ੍ਹਾਂ 'ਚ ਬੱਚਿਆਂ ਨੂੰ ਅਸੀਂ ਆਮ ਤੌਰ 'ਤੇ ਬੱਚਿਆਂ ਨੂੰ ਕੁਝ ਸੈਂਟੈਂਸ ਪੰਜਾਬੀ ਸਿੱਖਣ ਤੋਂ ਬਾਅਦ ਕਹਿੰਦੇ ਬੱਚੇ ਸੈਂਟੈਂਸ ਲਿਖਣ। ਅਸੀਂ ਉਸ ਕਲਾ ਨੂੰ ਇੱਕ ਵੱਖਰੇ ਢੰਗ ਨਾਲ ਵਰਤਿਆ ਹੈ। ਇਹ 4 ਕਿਤਾਬਾਂ ਨੇ, ਹਰ ਕਿਤਾਬ ਵਿੱਚ 30-30 ਚੈਪਟਰ ਨੇ। ਚੈਪਟਰ ਇੱਦਾਂ ਦੇ ਨੇ, ਵੱਖ-ਵੱਖ ਸਮੇਂ, ਹਰ ਥਾਂ 'ਤੇ ਆਊਗਾ ਆਹ ਸਮੇਂ, ਆਹ ਸਮੇਂ, ਆਹ ਸਮੇਂ, ਆਹ ਸਮੇਂ। ਕਿਹੋ ਜਿਹੇ ਸਮੇਂ? ਸਵੇਰੇ ਉੱਠਣ ਸਮੇਂ, ਖਾਣਾ ਖਾਣ ਸਮੇਂ, ਪਾਣੀ ਪੀਣ ਸਮੇਂ, ਘਰ ਤੋਂ ਬਾਹਰ ਜਾਣ ਸਮੇਂ, ਖੇਡਣ ਸਮੇਂ, ਮਿੱਤਰ ਬਣਾਉਣ ਸਮੇਂ, ਧੋਖਾ ਹੋ ਜਾਣ ਦੇ ਡਰ ਸਮੇਂ, ਧੋਖਾ ਹੋ ਜਾਣ ਸਮੇਂ, ਨਿੰਦਿਆ ਸਮੇਂ, ਮਾਣ ਸਨਮਾਨ ਸਮੇਂ, ਵਿਆਹ ਸਮੇਂ, ਮਰਗ ਸਮੇਂ। ਸੋ ਇਹਨਾਂ ਸਮਿਆਂ ਦੇ ਉੱਤੇ ਸਾਡੀ ਮਾਨਸਿਕਤਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਸਾਡਾ ਮਨੋਵਿਗਿਆਨ ਕੀ ਹੋਣਾ ਚਾਹੀਦਾ ਹੈ, ਇਹੀ ਗੁਰਬਾਣੀ ਸਿਖਾਉਂਦੀ ਹੈ। ਉਹਦੀ ਬੱਚਿਆਂ ਨੇ ਰਾਈਟਿੰਗ ਕਰਨੀ ਹੈ। ਉਦਾਹਰਨ ਦੇ ਤੌਰ 'ਤੇ ਪਹਿਲਾ ਹੀ ਚੈਪਟਰ ਸਵੇਰੇ ਉੱਠਣ ਸਮੇਂ ਅਸੀਂ ਉੱਠਦਿਆਂ ਸਾਰ ਕੀ ਕਰਨਾ ਹੈ। ਹੁਣ ਜਿਹੜੇ ਪਰਿਵਾਰਾਂ 'ਚ ਬੱਚੇ ਇਸ ਪੱਧਰ 'ਤੇ ਵਿਚਰਦੇ ਨੇ ਕਿ ਉੱਠ ਕੇ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ, ਪੋਜ਼ਿਟਿਵਿਟੀ ਹੈ, ਚੜ੍ਹਦੀ ਕਲਾ ਹੈ, ਬੈਠਤ ਉਠਤ ਸੋਵਤ ਜਾਗਤ ਵਿਸਰ ਨਾਹੀਂ ਤੂੰ ਸਾਸ ਗਰਾਸਾ। ਇਹ ਗੱਲ ਜੇ ਸਾਡੇ ਬੱਚੇ ਪਰਿਵਾਰਾਂ ਵਿੱਚ ਉੱਠਦਿਆਂ ਸਾਰ ਅੰਮ੍ਰਿਤ ਵੇਲੇ ਕਿਤੇ ਇਸ ਅਵਸਥਾ ਵਿੱਚ ਆ ਜਾਣ ਤਾਂ ਘਰ ਵਿੱਚ ਰੌਣਕ ਹੈ। ਪਰਮੇਸ਼ਰ ਨਾਲ ਬੱਚਾ ਉੱਠਦਾ ਹੀ ਜੁੜਦਾ, ਅਤੇ ਇਹ ਬੱਚਾ ਇੱਦਾਂ ਉਹਦੀ ਲਿਖਾਈ ਕਰਦਾ। ਅੱਛਾ, ਆਪਣੇ ਚਿਹਰੇ ਦੀ ਸੁੰਦਰਤਾ ਤੱਕਣ ਸਮੇਂ ਆਪਾਂ ਸਾਰੇ ਜਣੇ ਸ਼ੀਸ਼ੇ ਮੂਹਰੇ ਖੜ੍ਹ ਕੇ ਸੋਹਣੇ ਬਣਦੇ ਹਾਂ। ਸੋਹਣੇ ਬਣੋ, ਸੋਹਣੇ ਬਣਨ 'ਤੇ ਇਤਰਾਜ਼ ਨਹੀਂ ਹੈ ਕੋਈ, ਪਰ ਸੋਹਣੇ ਬਣਨ ਸਮੇਂ ਤੁਹਾਡੀ ਮਾਨਸਿਕਤਾ ਕੀ ਕਹਿੰਦੀ ਹੋਵੇ, ਤੁਹਾਡਾ ਮਨੋਵਿਗਿਆਨ ਕੀ ਕਹਿੰਦਾ ਹੋਵੇ, ਤੁਹਾਡੀ ਸੁਰਤ ਕੀ ਬੋਲਦੀ ਹੋਵੇ। ਵੀ ਇਹ ਸੋਹਣੇ ਕੱਪੜੇ ਪਾ ਕੇ ਨਹੀਂ ਸੋਹਣਾ ਬਣਿਆ ਜਾਂਦਾ। ਸੋਹਣੇ ਤਾਂ ਉਹ ਨੇ ਜਿਹੜੇ ਸਾਧ ਸੰਗ ਜਿਨ ਬਹਿਣੇ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ। ਹੁਣ ਸਾਧ ਕੌਣ ਹੈ? ਜਿਹਨੇ ਆਪਣੇ ਆਪੇ ਨੂੰ ਸਾਧਿਆ ਹੋਇਆ ਹੈ।
ਹੈ ਨਾ। ਉਹਦਾ ਪਹਿਰਾਵਾ ਕੀ ਹੈ ਇਹ ਨਹੀਂ, ਇਹ ਪਹਿਰਾਵੇ ਨਾਲ ਨਹੀਂ ਸਾਧ ਬਣਿਆ ਜਾਂਦਾ। ਜਿਹਨੇ ਆਪਣੇ ਅੰਦਰੋਂ ਵਿਕਾਰਾਂ ਨੂੰ ਕੱਢ ਕੇ ਆਪਣੇ ਆਪ ਨੂੰ ਸਾਧ ਲਿਆ ਹੋਇਆ, ਉਹ ਜਿਹੜੇ ਸਾਧੇ ਹੋਏ ਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਜਦੋਂ ਬੈਠਦੇ ਹਾਂ ਫਿਰ ਅਸੀਂ ਵੀ ਸੋਹਣੇ ਬਣ ਜਾਂਦੇ ਹਾਂ, ਕਿਉਂਕਿ ਸਾਡੇ ਅੰਦਰੋਂ ਵੀ ਮੈਲ ਨਿਕਲਣੀ ਸ਼ੁਰੂ ਹੁੰਦੀ ਹੈ। ਸੋ ਇਹ ਮੈਂ 2 ਸਲਾਈਡਸ ਨੇ, ਇੱਕ ਕਿਤਾਬ 'ਚ 120 ਚੈਪਟਰ ਨੇ, 4 ਕਿਤਾਬਾਂ ਨੇ, 30 ਚੈਪਟਰ ਨੇ। ਸੋ ਬੱਚਿਆਂ ਨੂੰ ਅਸੀਂ ਆਰਟ ਦਾ ਕੰਮ ਕਰਾਉਂਦੇ ਹਾਂ। ਇਹ ਆਰਟ ਦੀ ਕਿਤਾਬ ਹੈ, ਇਹਨਾਂ 'ਚੋਂ ਕੋਈ ਵੀ ਕਿਤਾਬ ਗੁਰਬਾਣੀ ਦੀ ਕਿਤਾਬ ਅਸੀਂ ਨਹੀਂ ਕਹਿੰਦੇ, ਨਾ ਹੀ ਉਹ ਹੈ। ਅਸੀਂ ਗੁਰਬਾਣੀ ਨੂੰ ਇੱਕ ਰਿਸੋਰਸ ਵਜੋਂ ਯੂਜ਼ ਜ਼ਰੂਰ ਕੀਤਾ, ਬਟ ਇਹ ਐਕੈਡੈਮਿਕ ਬੁੱਕਸ ਨੇ। ਇਹ ਬੱਚਿਆਂ ਨੂੰ ਅਸੀਂ ਰੇਨਬੋ, ਸਤਰੰਗੀ ਪਿੰਕ ਪੜ੍ਹਾ ਦਿੱਤੀ। ਅੱਗੇ ਅਸੀਂ ਆਪਣੇ ਕਲਚਰ ਵਿੱਚੋਂ ਚੀਜ਼ਾਂ ਲਈਆਂ। ਇਹਦੇ 13 ਤਰ੍ਹਾਂ ਦਾ ਆਰਟ ਹੈ ਇਹਨਾਂ ਕਿਤਾਬਾਂ 'ਚ। ਵਾਟਰ ਕਲਰਸ ਨੇ, ਕਰਿਓਨਸ ਨੇ, ਪੈਨਸਲ ਕਲਰ ਹੈ, ਵੈਕਸ ਹੈ, ਮਾਚ ਸਟਿਕ ਹੈ, ਪੈਨਸਲ ਸ਼ੇਵਿੰਗ ਹੈ, ਹੋਰ ਬਹੁਤ ਕੁਛ ਹੈ, ਕਾਟਨ ਨੇ, ਬੀਡਸ ਨੇ, ਵੱਖ-ਵੱਖ ਤਰ੍ਹਾਂ ਦਾ ਆਰਟ ਹੈਗਾ। ਅਤੇ ਉਹ ਬੱਚਿਆਂ ਨੇ ਉਹ ਲਿਖਿਆ ਹੋਇਆ ਕਿਵੇਂ ਕੰਮ ਕਰਨਾ, ਸਾਈਡ 'ਤੇ ਫਿਨਿਸ਼ਡ ਹੈਗਾ ਕਿ ਇਹ ਸਕੈਚ ਪੈਨ ਨਾਲ ਕਰਨਾ ਹੈ ਨਾ। ਕਿਰਪਾਨ ਵਿੱਚ ਰੰਗ ਭਰਾ ਲਏ, ਕੜੇ ਵਿੱਚ, ਕੰਘੇ ਵਿੱਚ, ਦਮਾਲੇ ਵਿੱਚ, ਦਸਤਾਰ ਵਿੱਚ, ਖੰਡੇ ਵਿੱਚ, ਸਰਕੂਲਰ ਸ਼ੇਪ ਹੈ, ਟਰਾਈਐਂਗੂਲਰ ਸ਼ੇਪ ਹੈ, ਫਲਾਰਸ ਨੇ। ਬੱਚੇ ਨੇ ਪੈਨਸਲ ਸ਼ੇਵ ਕਰਕੇ ਉਹ ਸ਼ੇਵਿੰਗਸ ਨੂੰ ਅਰੇਂਜ ਕਰਨਾ ਹੈ ਨਾ, ਕਿਉਂਕਿ ਆਰਟ ਦੀ ਕਿਤਾਬ ਹੈ। ਮਾਚ ਸਟਿਕ ਦਾ ਆਰਟ ਹੈ। ਹੁਣ ਅਸੀਂ ਬੱਚਿਆਂ ਨੂੰ ਕਈ ਵਾਰੀ ਕਾਟਨ ਨਾਲ ਕੰਮ ਕਰਾਉਂਦੇ ਹਾਂ, ਸਨੋਮੈਨ ਬਣਾ ਦਿਓ, ਆਹ ਬਣਾ ਦਿਓ, ਹੈ ਨਾ। ਅਸੀਂ ਉਹ ਬੱਚੇ ਨੂੰ ਕਿਹਾ ਵੀ ਤੂੰ ਕਾਟਨ ਨਾਲ ਕੰਮ ਕਰਨਾ, ਫਿਰ ਐਂ ਕਰ, ਤੂੰ ਕਾਟਨ ਲੈ ਕੇ ਚੌਰਸਾ ਬਣਾ ਦੇ, ਹੈ ਨਾ। ਅਤੇ ਤੁਹਾਨੂੰ ਕਾਟਨ ਨੂੰ ਗੂੰਦ ਲਾ ਕੇ ਜੋੜਨਾ ਹੀ ਸਿਖਾਉਣਾ ਨਾ, ਹੋਰ ਤਾਂ ਕੋਈ ਮਤਲਬ ਨਹੀਂ ਹੈਗਾ। ਤੁਹਾਨੂੰ ਕੋਈ ਚੌਰਸਾ ਬਣਾ ਦੇ, ਫਿਰ ਗੱਲ ਤਾਂ ਹੈ ਤੁਸੀਂ ਕਰਨਾ ਕੀ ਹੈ, ਤੁਸੀਂ ਦਿਸ਼ਾ ਕਿਹੜੀ ਵੱਲ ਜਾਣਾ ਹੈ। ਤੁਹਾਨੂੰ ਕਿਹੜੇ ਚਾਰਟਰਡ ਸਕੂਲ 'ਚ ਕੋਈ ਰੋਕ ਲੂਗਾ ਵੀ ਨਾ ਚੌਰ ਨਹੀਂ ਬਣਾਉਣਾ, ਕਾਹਦੇ ਨਹੀਂ ਬਣਾਉਣਾ, ਵੀ ਸਾਡੇ ਕਲਚਰ ਦਾ ਹਿੱਸਾ ਹੈਗਾ। ਇਹ ਸਾਡੀ ਸੋਸ਼ੀਓਲੋਜੀ ਹੈ। ਅਸੀਂ ਸੋਸ਼ਲ ਸਾਇੰਸ ਵਿੱਚ ਇਹ ਗੱਲਾਂ ਸਾਨੂੰ ਕਵਰ ਕਰਨੀਆਂ ਜ਼ਰੂਰੀ ਨੇ। ਸੋ ਰੰਗਮਾਲਾ, ਇਹ ਕਿਤਾਬਾਂ, ਉਹ ਜਿਹੜੇ ਚੈਪਟਰ ਅਸੀਂ ਸੁਲੇਖਮਾਲਾ 'ਚ ਪੜ੍ਹਾਏ ਸੀ, ਉਹ ਚੈਪਟਰ ਹੂ ਚੈਪਟਰ ਫੇਰ ਦੁਬਾਰਾ ਆਉਣਗੇ। ਪਰ ਇੱਥੇ ਜਿਹੜਾ ਕੰਮ ਹੈ ਉਹ ਵੱਖਰਾ ਹੈ। ਉਹ ਕੰਮ ਕੀ ਹੈ, ਹੁਣ ਇੱਥੇ ਬੱਚੇ ਨੇ ਰੰਗ ਭਰਨੇ ਹੈ। ਉੱਥੇ ਬੱਚਿਆਂ ਨੇ ਲਿਖਿਆ ਸੀ, ਰਾਈਟਿੰਗ ਕੀਤੀ ਸੀ, ਬੈਠਤ ਉਠਤ ਸੋਵਤ ਜਾਗਤ ਵਿਸਰ ਨਾਹੀਂ ਤੂੰ ਸਾਸ ਗਰਾਸਾ। ਹੁਣ ਉਹ ਲਿਖਿਆ ਹੋਇਆ ਇੰਗਲਿਸ਼ ਦੇ ਵਿੱਚ, ਮੀਨਿੰਗ ਵੀ ਦਿੱਤਾ ਹੋਇਆ। ਬੱਚੇ ਨੇ ਸਿਰਫ ਹੁਣ ਤਸਵੀਰ 'ਚ ਰੰਗ ਭਰਨੇ। ਹੁਣ ਜਦੋਂ ਬੱਚਾ ਇੱਥੇ ਰੰਗ ਭਰ ਰਿਹਾ, ਉਹ ਕੇਲੇ ਸੇਬ 'ਚ ਰੰਗ ਨਹੀਂ ਭਰ ਰਿਹਾ। ਉਹ ਕਿੱਥੇ ਰੰਗ ਭਰ ਰਿਹਾ, ਉਹ ਇੱਕ ਸੁਨੇਹੇ 'ਤੇ ਰੰਗ ਭਰ ਰਿਹਾ, ਜਿਹੜਾ ਉਹਦਾ ਬੈਕ ਮਾਈਂਡ 'ਚ ਇੰਪਰੈਸ਼ਨ ਬਣ ਰਿਹਾ ਹੈਗਾ। ਅਤੇ ਮੈਂ ਉੱਠਦਿਆਂ ਸਾਰ ਪਰਮੇਸ਼ਰ ਦੇ ਵੱਲ ਧਿਆਨ ਕਰਨਾ। ਅੱਛਾ, ਦੁੱਖ ਤਕਲੀਫ ਸਮੇਂ ਆਪਾਂ ਕਈ ਵਾਰੀ ਕਾਰ 'ਤੇ ਲਿਖਾ ਲੈਂਦੇ ਇਹ ਵੀ ਦਾਤ ਤੇਰੀ ਦਾਤਾਰ, ਹੈ ਨਾ। ਅਤੇ ਸਾਹਿਬ ਨੇ ਕਿੱਥੇ ਲਿਖਿਆ, ਕਿਤੇ ਆ ਦੁੱਖ ਭੂਖ ਸਦ ਮਾਰ ਦੇ ਉੱਤੇ, ਵੀ ਤੈਨੂੰ ਕਿੰਨੇ ਹੀ ਦੁੱਖ ਕਿਉਂ ਨਾ ਆ ਜਾਣ, ਤੈਨੂੰ ਕਰੋਨਿਕ ਡਿਜ਼ੀਜ਼ ਨਾ ਲੱਗ ਜਾਵੇ, ਸਦ ਮਾਰ ਹੁੰਦਾ ਵੀ ਬੜੀ ਭੈੜੀ ਮਾਰ, ਸਦਾ ਲਈ ਪੱਲੇ ਪੈ ਗਈ ਮਾਰ, ਹੁਣ ਗਲੋਂ ਲੈਣੀ ਹੋਈ ਨਹੀਂ, ਇਹ ਮੌਤ ਤੱਕ ਨਾਲ ਹੀ ਰਹਿਣੀ ਹੈ। ਗੁਰੂ ਸਾਹਿਬ ਕਹਿੰਦੇ ਇਹੋ ਜਿਹਾ ਭੈੜਾ ਨਾ ਮੁਰਾਦ ਰੋਗ ਨਾ ਲੱਗੇ ਕਿਸੇ ਨੂੰ। ਜੇ ਕਿਤੇ ਪਰਮਾਤਮਾ ਦੇ ਹੁਕਮ 'ਚ ਆਇਆ ਤਾਂ ਮੇਰੇ ਸਿੱਖ ਨੇ ਤਾਂ ਇਹੀ ਕਹਿਣਾ, ਇਹ ਬੇਦਾਤ ਤੇਰੀ ਦਾਤਾ। ਤਾਂ ਕਿੰਨੀ ਪੋਜ਼ੀਟਿਵਿਟੀ ਆ। ਅੱਜ ਕੱਲ੍ਹ ਆ ਲੈਂਡਮਾਰਕ ਦੇ ਪਤਾ ਨਹੀਂ ਕਿਹੋ ਜਿਹੇ ਮਾਰਕ ਮੂਰਕ ਜੇ ਪੋਜ਼ੀਟਿਵਿਟੀ ਦੇ ਕੋਰਸ ਲਾਈ ਜਾਂਦੇ ਨੇ, ਕਿੰਨੇ ਡਾਲਰ ਲੈਂਦੇ ਵੀ ਤੁਹਾਨੂੰ ਪੋਜ਼ੀਟਿਵਿਟੀ ਪੜ੍ਹਾਵਾਂਗੇ। ਉਹ ਆ ਕੀ ਹੈ, ਮੁਫਤ ਦੇ ਵੀ ਤੁਹਾਡੇ ਪੱਲੇ ਪਾਈ ਹੈ। ਵੀ ਕਿੰਨਾ ਦੁੱਖ ਵੀ ਕਿਉਂ ਨਾ ਆਵੇ, ਸਾਹਿਬ ਕਹਿੰਦੇ ਮੇਰੇ ਸਿੱਖ ਨੇ ਸ਼ੁਕਰਾਨੇ 'ਚ ਰਹਿਣਾ, ਗਿਲਾ ਨਹੀਂ ਕਰਨਾ, ਹੈ ਨਾ। ਆ ਸਾਨੂੰ ਬੜਾ ਹੁੰਦਾ ਹੈ ਨਾ ਬਚਪਨ ਤੋਂ ਹੀ ਜਵਾਕਾਂ ਦੇ ਵਿੱਚ ਕਿ ਭਰਾ ਭੈਣ ਨੂੰ ਚੀਜ਼ ਨਹੀਂ ਦਿੰਦਾ, ਬੱਚੇ ਦੀ ਆ ਉਹ ਦੱਬ ਲੈਣੀ, ਫਿਰ ਵੱਡੇ ਹੋ ਕੇ ਅਸੀਂ ਕਲੇਸ਼ ਦਾ ਕਾਰਨ ਬਣਦੇ ਹੈ। ਅਤੇ ਗੁਰੂ ਸਾਹਿਬ ਦੀ ਇਹ ਸੁਨੇਹੇ ਨੂੰ ਪੜ੍ਹਾਉਣ ਲਈ ਅਸੀਂ ਟਾਈਟਲ ਦੇ ਰਹੇ ਹਾਂ ਵੀ ਜਦੋਂ ਚਿੱਤ ਕਰੇ ਪਰਾਈ ਅਮਾਨਤ ਦੱਬ ਲੈਣ ਦਾ, ਵੀ ਪਰਾਈ ਅਮਾਨਤ ਦੱਬ ਲੈਣ ਦਾ ਮਨ ਕਰਨ ਸਮੇਂ, ਉਦੋਂ ਮਨ ਨੂੰ ਇਹ ਕਹਿਣਾ, ਉਹ ਮਨਾ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ, ਹੈ ਨਾ। ਇੱਕ ਢੰਗ ਹੈ, ਅਸੀਂ ਬੱਚਿਆਂ ਨੂੰ ਗੁਰਬਾਣੀ ਨਹੀਂ ਪੜ੍ਹਾ ਰਹੇ, ਅਸੀਂ ਬੱਚਿਆਂ ਨੂੰ ਰੰਗ ਭਰਵਾ ਰਹੇ ਹਾਂ। ਪਰ ਰੰਗ ਵਿੱਚ ਇਲਸਟ੍ਰੇਸ਼ਨਸ ਉਹ ਨੇ, ਗੁਰੂ ਸਾਹਿਬ ਨੇ ਵਿਗਿਆਨ ਦੇ ਬੜੀਆਂ ਪੜਤਾਂ ਖੋਲ੍ਹੀਆਂ ਨੇ। ਮੈਨੂੰ ਲੱਗਦਾ ਹੈ ਗੁਰੂ ਨਾਨਕ ਸਾਹਿਬ ਨੇ ਜਦੋਂ ਦੇਖਿਆ ਨਾ ਲੋਕਾਂ ਨੂੰ, ਜਿਹੜੇ ਧਰਮੀ ਲੋਕ ਸੀਗੇ, ਧਰਮੀ ਲੋਕ ਲਾਉਂਦੇ ਸੀ ਕਿਆਸ ਰਾਈਆਂ। ਕੋਈ ਕਹਿੰਦਾ ਸੀ ਧਰਤੀ ਖੜੀ ਹੈ ਸੱਪ ਦੇ ਫਣ 'ਤੇ, ਸੱਪ ਕੁੰਜ ਲਾਉਂਦਾ ਭੁਚਾਲ ਆ ਜਾਂਦਾ। ਕੋਈ ਕਹਿੰਦਾ ਸੀ ਬੌਲਦ ਦੇ ਸਿੰਘ 'ਤੇ ਖੜੀ ਹੈ, ਉਹ ਥੱਕ ਜਾਂਦਾ, ਚੱਕ ਕੇ ਦੂਜੇ ਸਿੰਘ 'ਤੇ ਰੱਖਦਾ ਤਾਂ ਭੁਚਾਲ ਆ ਜਾਂਦਾ, ਹੈ ਨਾ। ਅਤੇ ਗੁਰੂ ਸਾਹਿਬ ਨੇ ਤਾਂ ਫੰਡੇ ਖੋਲ੍ਹਤੇ ਲੋਕਾਂ ਦੇ। ਕਿੱਥੇ ਗੁਰੂ ਸਾਹਿਬ ਕਿਹੜੀ ਲੈਬੋਰਟਰੀ 'ਚ ਕੰਮ ਕਰਦੇ ਸੀ, ਕਿੱਥੇ ਗੁਰੂ ਸਾਹਿਬ ਦੀਆਂ ਟੈਲੀਸਕੋਪ ਸੀਗੀਆਂ, ਕਿੱਥੋਂ ਉਹਨਾਂ ਦੀਆਂ ਮਾਈਕਰੋਸਕੋਪ ਸੀਗੀਆਂ। ਮਤਲਬ ਕਿ ਤੁਹਾਡਾ ਮਾਲਕ ਤਾਂ ਬੜਾ ਵੱਡਾ ਵਿਗਿਆਨੀ ਹੈ, ਅਸੀਂ ਉਹਨੂੰ ਰੁਮਾਲੇ 'ਚ ਹੀ ਬੰਨ੍ਹ ਲਿਆ ਹੋਇਆ। ਕਿਤੇ ਉਹਨੂੰ ਸੁਣ ਲਿਆ, ਆਹੀ ਤਾਂ ਗੋਰਾ ਚਾਹੁੰਦਾ ਸੀ। ਉਹ ਇਹੀ ਚਾਹੁੰਦਾ ਸੀ ਕਿ ਗੁਰੂ ਨੂੰ ਬੰਨ੍ਹ ਲੈਣਾ ਇੱਦਾਂ ਅਤੇ ਬਸ ਫਿਰ ਬਹੁਤ ਵਧੀਆ। ਜੇ ਗੁਰੂ ਪ੍ਰਗਟ ਹੋ ਗਿਆ ਅਤੇ ਉਹਨਾਂ ਦਾ ਬੋਰੀ ਬਿਸਤਰਾ ਗੋਲ ਹੁੰਦਾ ਹੈ।
ਜਿਹੜੀਆਂ ਗੱਲਾਂ ਉਹ ਵਿਗਿਆਨੀ ਅੱਜ ਕਰਦੇ ਨੇ, ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਕਲਮਬੰਦ ਕੀਤੀਆਂ ਪਈਆਂ ਨੇ। ਗਲੀਲੀਓ ਆ ਕੇ ਦੱਸਦਾ ਟੈਲੀਸਕੋਪ ਨਾਲ ਜਦੋਂ ਦੇਖਦਾ ਕਿ ਚੰਦਰਮਾ ਨਿਰਾ ਪੱਥਰ ਹੈ, ਉਹਦਾ ਚਾਨਣ ਨਹੀਂ ਹੈਗਾ, ਉਹ ਸੂਰਜ ਦੀ ਲਾਈਟ ਨਾਲ ਰਿਫਲੈਕਟ ਕਰ ਰਿਹਾ। ਦਿਸ ਫੈਕਟ ਵਾਜ਼ ਰਿਵੀਲਡ ਬਾਈ ਗੁਰੂ ਨਾਨਕ ਸਾਹਿਬ ਇਨ 15th century। ਮੂਨ ਹੈਜ਼ ਨੋ ਲਾਈਟ ਆਫ ਇਟਸ ਓਨ, ਇਟ ਜਸਟ ਰਿਫਲੈਕਟਸ ਵਿਦ ਦਾ ਲਾਈਟ ਆਫ ਸਨ। ਇਹ ਤਾਂ ਗੱਲ ਗੁਰੂ ਨਾਨਕ ਸਾਹਿਬ ਨੇ ਦੱਸ ਦਿੱਤੀ ਸੀ। ਚੰਦ ਸੂਰਜ ਦੋ ਦੀਪਕ ਰਾਖੇ। ਲੋਕ ਕਹਿੰਦੇ ਨੇ ਦੋ ਦੀਵੇ ਨੇ, ਤੇ ਸਾਹਿਬ ਕਹਿੰਦੇ ਦੋਨੋਂ ਦੀਵੇ ਨਹੀਂ, ਚੰਦਰਮਾ ਦੀ ਆਪਣੀ ਕੋਈ ਲਾਈਟ ਨਹੀਂ। ਸੱਸ ਘਰ, ਚੰਦਰਮਾ ਦੇ ਘਰ ਵਿੱਚ ਸੂਰ ਸਮਾਇਂਦਾ, ਸੂਰਜ ਆ ਕੇ ਚੰਦਰਮਾ ਦੇ ਘਰ ਵਿੱਚ ਸਮਾਉਂਦਾ ਹੈ ਤੇ ਚੰਦਰਮਾ ਰਿਫਲੈਕਟ ਕਰ ਰਿਹਾ। ਮੂਨ ਹੈਜ਼ ਨੋ ਲਾਈਟ ਆਫ ਇਟਸ ਓਨ। ਗੁਰਬਾਣੀ ਨੂੰ ਰਾਈਟ ਪਰਸਪੈਕਟਿਵ ਵਿੱਚ ਸਮਝਣਾ, ਜਿੱਥੇ ਬੈਠ ਕੇ ਉਹ ਲਿਖੀ ਗਈ ਹੈ ਉੱਥੇ ਜਾ ਕੇ ਉਸ ਨੂੰ ਪਕੜਨ ਦੀ ਲੋੜ ਹੈ। ਸੋ ਇਹੋ ਜਿਹੇ ਹੋਰ ਬਹੁਤ ਸਾਰੇ ਸੁਨੇਹੇ, ਕਿਤਾਬਾਂ ਦੀ ਐਗਜੀਬਿਸ਼ਨ ਹੈ। ਤੁਸੀਂ ਭੈਣ ਜੀ ਹਰਦੀਪ ਸਿੰਘ ਵੀਰ ਜੀ ਬੈਠੇ ਨੇ, ਤੁਹਾਨੂੰ ਉੱਥੇ ਸੇਵਾ 'ਤੇ ਖੜਨਗੇ, ਤੁਸੀਂ ਲੈ ਸਕਦੇ ਹੋ ਆਪਣਾ। ਇਹਨਾਂ ਕੋਲ ਨਾ ਹੋਣ ਤਾਂ ਆਰਡਰ ਬੁੱਕ ਕਰਾ ਸਕਦੇ ਹੋ, ਤੁਹਾਨੂੰ ਅਸੀਂ ਬਾਅਦ 'ਚ ਕਿਤਾਬਾਂ ਪਹੁੰਚਦੀਆਂ ਕਰ ਦੇਵਾਂਗੇ। ਸੋ ਅਗਲੀਆਂ ਸਕ੍ਰੈਪ ਬੁੱਕਸ ਨੇ, ਬੱਚਿਆਂ ਨੂੰ ਸਕ੍ਰੈਪ ਦਾ ਕੰਮ ਅਸੀਂ ਕਰਾਉਂਦੇ ਹਾਂ। ਕਿਤਾਬ ਦੇ ਐਂਡ ਦੇ ਉੱਤੇ ਸਕ੍ਰੈਪ ਦਾ ਮਟੀਰੀਅਲ ਹੈ, ਬੱਚਿਆਂ ਨੇ ਜੋੜਨਾ। ਗੁੱਡ ਹੈਬਿਟਸ ਨੇ, ਗਰੋਥ ਆਫ ਪਲਾਂਟ ਹੈ, ਪ੍ਰਾਇਮਰੀ ਰਿਕੁਆਇਰਮੈਂਟਸ ਫਾਰ ਗੁਰਦੁਆਰਾ ਸਾਹਿਬ ਹੈ, ਅੰਡਰਗਰਾਊਂਡ ਵੈਜੀਟੇਬਲਸ ਨੇ, ਮਾਟਾਇਰ ਗੁਰੂਸ ਨੇ, ਕਿਹੜੇ ਬੱਚੇ ਸ਼ਹੀਦ ਹੋਏ, ਚਾਈਲਡ ਮਾਟਾਇਰਸ। ਦੇਖੋ ਜਦੋਂ ਬੱਚੇ ਦਾ ਸਕ੍ਰੈਪ ਦਾ ਕੰਮ ਕਰਨਗੇ ਨਾ, ਉਹ ਜੋੜਨਗੇ ਮੋਤੀ ਮਹਿਰਾ ਦੇ ਬੱਚੇ ਨੂੰ ਕੋਹਲੂ ਵਿੱਚ ਪੀੜਿਆ ਜਾ ਰਿਹਾ ਹੈ ਨਾ। ਜਦੋਂ ਬੱਚਾ ਇਹਨੂੰ ਗੂੰਦ ਲਾ ਕੇ ਜੋੜੂਗਾ ਨਾ, ਉਹ ਜ਼ਰੂਰ ਸੋਚੂਗਾ ਇਹ ਕੀ ਹੈ, ਮਾਂ ਨੂੰ ਪੁੱਛੂਗਾ ਹੈ ਨਾ, ਇਹ ਕੀ ਹੈ। ਉੱਚਾ ਸਿੱਟ ਕੇ ਬੱਚੇ ਨੂੰ ਨੀਜੇ 'ਤੇ ਬੋਚਿਆ ਜਾ ਰਿਹਾ, ਉਹਦੇ ਗੂੰਦ ਲਾਊਗਾ। ਉਹ ਦੇਖੂਗਾ ਕਿ ਬੰਦਾ ਬਹਾਦਰ ਦੇ ਬੇਟੇ ਦਾ ਦਿਲ ਕੱਢ ਕੇ ਪਿਓ ਦੇ ਮੂੰਹ 'ਚ ਥੁੰਨਿਆ ਜਾ ਰਿਹਾ, ਪਰ ਉਹ ਚੜ੍ਹਦੀ ਕਲਾ ਵਿੱਚ ਹੈ। ਇਹ ਲਾਈ ਹੋਈ ਗੂੰਦ ਉਹਦੇ ਹਿਰਦੇ ਨੂੰ ਗੁਰੂ ਦੇ ਚਰਨਾਂ ਨਾਲ ਜ਼ਰੂਰ ਜੋੜ ਦੇਵੇਗੀ। ਇਹ ਮਾਹੌਲ ਪੈਦਾ ਕਰੇਗੀ। ਮਾਹੌਲ ਦਿਓ ਨਾ ਉਹਨੂੰ। ਇਹ ਸਿੱਖੀ ਦੀ ਗੱਲ ਨਹੀਂ ਹੈ, ਇਹਨੂੰ ਸਿੱਖੀ ਦੀ ਗੱਲ ਨਾ ਸਮਝੋ, ਇਹ ਮਨੁੱਖੀ ਅਧਿਕਾਰਾਂ ਦੀ ਗੱਲ ਹੈ। ਅੱਜ ਰੌਲਾ ਪਾ ਰਿਹਾ ਨਾ ਅਮਰੀਕਾ ਕਿ ਮੈਂ ਹਿਊਮਨ ਰਾਈਟਸ ਦੀ ਗੱਲ ਕਰਦਾ। ਉਹ ਤੁਸੀਂ ਤਾਂ ਕਦੇ ਹਿਊਮਨ ਰਾਈਟਸ ਦੀ ਗੱਲ ਕਰਦੇ ਪਏ ਹੋ, ਅਤੇ ਉਹਨੂੰ ਗੱਲ ਨੂੰ ਪੜ੍ਹਾਉਣ ਲੱਗੇ ਹੋ ਸੋਚ ਲੈਂਦੇ ਹੋ ਨਾ 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 ਆਹ ਨਾ ਕਰਦੀ, ਇਹ ਤਾਂ ਸਿੱਖਾਂ ਦੀ ਗੱਲ ਹੈ, ਦੂਜੇ ਕਹਿਣਗੇ ਆਪਣੀ ਹੀ ਕਰੀ ਜਾਂਦੇ ਨੇ। ਇਹ ਸਾਡੀ ਹਾਰੀ ਹੋਈ ਮਾਨਸਿਕਤਾ ਹੈ। ਇਹ ਤੋਂ ਬਾਹਰ ਨਿਕਲੀਏ। ਤੁਸੀਂ ਸਮਾਜ ਲਈ ਕੰਮ ਕੀਤਾ, ਉਹਨੂੰ ਪ੍ਰੈਜ਼ੈਂਟ ਕਰੋ। ਐਵੋਲਿਊਸ਼ਨ ਆਫ ਮੈਨ ਇੱਕ ਸੋਸ਼ਲ ਸਾਇੰਸ ਦੀ ਕਿਤਾਬ ਹੈ। ਸਿੱਖ ਸਕਾਲਰਸ ਹਿਸਟਰੀ ਕਾਰਡ ਅਗਲੀਆਂ 2 ਕਿਤਾਬਾਂ ਨੇ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਸਾਰੇ ਗੁਰੂ ਸਾਹਿਬਾਨ। ਮੈਂ ਤੁਹਾਨੂੰ ਝਲਕ ਦੇ ਰਿਹਾ। ਸਾਹਿਬਜ਼ਾਦੇ, 5 ਪਿਆਰੇ, ਹਰਿਮੰਦਰ ਸਾਹਿਬ, 5 ਤਖਤ, 5 ਕਕਾਰ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਇਹਨਾਂ ਕਿਤਾਬਾਂ ਵਿੱਚ ਨੇ। 80 ਇਹਦੇ 'ਚ ਅਸੀਂ ਪਰਸਨੈਲਿਟੀਜ਼ ਜਾਂ ਕਾਂਡ ਜ਼ਿਕਰ ਕੀਤੇ ਨੇ ਬਹੁਤ ਸੰਖੇਪ ਵਿੱਚ, ਜਿਨ੍ਹਾਂ ਬਾਰੇ ਅਸੀਂ ਸਮਝਦੇ ਹਾਂ ਬੱਚਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਇਹ ਕੁਝ ਸ਼ਖਸੀਅਤਾਂ ਨੇ ਜਿਹੜੀਆਂ ਅਸੀਂ ਭੁਲਾ ਦਿੱਤਾ ਹੈ। ਕਿਸ਼ਨ ਸਿੰਘ ਗੜਗੱਜ ਨੇ, ਇਹਨਾਂ ਨੇ ਭਾਰਤ ਦੀ ਆਜ਼ਾਦੀ ਲਈ ਬਹੁਤ ਵੱਡਾ ਕੰਮ ਕੀਤਾ। ਬੱਬਰ ਅਕਾਲੀ ਲਹਿਰ ਨੂੰ ਖੜ੍ਹਾ ਕੀਤਾ। ਲਗਭਗ 200 ਦੇ ਕਰੀਬ ਗੋਰਿਆਂ ਨੂੰ ਇਹਨਾਂ ਨੇ ਐਲੀਮੀਨੇਟ ਕੀਤਾ ਭਾਰਤ ਦੀ ਆਜ਼ਾਦੀ ਦੇ ਲਈ, ਪਰ ਇਹਨਾਂ ਨੂੰ ਕਿਤਾਬਾਂ 'ਚ ਨਹੀਂ ਪੜ੍ਹਾਇਆ ਜਾਂਦਾ। ਅਸੀਂ ਪੜ੍ਹਾਈਏ ਆਪਣੇ ਸਕੂਲਾਂ ਦੇ ਵਿੱਚ। ਇਹ ਭਾਈ ਮਹਾਰਾਜ ਸਿੰਘ ਨੇ, ਇਹਨਾਂ ਨੇ 1848 ਦੀ ਉਹ ਜੰਗ ਦੇ ਵਿੱਚ ਸਿੰਘਾਂ ਨੂੰ ਇਕੱਠਿਆਂ ਕਰਕੇ ਬੜੀ ਵੱਡੀ ਟੱਕਰ ਲਈ। ਇਹ ਉਹੀ ਜੰਗ ਹੈ ਜਿਹਦੀ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ। ਸ਼ਾਹ ਮੁਹੰਮਦ ਇਹਦੇ ਉੱਤੇ ਬੜੀ ਲੰਮੀ ਵਾਰਤਾ ਲਿਖਦਾ, ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਸੇ ਫੌਜਾਂ ਭਾਰੀਆਂ ਨੇ। ਹਿੰਦ ਦੇ ਉੱਤੇ ਗੋਰਾ ਕਾਬਜ਼ ਸੀਗਾ, ਪੰਜਾਬ ਉੱਤੇ ਖਾਲਸੇ ਦਾ ਰਾਜ ਸੀ ਕਿ ਗੋਰਿਆਂ ਅਤੇ ਸਿੰਘਾਂ ਦਾ ਜੰਗ ਹੋਣ ਲੱਗਿਆ। ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਪੰਜਾਬ ਅਲੱਗ ਦੇਸ਼ ਸੀ, ਭਾਰਤ ਅਲੱਗ ਦੇਸ਼ ਸੀ। ਭਾਰਤ 'ਤੇ ਗੋਰਾ ਕਾਬਜ਼ ਸੀ, ਪੰਜਾਬ 'ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਸੇ ਫੌਜਾਂ ਭਾਰੀਆਂ ਨੇ। ਉਹ ਗਾਥਾ ਲਿਖਦਾ, ਦੱਸਦਾ ਵੀ ਗੋਰਿਆਂ ਨੂੰ ਮੂਲੀਆਂ ਗਾਜਰਾਂ ਵਾਂਗੂ ਵੱਢਿਆ। ਕਹਿੰਦਾ ਵਾਂਗ ਨਿੰਬੂਆਂ ਨਿਚੋੜ ਸੁੱਟੇ। ਕਹਿੰਦੇ ਗੋਰਿਆਂ ਨੂੰ ਆਏ ਸੱਟ ਮਾਰੀ ਕਿ ਨਿੰਬੂਆਂ ਵਾਂਗੂ ਨਿਚੋੜਦਾ। ਗੋਰੇ ਆਪ ਮੰਨਦੇ ਨੇ, ਅੰਗਰੇਜ਼ ਲਿਖਾਰੀ ਮੰਨਦੇ ਨੇ ਕਿ 1848 ਦੀ ਚੇਲਿਆਂ ਵਾਲੀ ਦੀ ਮੁਦਕੀ ਦਾ ਇਹ ਐਡਾ ਝਟਕਾ ਲੱਗਿਆ ਸੀ। ਗੋਰਿਆਂ ਨੇ ਇੱਕ ਵਾਰ ਫੈਸਲਾ ਕਰ ਲਿਆ ਸੀ, ਅਸੀਂ ਕੰਨਾਂ ਨੂੰ ਲਾਏ ਹੱਥ, ਮੁੜ ਕੇ ਨਹੀਂ ਇਹ ਸਤਲੁਜ ਨੂੰ ਟੱਪਦੇ। ਪਰ ਜਦੋਂ ਸ਼ਾਮ ਸਿੰਘ ਅਟਾਰੀ ਵਾਲਾ ਅੱਗੇ ਲੜ ਰਿਹਾ ਸੀ ਅਤੇ ਬਸ ਜੰਗ ਆਖਰੀ ਫੈਸਲੇ 'ਤੇ ਸੀਗੀ, ਬਰੂਦ ਦੀਆਂ ਬੋਰੀਆਂ ਖੁੱਲ੍ਹੀਆਂ, ਉਹਦੇ 'ਚੋਂ ਸਰੋਂ ਨਿਕਲ ਆਈ। ਅਤੇ ਫਿਰ ਸ਼ਾਹ ਮੁਹੰਮਦ ਕਹਿੰਦਾ, ਸ਼ਾਹ ਮੁਹੰਮਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਆਜ਼ਾਦੀ ਦਾ ਪਹਿਲਾ ਜੰਗ ਹੈ।
ਸਵਾਲ ਇਹ ਹੈ ਕਿ ਸਕੂਲਾਂ ਵਾਲੇ 1857 ਦੇ ਗਦਰ ਨੂੰ ਆਜ਼ਾਦੀ ਦਾ ਪਹਿਲਾ ਜੰਗ ਪੜ੍ਹਾਈ ਜਾਂਦੇ ਆ। ਐਡੀ ਵੱਡੀ ਜੰਗ 9 ਸਾਲ ਪਹਿਲਾਂ ਹੋਈ ਹੋਵੇ ਅਤੇ ਉਹਨੂੰ ਕਿਤਾਬਾਂ ਦੱਸਣ ਹੀ ਨਾ ਵੀ ਇਹ ਵੀ ਕੋਈ ਜੰਗ ਹੋਈ ਸੀ। ਫਿਰ ਸਾਡਾ ਗੁਰਦੁਆਰੇ ਖੋਲ੍ਹਣ ਦਾ, ਸਾਡਾ ਸਕੂਲ ਖੋਲ੍ਹਣ ਦਾ, ਖਿਮਾ ਕਰਨਾ, ਜੇ ਮੈਂ ਕੌੜਾ ਜਿਹਾ ਕਹਿ ਦੇਵਾਂ, ਉਹ ਪੰਜਾਬੀ 'ਚ ਕਹਿੰਦੇ ਲਾਹਨਤ ਆ ਫਿਰ ਤੁਹਾਨੂੰ। ਬਰਟਲੈਂਡ ਰਸਲ ਵੀ ਕਹਿੰਦਾ ਇਹ ਸਿੱਖਾਂ ਨੂੰ ਮਾफ़ ਨਹੀਂ ਕਰ ਸਕਦੇ, ਐਡੇ ਵੱਡੇ ਵੱਡੇ ਗੁਨਾਹ ਕੀਤੇ ਆ ਇਹਨਾਂ ਨੇ, ਆਪਣੀ ਗੱਲ ਨੂੰ ਪੁੱਟ ਅਪ ਹੀ ਨਹੀਂ ਕੀਤਾ, ਆਪਣਾ ਕੇਸ ਹੀ ਨਹੀਂ ਪ੍ਰਜੈਂਟ ਕੀਤਾ। ਐਡੀ ਮਾਨਸਿਕਤਾ ਹਾਰ ਗਈ ਕਿ ਗੱਲ ਕਰਨ ਤੋਂ ਡਰੀ ਜਾਂਦੇ ਨੇ। ਸੋ ਲੋੜ ਹੈ ਲਾਮਬੰਦ ਹੋਈਏ, ਜਥੇਬੰਦ ਹੋਈਏ। ਤੁਹਾਡੀ ਹਿਸਟਰੀ ਡਿਸਟੋਰਟ ਹੋ ਰਹੀ ਹੈ, ਇਹਨੂੰ ਬਚਾ ਲਈਏ ਔਰ ਪੇਸ਼ ਕਰ ਦਈਏ। ਔਰ ਭਾਈ ਮਹਾਰਾਜ ਸਿੰਘ ਦਾ ਸਿੰਗਾਪੁਰ 'ਚ ਅੱਜ ਵੀ ਉਹਨਾਂ ਦੀ ਉੱਥੇ ਸਮਾਧ ਬਣੀ ਹੋਈ ਹੈ ਔਰ ਇਹਨਾਂ ਨੂੰ ਕਾਲ ਕੋਠੜੀ ਸਿੰਗਾਪੁਰ ਕੈਦ ਕਰ ਲਿਆ ਗਿਆ ਸੀ। ਉੱਥੇ ਲੰਮਾ ਸਮਾਂ ਇਹ ਕੈਦ ਰਹੇ, ਉੱਥੇ ਹੀ ਸ਼ਹਾਦਤ ਹੋਈ। ਤੁਹਾਨੂੰ ਜੇ ਤੁਹਾਡੇ ਧਿਆਨ ਵਿੱਚ ਹੋਵੇ, ਜਿੱਥੇ ਇਹਨਾਂ ਦੀ ਸ਼ਹਾਦਤ ਹੋਈ ਉੱਥੇ ਇਹਨਾਂ ਦੀ ਯਾਦਗਾਰ ਬਣੀ ਹੋਈ ਹੈ। ਸਿੰਗਾਪੁਰ ਗੌਰਮੈਂਟ ਨੇ ਉੱਥੇ ਸੜਕ ਕੱਢਣੀ ਸੀਗੀ ਅਤੇ ਰਸਤੇ 'ਚ ਉਹਨਾਂ ਦੀ ਉਹ ਥਾਂ ਆਉਂਦੀ ਸੀ ਜਿੱਥੇ ਉਹ ਕਾਲ ਕੋਠੜੀ, ਅਤੇ ਉਹਨਾਂ ਨੇ ਸਿੱਖਾਂ ਨੂੰ ਕਿਹਾ ਵੀ ਅਸੀਂ ਇੱਥੇ ਸੜਕ ਕਰਨੀ ਹੈ, ਇਹਨੂੰ ਥੋੜ੍ਹਾ ਪਾਸੇ ਕਰਨਾ। ਅਤੇ ਉੱਥੋਂ ਦੀ ਲੋਕਲ ਮੈਨੇਜਮੈਂਟ ਕਮੇਟੀ ਨੇ ਕਿਹਾ ਠੀਕ ਹੈ, ਸਾਨੂੰ ਹੋਰ ਥਾਂ ਦੇ ਦਿਓ, ਅਸੀਂ ਉੱਥੇ ਬਣਾ ਲਵਾਂਗੇ। ਪਰ ਜਦੋਂ ਉੱਥੋਂ ਦੀ ਸਿੰਗਾਪੁਰ ਦੀ ਗੌਰਮੈਂਟ ਉਹਨੂੰ ਬਣਾਉਣ ਲੱਗੀ ਨਾ, ਉੱਥੇ ਜਿਹੜੇ ਵੀ ਬਲਡੋਜ਼ਰ ਲੈ ਕੇ ਆਉਣ, ਮਸ਼ੀਨ ਲੈ ਕੇ ਆਉਣ, ਉਹ ਥਾਂ ਉਹਨਾਂ ਤੋਂ ਪੱਟਿਆ ਨਹੀਂ ਗਿਆ। ਉਹਨੂੰ ਸੜਕ ਆਏ ਘੁਮਾ ਕੇ ਲੰਘਣੀ ਪਈ। ਮਤਲਬ ਕਿ ਇਹ ਨਾਮ ਦੀਆਂ ਬਰਕਤਾਂ ਨੇ। ਜਦੋਂ ਉਹਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ, ਉੱਥੇ ਭਾਈ ਮਹਾਰਾਜ ਸਿੰਘ ਨੇ ਲੰਮਾ ਸਮਾਂ ਬਹਿ ਕੇ ਭਜਨ ਬੰਦਗੀ ਕੀਤੀ। ਉਹਨਾਂ ਦੀ ਯਾਦਗਾਰ ਅੱਜ ਵੀ ਸਿੰਗਾਪੁਰ 'ਚ ਸ਼ੋਭਤ ਹੈ, ਜਿੱਥੇ ਉਹਨਾਂ ਨੇ ਆਪਣੀ ਸ਼ਹਾਦਤ ਦਾ ਜਾਮ ਪੀਤਾ। ਸੋ ਸਾਨੂੰ ਲੋੜ ਹੈ ਆਪਣੇ ਬੱਚਿਆਂ ਨੂੰ ਇਤਿਹਾਸ ਪੜ੍ਹਾਉਣ ਦੀ। ਜਨਰਲ ਮੋਹਨ ਸਿੰਘ ਬਾਰੇ ਅਸੀਂ ਨਹੀਂ ਜਾਣਦੇ, ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਰਨ ਵਾਲੇ, ਤਸਵੀਰ ਨੂੰ ਭੁੱਲ ਗਏ ਹਾਂ। ਸਿੰਗਾਪੁਰ ਤੋਂ ਕਾਲ ਦਿੰਦੇ ਨੇ, 40,000 ਬੰਦਾ ਇਕੱਠਾ ਕਰਦੇ ਨੇ, ਸ਼ਸਤਰਧਾਰੀ ਫੌਜ ਬਣਾ ਕੇ ਅੰਗਰੇਜ਼ ਹਕੂਮਤ ਨਾਲ ਟੱਕਰ ਲੈਂਦੇ ਨੇ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਬਹੁਤ ਵੱਡਾ ਇਤਿਹਾਸ ਹੈ, ਸਾਨੂੰ ਇਹਦੀ ਸ਼ਕਲ ਵੀ ਨਹੀਂ ਭੁੱਲ ਗਈ ਹੈ। ਬਹੁਤ ਚੰਗੇ ਲਿਖਾਰੀ ਸਨ, ਕਿੱਤੇ ਵਜੋਂ ਡਾਕਟਰ ਸਨ। ਜਾਪਾਨੀਆਂ ਨੇ ਇਹਨਾਂ ਨੂੰ ਅੰਡੇਮਾਨ ਨਿਕੋਬਾਰ 'ਚ ਡਾਇਰੈਕਟਰ ਹੈਲਥ ਨਿਯੁਕਤ ਕੀਤਾ, ਕਿਉਂਕਿ ਇੰਡੀਅਨ ਨੈਸ਼ਨਲ ਆਰਮੀ ਅਤੇ ਜਾਪਾਨੀਆਂ ਦੀ ਉਸ ਵਕਤ ਇਕੱਠੀ ਸਾਂਝ ਸੀ, ਕੋਆਪਰੇਟਿਵ ਕੋਲੈਬੋਰੇਸ਼ਨ 'ਚ ਕੰਮ ਕਰਦੇ ਸੀ। ਪਰ ਜਦੋਂ ਜਾਪਾਨੀਆਂ ਨੇ ਅੰਡੇਮਾਨ ਨਿਕੋਬਾਰ 'ਤੇ ਕਾਬੂ ਹੋਏ ਤਾਂ ਉਹਨਾਂ ਨੇ ਅੰਡੇਮਾਨ ਦੀਆਂ ਕੁੜੀਆਂ ਅਗਵਾ ਕਰਕੇ ਜਾਪਾਨੀ ਫੌਜੀਆਂ ਨੂੰ ਦੀ ਹਫਸ਼ ਮਟਾਉਣ ਲਈ ਸਪਲਾਈ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤਾਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਉਹ ਸ਼ਖਸ ਹੈ ਜਿਹਨੇ ਜਾਪਾਨੀਆਂ ਦੀ ਗੌਰਮੈਂਟ ਤੋਂ ਡਾਇਰੈਕਟਰ ਹੈਲਥ ਵਜੋਂ ਅਸਤੀਫਾ ਦਿੱਤਾ ਔਰ ਉਸ ਨੂੰ ਕਿਹਾ ਜਾਪਾਨੀਆਂ ਦੀ ਫੌਜ ਨੂੰ ਕਿ ਖਬਰਦਾਰ ਕਿ ਅੰਡੇਮਾਨ ਨਿਕੋਬਾਰ ਦੀ ਕਿਸੇ ਕੁੜੀ ਨੂੰ ਹੱਥ ਲਾਇਆ। ਉਹਨਾਂ ਕੁੜੀਆਂ ਦੀ ਆਜ਼ਾਦੀ ਦੇ ਲਈ ਬੜਾ ਵੱਡਾ ਸੰਘਰਸ਼ ਉਹਨਾਂ ਨੇ ਵਿੱਢਿਆ। ਮੁੜ ਕੇ ਉਹਨਾਂ ਨੂੰ ਕੈਦ ਕੀਤਾ ਗਿਆ, ਕੁਰਸੀ 'ਤੇ ਬਿਠਾ ਕੇ ਥੱਲੇ ਅੱਗ ਬਾਲ ਦਿੱਤੀ, ਤਪੇ ਹੋਏ ਸਰੀਰ ਦੇ ਹੱਥਾਂ ਦੇ ਪੈਰਾਂ ਦੇ ਨਹੁੰ ਪੱਟ ਦਿੱਤੇ, ਪੁੱਠਾ ਲਮਕਾ ਦਿੱਤਾ ਗਿਆ। ਸੁਣਾਉਣਾ ਔਖਾ ਇਤਿਹਾਸ ਉਹਨਾਂ ਦਾ। ਮੈਨੂੰ ਲੱਗਦਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਘੱਟ ਸ਼ਹਾਦਤ ਨਹੀਂ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ। ਸਲਾਖਾਂ ਨੂੰ ਗਰਮ ਕਰਕੇ ਅੱਖਾਂ 'ਚੋਂ ਆਰ ਪਾਰ ਕਰ ਦਿੱਤਾ ਗਿਆ। ਐਡੀ ਕੁਰਬਾਨੀ ਕਾਹਦੇ ਵਾਸਤੇ? ਅੰਡੇਮਾਨ ਨਿਕੋਬਾਰ ਦੀਆਂ ਕੁੜੀਆਂ ਦੀ ਇੱਜ਼ਤ ਬਚਾਉਣ ਲਈ। ਕਿਤਾਬਾਂ 'ਚ ਪੜ੍ਹਾਉਂਦਿਆਂ ਕਿਉਂ ਡਰ ਲੱਗਦਾ ਹੈ ਤੁਹਾਨੂੰ? ਕਿਉਂ ਇਹ ਸਿੱਖ ਲੱਗਦਾ ਹੈ? ਇਹ ਇੱਕ ਸਮਾਜ ਦਾ ਹਿੱਸਾ ਆ। ਉਹਦੀ ਪੱਗ ਉਹਦਾ ਕੋਈ ਕਮਜ਼ੋਰੀ ਸੀਗੀ ਕਿ ਇਹਨੂੰ ਇਸ ਕਰਕੇ ਨਹੀਂ ਪੜ੍ਹਾਉਣਾ, ਇਹਦੇ ਸਿਰ 'ਤੇ ਪੱਗ ਹੈ। ਇਹ ਅਸੀਂ ਆਪਣੀਆਂ ਕਮਜ਼ੋਰੀਆਂ ਆਪ ਬਣਾ ਲਈਆਂ ਨੇ। ਸਾਨੂੰ ਲੋੜ ਹੈ ਇਹਨਾਂ ਸੂਰਮਿਆਂ ਨੂੰ ਪੜ੍ਹਾਉਣ ਦੀ। ਅਸੀਂ ਯਤਨ ਕਰ ਰਹੇ ਹਾਂ, ਤੁਹਾਡੇ ਅਸੀਸ ਦੀ ਲੋੜ ਹੈ। ਸੋ ਆਖਰੀ ਇਹ ਕਿਤਾਬਾਂ ਨੇ ਚਿੱਤਰਮਾਲਾ। ਇਹਨਾਂ 'ਚ ਬੱਚਿਆਂ ਨੇ ਉਹੀ ਗੱਲ ਦੁਬਾਰਾ ਆਉਣੀ ਜਿਹੜੀ ਸੁਲੇਖਮਾਲਾ ਰੰਗਮਾਲਾ 'ਚ ਪੜ੍ਹਾਈ ਇੱਕ ਵਾਰੀ ਹੋਰ। ਹੁਣ ਬੱਚੇ ਨੇ ਪੈਨਸਲ ਨਾਲ ਕਲਾ ਕਰਨੀ ਹੈ ਔਰ ਦੂਜੇ ਪਾਸੇ ਬੱਚੇ ਨੇ ਉਸ ਪੰਕਤੀ ਦੀ ਵਿਆਖਿਆ ਕਰਨੀ ਹੈ। ਅੰਗਰੇਜ਼ੀ ਵਿੱਚ ਕਰ ਲਵੇ, ਪੰਜਾਬੀ ਵਿੱਚ ਕਰ ਲਵੇ, ਦੋਨੋਂ ਭਾਸ਼ਾਵਾਂ 'ਚ ਸੰਖੇਪ ਅਰਥ ਦਿੱਤੇ ਹੋਏ ਨੇ। ਹੁਣ ਬੱਚੇ ਨੇ ਉਹ ਸ਼ਬਦ ਨੂੰ ਆਪ ਐਕਸਪਲੇਨ ਕਰਨਾ ਜੋ ਉਹਦੀ ਹਿਰਦੇ ਵਿੱਚੋਂ ਸਮਝ ਆਈ ਹੈ। ਹੁਣ 120 ਵਿਸ਼ੇ ਨੇ, ਇਹ ਕਹਿ ਲਓ ਬੱਚੇ ਨੇ 120 ਟੌਪਿਕਸ ਦੇ ਉੱਤੇ ਆਪਣੇ ਆਪ ਲਿਖਣਾ ਹੈ। ਅਤੇ ਪਿਆਰ ਵਾਲਿਓ, ਜਦੋਂ ਕੋਈ ਬੱਚਾ ਗੁਰਮਤਿ ਦੇ 120 ਵਿਸ਼ਿਆਂ ਉੱਤੇ ਪੈਰੇ ਲਿਖ ਦੇਵੇਗਾ, ਉਹ ਇੱਕ ਵਿਦਵਾਨ ਤੋਂ ਘੱਟ ਨਹੀਂ ਰਹੇਗਾ। ਉਹਨੂੰ ਜ਼ਿੰਦਗੀ ਜਿਉਣੀ ਆਵੇਗੀ, ਗੁਰਬਾਣੀ ਦੀ ਸਮਝ ਆਵੇਗੀ। ਇਹ ਗੁਰਬਾਣੀ ਸਮਝਾਉਣ ਵਾਸਤੇ ਨਹੀਂ, ਅਸੀਂ ਇਸ ਕਲਾ ਨਾਲ ਬੱਚੇ ਦੇ ਅੰਦਰ ਲਿਖਣ ਦੀ ਕਲਾ ਉਜਾਗਰ ਕਰ ਰਹੇ ਹਾਂ, ਗੱਲ ਕਹਿਣ ਦੀ ਕਲਾ ਉਜਾਗਰ ਕਰ ਰਹੇ ਹਾਂ। ਸੋ ਇਹ ਢੰਗ ਤਰੀਕਾ ਹੈ, ਇਹ ਪੁਸਤਕਾਂ ਨੇ। ਮੇਰੀ ਬੇਨਤੀ ਹੈ ਬੁਲੰਦਪੁਰੀ ਸੰਸਥਾ ਦੇ ਸਮੂਹ ਪ੍ਰਬੰਧਕਾਂ ਨੂੰ ਕਿ ਇੱਥੇ ਹੀ ਨਹੀਂ, ਦੇਸ਼ ਵਿਦੇਸ਼ ਵਿੱਚ ਜਿੱਥੇ ਤੁਸੀਂ ਬੂਟਾ ਲਾ ਰਹੇ ਹੋ ਬੱਚਿਆਂ ਨੂੰ ਵਿੱਦਿਆ ਦਾ, ਉੱਥੇ ਇਹਨਾਂ ਕਿਤਾਬਾਂ ਨੂੰ ਜ਼ਰੂਰ ਆਪਣੇ ਸਿਲੇਬਸ ਦਾ
ਹਿੱਸਾ ਬਣਾਉਣ ਦੇ ਲਈ ਉਤਸ਼ਾਹ ਦੇ ਨਾਲ ਆਪਣੇ ਪ੍ਰਬੰਧਕਾਂ ਨਾਲ, ਰਣਬੀਰ ਸਿੰਘ ਜੀ, ਹਰਪ੍ਰਤਾਪ ਸਿੰਘ ਜੀ, ਬਿਨੇ ਆ ਤੁਸੀਂ ਨਾ ਇਹਨੂੰ ਹਿੰਮਤ ਦੇ ਨਾਲ ਅੱਗੇ ਗੱਲ ਨੂੰ ਵਧਾਓ। ਔਰ ਮੈਂ ਕੁਛ 2 ਬੇਨਤੀਆਂ ਤੁਹਾਨੂੰ ਹੋਰ ਕਰਨੀਆਂ ਨੇ। ਆਤਮ ਪ੍ਰਕਾਸ਼ ਦਾ ਜੋ ਪੂਰਾ ਪ੍ਰੋਜੈਕਟ ਹੈ, ਅਸੀਂ ਕਿਸੇ ਇੱਕ ਪਹਿਲੂ 'ਤੇ ਨਹੀਂ ਕੰਮ ਕਰ ਰਹੇ। ਅਸੀਂ ਗੁਰੂ ਸਾਹਿਬ ਤੋਂ ਸਿੱਖਿਆ ਲੈ ਕੇ ਸਮਾਜ ਨੂੰ ਉੱਤਿਆਂ ਚੁੱਕਣ ਲਈ, ਕਿਉਂਕਿ ਮੈਂ ਸਮਝਦਾ ਗੁਰੂ ਸਾਹਿਬ ਨੇ ਕੋਈ ਧਰਮ ਦਾ ਪ੍ਰਚਾਰ ਨਹੀਂ ਕੀਤਾ। ਗੁਰੂ ਸਾਹਿਬ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ। ਪਾਣੀ ਨਹੀਂ ਹੈ, ਤਲਾਬ ਬਣਾਏ, ਹਲਟ ਲਾਏ, 6 ਹਲਟ, ਆਪਾਂ 6 ਹਲਟਾ ਹਲ ਕਹਿੰਦੇ ਗੁਰਦਾਸ 6 ਹਲਟਾ ਸਾਹਿਬ, 6 ਹਲਟ ਲਾਏ। ਲੋਕਾਂ ਨੂੰ ਦਵਾ ਦਾਰੂ ਦਾ ਪ੍ਰਬੰਧ ਕੀਤਾ। ਗੁਰੂ ਹਰ ਰਾਏ ਸਾਹਿਬ ਨੇ ਸੈਂਚਰੀਜ਼ ਬਣਾਈਆਂ, ਹੈ ਨਾ, ਕੁਦਰਤ ਨੂੰ ਸੰਭਾਲਿਆ, ਪੰਛੀਆਂ ਨੂੰ ਸੰਭਾਲਿਆ। ਹਰਕ੍ਰਿਸ਼ਨ ਪਾਤਸ਼ਾਹ ਨੇ ਦਵਾਖਾਨੇ ਬਣਾਏ। ਗੁਰੂ ਅੰਗਦ ਸਾਹਿਬ ਨੇ ਸਕੂਲ ਪਹਿਲਾਂ ਹੀ ਬਣਾ ਦਿੱਤੇ ਸੀ। ਸੋ ਇੱਕ ਬੜਾ ਵੱਡਾ ਸਮਾਜਿਕ ਕੰਮ ਸੀ। ਗੁਰੂ ਰਾਮਦਾਸ ਪਾਤਸ਼ਾਹ ਨੇ ਸਾਰੇ ਤਰ੍ਹਾਂ ਦੇ ਲੋਕਾਂ ਨੂੰ ਇਕੱਠੇ ਕਰਕੇ ਚੱਕ, ਗੁਰੂ ਕਾ ਚੱਕ ਜਿਹਨੂੰ ਆਪਾਂ ਕਹਿੰਦੇ ਹਾਂ, ਫਿਰ ਉੱਥੇ ਅੰਮ੍ਰਿਤਸਰ ਦੇ ਨਾਮ ਨਾਲ ਆਪਾਂ ਅੱਜ ਉਹਨੂੰ ਜਾਣਦੇ ਹਾਂ। ਅਤੇ ਉਹ ਉੱਥੇ ਉਹਨਾਂ ਨੇ ਇੱਕ ਬਾਜ਼ਾਰ ਡਿਵੈਲਪ ਕੀਤਾ, ਲੋਕਾਂ ਦੀ ਆਰਥਿਕਤਾ ਮਜ਼ਬੂਤ ਕੀਤੀ, ਲੋਕਾਂ ਨੂੰ ਇਕੱਤਰ ਕਰਕੇ ਫਿਰ ਗੁਰੂ ਸਾਹਿਬ ਨੇ ਪਦਾਰਥ ਵੱਲੋਂ ਮੋੜ ਕੇ ਪਰਮਾਰਥ ਵਾਲੇ ਪਾਸੇ ਦਿਸ਼ਾ ਦਿੱਤੀ। ਸਾਡਾ ਫਰਜ਼ ਬਣਦਾ ਕਿ ਗੁਰੂ ਸਾਹਿਬ ਤੋਂ ਸਿੱਖਿਆ ਲੈ ਕੇ ਸਮੁੱਚੇ ਸਮਾਜ ਨੂੰ ਚੱਕਣ ਦੀ ਕੋਸ਼ਿਸ਼ ਕਰੀਏ। ਜੇ ਸਮਾਜ ਪੈਰਾਂ 'ਤੇ ਹੋਵੇਗਾ, ਪਦਾਰਥ ਤੋਂ ਉੱਪਰ ਹੋਵੇਗਾ, ਤਾਂ ਹੀ ਪਰਮਾਰਥ ਵੱਲ ਨੂੰ ਆਵੇਗਾ। ਉਹ ਸਾਡਾ ਯਤਨ ਹੈ ਕਿ ਇਸ ਕਿਸਾਨੀ ਸੰਘਰਸ਼ ਦੌਰਾਨ 848 ਹਾਦਸੇ ਸਾਡੇ ਰਿਕਾਰਡ ਦੇ ਉੱਤੇ ਨੇ, 750 ਤੋਂ ਵੱਧ ਸ਼ਹਾਦਤਾਂ ਹੋ ਗਈਆਂ। ਅਸੀਂ ਇਕੱਲੇ ਪਰਿਵਾਰ ਨੂੰ ਸਾਂਭਣ ਦਾ ਇਹ ਯਤਨ ਕਰ ਰਹੇ ਹਾਂ। ਅਤੇ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਤੁਹਾਨੂੰ ਇਹਨਾਂ ਪਰਿਵਾਰਾਂ ਬਾਰੇ ਜਾਣਕਾਰੀ ਮਿਲ ਜਾਵੇਗੀ, ਕਿਹੜੇ ਪਰਿਵਾਰ ਦੀਆਂ ਕੀ ਲੋੜਾਂ ਨੇ। ਮੇਰੀ ਬੇਨਤੀ ਹੈ, ਤੁਸੀਂ ਆਪ ਪਰਿਵਾਰ ਅਡੋਪਟ ਕਰ ਸਕਦੇ ਹੋ। ਮੈਂ ਇੱਥੇ ਤੁਹਾਨੂੰ ਪੈਸਾ ਦੇਣ ਨੂੰ ਨਹੀਂ ਕਹਿ ਰਿਹਾ। ਇਹਨਾਂ ਪਰਿਵਾਰਾਂ ਨੂੰ ਪੈਸੇ ਤੋਂ ਵੱਧ ਪਿਆਰ ਚਾਹੀਦਾ, ਸਹਾਰਾ ਚਾਹੀਦਾ। ਅਸੀਂ ਹਰ ਪਰਿਵਾਰ ਦੇ ਨਾਲ ਇੱਕ ਕੋਆਰਡੀਨੇਟਰ ਨਿਯੁਕਤ ਕਰ ਰਹੇ ਹਾਂ। ਪੰਜਾਬ ਵਿੱਚ ਜਿਹੜੇ ਤੁਹਾਡੇ ਪਰਿਵਾਰ ਵਾਸਤੇ ਨੇ, ਮਿੱਤਰ ਸਾਥੀ ਨੇ, ਉਹਨਾਂ ਨੂੰ ਇਸ ਮੁਹਿੰਮ ਨਾਲ ਜੋੜੋ। 848 ਪਰਿਵਾਰਾਂ ਨਾਲ ਅਸੀਂ ਇੱਕ ਪਰਿਵਾਰ ਨੂੰ ਜੋੜਨਾ ਚਾਹੁੰਦੇ ਹਾਂ। ਸਿਰਫ ਪੈਸੇ ਦੇਣ ਲਈ ਨਹੀਂ, ਮੈਂ ਬਾਰ-ਬਾਰ ਕਹਿ ਰਿਹਾ, ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ, ਦਿਸ਼ਾ, ਮੋਰਲ ਸਪੋਰਟ ਦੇਣ ਦੇ ਵਾਸਤੇ। ਸੋ ਇਸ ਕਾਰਜ ਵਿੱਚ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਇੱਕ ਬਹੁਤ ਮਹੱਤਵਪੂਰਨ ਪ੍ਰੋਜੈਕਟ ਅਸੀਂ ਇਹ ਕਰ ਰਹੇ ਹਾਂ। ਇਹਦੇ ਲਈ ਸਾਨੂੰ ਤੁਹਾਡੇ ਬਹੁਤ ਵੱਡੇ ਸਹਿਯੋਗ ਦੀ ਲੋੜ ਹੈ। ਪੰਜਾਬ ਨੂੰ ਅਸੀਂ ਸਾਰੇ ਖੁਸ਼ਹਾਲ ਵੇਖਣਾ ਚਾਹੁੰਦੇ ਹਾਂ, ਬਟ ਇਹ ਸੁਪਨਿਆਂ 'ਚ ਨਹੀਂ ਬਣੇਗਾ। ਇਹਦੇ ਲਈ ਕੰਮ ਕਰਨਾ ਪਵੇਗਾ। ਅਸੀਂ ਇਹ ਇੰਸਟੀਚਿਊਟ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਨੂੰ ਖੜ੍ਹਾ ਕਰਨ ਦੇ ਲਈ ਇਹ ਇੱਕ ਅਰਦਾਸਾ ਸੋਧਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਕੰਮ ਨੂੰ ਮੁਕੰਮਲ ਕਰਨ ਦੇ ਲਈ ਸਾਡਾ ਸਾਥ ਦਿਓ। ਇਹਦੇ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਰੋਲ ਮਾਡਲ ਪਬਲਿਕ ਸਕੂਲ ਖੜ੍ਹਾ ਕਰਨਾ ਚਾਹੁੰਦੇ ਹਾਂ, ਖਾਲਸਾ ਰਾਜ ਦੀ ਵਿਦਿਅਕ ਪ੍ਰਣਾਲੀ 'ਤੇ ਆਧਾਰਿਤ, ਜਿਹਦੇ 'ਚ ਅਸੀਂ ਅੰਗਰੇਜ਼ੀ, ਪੰਜਾਬੀ, ਹਿੰਦੀ, ਮੈਥਮੈਟਿਕਸ, ਸਾਇੰਸ ਸਾਰਾ ਕੁਝ ਗੁਰਬਾਣੀ ਦੇ ਆਧਾਰ 'ਤੇ ਪੜ੍ਹਾਵਾਂਗੇ। ਤੁਹਾਨੂੰ ਤਾਂ ਇੱਥੇ ਮੈਂ ਅੱਜ ਸਿਰਫ ਪੰਜਾਬੀ ਅਤੇ ਆਰਟ ਅਤੇ ਕੁਝ ਸੋਸ਼ਲ ਸਾਇੰਸ ਦੀਆਂ ਕਿਤਾਬਾਂ ਦੀ ਡਿਸਕਸ਼ਨ ਕੀਤੀ ਹੈ, ਬਟ ਅਸੀਂ ਮੈਥਮੈਟਿਕਸ ਦੀਆਂ, ਸਾਇੰਸ ਦੀਆਂ, ਹਿੰਦੀ ਦੀਆਂ, ਪੰਜਾਬੀ ਦੀਆਂ, ਅੰਗਰੇਜ਼ੀ ਦੀਆਂ ਸਾਰੀਆਂ ਕਿਤਾਬਾਂ ਸਿਰਫ ਅਤੇ ਸਿਰਫ ਆਪਣੇ ਵਿਰਸੇ ਦੇ ਆਧਾਰ 'ਤੇ ਲਿਖ ਰਹੇ ਹਾਂ। ਔਰ ਇਸ ਰੋਲ ਮਾਡਲ ਸਕੂਲ 'ਚੋਂ ਪੜ੍ਹਾ ਕੇ ਦਿਖਾਵਾਂਗੇ। ਔਰ ਇਹ ਬੱਚੇ ਬਾਜ਼ਾਰ ਦੇ ਦੂਜੇ ਸਕੂਲਾਂ ਨੂੰ ਕੰਪੀਟ ਕਰਨਗੇ। ਇਸੇ ਥਾਂ ਦੇ ਉੱਤੇ ਅਸੀਂ ਇੱਕ ਟੀਚਰ ਟ੍ਰੇਨਿੰਗ ਇੰਸਟੀਚਿਊਟ ਬਣਾਵਾਂਗੇ, ਜਿੱਥੇ ਪੰਜਾਬ ਦੇ, ਦੇਸ਼ ਦੀ, ਦੁਨੀਆ ਦੇ ਕੋਨੇ-ਕੋਨੇ ਵਿੱਚ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਸਾਰਾ ਸਾਲ ਟ੍ਰੇਨਿੰਗ ਪ੍ਰੋਗਰਾਮ ਚੱਲਣਗੇ। ਸਾਲ ਦੇ ਵਿੱਚ 52 ਟ੍ਰੇਨਿੰਗ ਪ੍ਰੋਗਰਾਮ, ਹਰ ਹਫ਼ਤੇ ਇੱਕ ਟ੍ਰੇਨਿੰਗ ਪ੍ਰੋਗਰਾਮ ਲਗਾਉਣ ਦਾ ਸਾਡਾ ਪਲਾਨ ਹੈ। ਇਸੇ ਇੰਸਟੀਚਿਊਟ 'ਚ ਅਸੀਂ ਆਪਣੀ ਕੌਮ ਦੇ ਲੀਡਰ ਤਿਆਰ ਕਰਨੇ ਚਾਹੁੰਦੇ ਹਾਂ। ਜਿਸ ਤਰ੍ਹਾਂ ਬਾਬਾ ਨੈਣਾ ਸਿੰਘ ਨੇ ਬਾਬਾ ਫੂਲਾ ਸਿੰਘ ਨੂੰ ਤਿਆਰ ਕੀਤਾ, ਬਾਬਾ ਫੂਲਾ ਸਿੰਘ ਨੇ ਭਾਈ ਹਨੂੰਮਾਨ ਸਿੰਘ ਨੂੰ ਤਿਆਰ ਕੀਤਾ। ਸਾਨੂੰ ਤਾਂ ਨਾਮ ਹੀ ਭੁੱਲ ਗਏ ਨੇ ਕਿਹਨੇ ਕਿਹਨੂੰ ਤਿਆਰ ਕੀਤਾ। ਅਸੀਂ ਇੱਥੇ ਆਪਣੀ ਕੌਮ ਦੇ ਬੱਚਿਆਂ ਦੀ ਲੀਡਰਸ਼ਿਪ ਟ੍ਰੇਨਿੰਗ, ਕਿ ਆਗੂ ਦੇ ਗੁਣ ਕੀ ਹੁੰਦੇ ਨੇ, ਪ੍ਰਬੰਧ ਕਿਵੇਂ ਕਰੀਦਾ ਹੈ, ਟੀਮ ਵਿੱਚ ਕਿਵੇਂ ਵਿਚਰੀਦਾ ਹੈ, ਦੂਜਿਆਂ ਦੇ ਔਗੁਣਾਂ ਨੂੰ ਦੇਖ ਕੇ ਅਣਗੌਲਿਆ ਕਿਵੇਂ ਕਰੀਦਾ ਹੈ, ਸਾਰਿਆਂ ਨੂੰ ਨਾਲ ਲੈ ਕੇ ਆਪ ਪਿੱਛੇ ਹੋ ਕੇ ਕਮਾਂਡ ਕਿਵੇਂ ਕਰਨੀ ਹੁੰਦੀ ਹੈ, ਗੁਰਮਤਿ ਤੁਹਾਨੂੰ ਕਿਵੇਂ ਸਿਖਾਉਂਦੀ ਹੈ। ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਕਦੇ ਵੀ ਪੜ੍ਹਾਈਆਂ ਨਹੀਂ ਜਾਂਦੀਆਂ, ਕਦੇ ਵੀ ਸਿਖਾਈਆਂ ਨਹੀਂ ਜਾਂਦੀਆਂ। ਇਹਦੇ ਉੱਤੇ ਵਰਕਸ਼ੀਟਸ ਨਹੀਂ ਹੁੰਦੀਆਂ, ਇਹਦੇ ਉੱਤੇ ਕੋਈ ਵਰਕਸ਼ਾਪਸ ਨਹੀਂ ਹੁੰਦੀਆਂ। ਸੋ ਇਹ ਇੱਕ ਅਲੱਗ ਤਰ੍ਹਾਂ ਦਾ ਇੱਥੇ ਟ੍ਰੇਨਿੰਗ ਪ੍ਰੋਗਰਾਮ ਚੱਲਣਗੇ। ਬੱਚਿਆਂ ਦੇ ਲਈ ਕਰੀਅਰ ਗਾਈਡੈਂਸ ਸੈਂਟਰ, ਬੱਚੇ 10ਵੀਂ ਤੋਂ ਬਾਅਦ ਕੀ ਪੜ੍ਹ ਸਕਦੇ ਆ, ਕਿਹੜੀ ਦਿਸ਼ਾ 'ਚ ਉਹਨਾਂ ਕੋਲ ਅਪਰਚੁਨਿਟੀਜ਼ ਨੇ, ਬੱਚਿਆਂ ਨੂੰ ਕੰਪੀਟੀਟਿਵ ਐਗਜ਼ਾਮ ਕਰੈਕ ਕਰਨ ਦੇ ਲਈ ਟ੍ਰੇਨਿੰਗ ਦੇਣੀ, IAS ਦੀ, IPS, ਜੁਡੀਸ਼ਰੀ, ਸਿਵਲ ਸਰਵਿਸਿਜ਼, ਰੋਲ ਮਾਡਲ ਫਾਰਮਿੰਗ ਯੂਨਿਟ ਖੜ੍ਹੇ ਕਰਨੇ ਚਾਹੁੰਦੇ ਹਾਂ, ਤਾਂ ਕਿ ਕਿਸਾਨ ਜਿਹੜੇ ਅੱਜ ਆਪਾਂ ਦੇਖਦੇ ਹਾਂ ਸੜਕਾਂ 'ਤੇ ਬੈਠੇ ਨੇ, ਉਹਨਾਂ ਦੇ ਕੋਲੇ ਜ਼ਮੀਨਾਂ ਬਹੁਤ ਥੋੜ੍ਹੀਆਂ ਨੇ, ਉੱਥੇ ਬਹੁਤ ਵੱਡਾ ਕੰਮ ਕਰਨ ਵਾਲਾ ਬਾਕੀ ਹੈ। ਕੋਆਪਰੇਟਿਵ ਮਾਰਕਿੰਗ ਯੂਨਿਟ ਅਸੀਂ ਖੜ੍ਹੇ ਕਰਨੇ ਚਾਹੁੰਦੇ ਹਾਂ। ਸਾਡੀ ਭਾਵਨਾ ਕਿ ਜਿੱਥੇ ਇਹ ਇੰਸਟੀਚਿਊਟ ਡਿਵੈਲਪ ਹੋਵੇ
ਉੱਥੇ 50 ਕਿਲੋਮੀਟਰ ਦੇ ਡਾਏ ਦੇ ਵਿੱਚ ਅਸੀਂ ਉੱਥੇ ਜਿੰਨੀ ਵੀ ਵਸੋਂ ਹੈ, ਕੰਮ ਬਹੁਤ ਵੱਡਾ ਹੈ ਪਰ ਗੁਰੂ ਕਰਾਵੇਗਾ, ਭਾਵਨਾ ਨਾਲ ਤੁਰੇ ਹਾਂ ਕਿ ਜਿੰਨੀ ਵੀ ਵਸੋਂ ਹੈ ਉਹ ਕਿੰਨੀ ਕਣਕ ਖਾਂਦੀ ਹੈ, ਕਿੰਨੀ ਬਾਸਮਤੀ ਖਾਂਦੀ ਹੈ, ਕਿੰਨਾ ਤੇਲ ਚਾਹੀਦਾ, ਕਿੰਨਾ ਗੁੜ ਚਾਹੀਦਾ, ਕਿੰਨਾ ਦੁੱਧ ਚਾਹੀਦਾ, ਕਿੰਨੀ ਸ਼ੱਕਰ ਚਾਹੀਦੀ ਹੈ, ਉਹ ਪਲਾਨ ਕਰਕੇ ਉਸ ਡਾਟੇ ਦੇ ਮੁਤਾਬਕ ਕਿਸਾਨਾਂ ਨੂੰ ਅਲਾਟ ਕੀਤਾ ਜਾਵੇਗਾ ਕਿ ਤੁਸੀਂ ਆਹ ਚੀਜ਼ਾਂ ਪ੍ਰੋਡਿਊਸ ਕਰਨੀਆਂ ਨੇ। ਉਹਦੀ ਲੋਕਲ ਕੰਜ਼ੰਪਸ਼ਨ ਕਰਵਾਈ ਜਾਵੇਗੀ। ਜੋ ਬਚਦਾ ਉਹਦੇ ਪ੍ਰੋਸੈਸਿੰਗ ਯੂਨਿਟਸ ਲਾ ਕੇ ਉਸ ਨੂੰ ਵੱਡੀ ਮਾਰਕੀਟ ਦੇ ਵਿੱਚ ਐਕਸਪੋਰਟ ਕੀਤਾ ਜਾਵੇਗਾ ਜਾਂ ਚੰਗੀਆਂ ਥਾਵਾਂ 'ਤੇ, ਤਾਂ ਕਿ ਕਿਸਾਨ ਠੂਠਾ ਮੰਗ ਕੇ ਸਰਕਾਰਾਂ ਦੇ ਕੋਲੋਂ ਐਵੇਂ MSP ਨਾ ਮੰਗੀ ਜਾਣ। ਉਹਨਾਂ ਨੂੰ ਇੱਕ ਦਿਸ਼ਾ ਦਿਖਾਈਏ। ਕੰਮ ਬਹੁਤ ਵੱਡਾ ਹੈ, ਲੋਕਾਂ ਨੂੰ ਇਕੱਠੇ ਕਰਨਾ ਇੱਕ ਬਹੁਤ ਵੱਡੀ ਸਮੱਸਿਆ ਹੈ, ਬਟ ਅਸੀਂ ਅਰਦਾਸਾਂ ਕਰਕੇ ਤੁਰ ਪਏ ਹਾਂ। ਕੰਮ ਹੋਵੇਗਾ, ਜ਼ਰੂਰ ਹੋਵੇਗਾ, ਕਿਉਂਕਿ ਗੁਰੂ ਨਾਨਕ ਸਰਬ ਕਲਾ ਸਮਰੱਥ ਨੇ, ਸਭਨਾਂ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਰੋਜ਼ ਅਸੀਂ ਇਹਨੂੰ ਗਾਉਂਦੇ ਹਾਂ, ਪੜ੍ਹਦੇ ਹਾਂ, ਅਤੇ ਉਹ ਕੰਮ ਜ਼ਰੂਰ ਕਰਾਵੇਗਾ। ਅਸੀਂ ਇੱਕ ਰੋਲ ਮਾਡਲ ਦੇਣਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ। ਸੋ ਇਹ ਸਾਡੀਆਂ ਭਾਵਨਾਵਾਂ ਨੇ। ਤੁਹਾਡੇ ਚਰਨਾਂ 'ਚ ਬੇਨਤੀ ਹੈ, ਸਾਨੂੰ ਤੁਹਾਡੇ ਹਰ ਤਰ੍ਹਾਂ ਦੇ ਸਹਿਯੋਗ ਦੀ, ਤੁਹਾਡੀ ਅਰਦਾਸ ਦੀ, ਤੁਹਾਡੇ ਪਿਆਰ ਦੀ, ਤੁਹਾਡੀ ਅਸੀਸ ਦੀ। ਜਿਹੜੇ ਕੰਮਾਂ ਲਈ ਮਾਇਆ ਚਾਹੀਦੀ ਹੈ ਉਹਦੇ ਲਈ ਮਾਇਆ ਦੀ ਲੋੜ ਹੈ। ਸਾਡੇ ਕੰਮ ਸਾਰੇ ਟਰਾਂਸਪੇਰੈਂਟ ਨੇ। ਸਾਡਾ ਕੋਈ ਬਾਬਾ ਨਹੀਂ ਹੈਗਾ, ਸਾਡਾ ਕੋਈ ਧਨਾੜ ਨਹੀਂ ਹੈਗਾ, ਸਾਡਾ ਕੋਈ ਪੋਲੀਟੀਕਲ ਮਾਈ ਬਾਪ ਨਹੀਂ ਹੈਗਾ। ਸਾਡਾ ਇੱਕੋ ਹੀ ਹੈ, ਸਾਹਿਬ ਮੇਰਾ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ। ਬਸ ਉਹਦੇ ਚਰਨਾਂ 'ਚ ਹੀ ਹਾਂ ਅਸੀਂ। ਅਤੇ ਸਾਰੀ ਟੀਮ ਸਾਡੀ ਪੜ੍ਹੀ ਲਿਖੀ ਟੀਮ ਹੈ, ਅਕੈਡਮੀਸ਼ੀਅਨਸ ਨੇ। ਸਾਡੀ ਵੈਬਸਾਈਟ 'ਤੇ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਹੋ ਕੌਣ ਲੋਕ ਕੰਮ ਕਰਦੇ ਨੇ। ਹਰ ਚੀਜ਼ ਨੂੰ ਟਰਾਂਸਪੇਰੈਂਟਲੀ ਕਰਨ ਦਾ ਯਤਨ ਕਰਦੇ ਹਾਂ। ਸਾਡੇ ਨਾਲ ਬਹੁਤ ਵਾਰੀ ਧੱਕੇ ਹੋਏ ਨੇ, ਸਾਡੇ ਨਾਲ ਬਹੁਤ ਵਾਰੀ ਧੋਖੇ ਹੋਏ ਨੇ। ਲੋਕਾਂ ਨੇ ਪੈਸਾ ਇਕੱਠਿਆਂ ਕਰਕੇ ਸੰਗਤ ਦਾ ਬਹੁਤ ਚੀਰਹਰਨ ਕੀਤਾ। ਸੋ ਅਸੀਂ ਪੈਸੇ ਦੀ ਵੱਡੀ ਅਪੀਲ ਇਸੇ ਕਰਕੇ ਨਹੀਂ ਕਰਦੇ। ਅਸੀਂ ਸਮਝਦੇ ਹਾਂ ਪੈਸਾ ਹੱਥਾਂ ਦੀ ਮੈਲ ਹੈ, ਪੈਰਾਂ ਦੀ ਮੈਲ ਹੈ, ਇਹਨੇ ਆਪਣੇ ਆਪ ਆ ਜਾਣਾ। ਸਾਨੂੰ ਤੁਹਾਡਾ ਪਿਆਰ ਚਾਹੀਦਾ, ਤੁਹਾਡੀ ਅਸੀਸ ਚਾਹੀਦੀ ਹੈ, ਤੁਹਾਡੀ ਅਰਦਾਸ ਚਾਹੀਦੀ ਹੈ। ਸਾਹਿਬ ਸਮਰੱਥ ਹੈ ਹਰ ਤਰ੍ਹਾਂ ਦੇ ਵਸੀਲੇ ਦੇਣ ਨੂੰ। ਅਰਦਾਸਾਂ ਕਰੋ, ਜਿੱਦਾਂ ਤੁਹਾਡੀ ਭਾਵਨਾ ਜੇ ਬਣੇ ਤਾਂ ਇਸ ਕੰਮ ਨੂੰ ਸਹਿਯੋਗ ਕਰੋ, ਤਾਂ ਕਿ ਅਸੀਂ ਕਿਤੇ ਨਾ ਕਿਤੇ ਤਾਂ ਆਸ ਦੀ ਕਿਰਨ ਦਾ ਦੀਵਾ ਜਗਾ ਸਕੀਏ। ਸਾਡਾ ਬਰਬਾਦ ਹੁੰਦਾ 5 ਦਰਿਆਵਾਂ ਦੀ ਉਹ ਧਰਤੀ ਨੂੰ ਮੁੜ ਕੇ ਅਸੀਂ ਸੁਰਜੀਤ ਕਰ ਸਕੀਏ। ਸੋ ਇੰਨੀਆਂ ਕੋਈ ਬੇਨਤੀਆਂ ਨਾਲ ਆਪ ਜੀ ਪਾਸੋਂ ਖਿਮਾ ਜਾਚਕ ਹਾਂ। ਸੰਗਤ ਵਿੱਚੋਂ ਕਿਸੇ ਨੇ ਕੋਈ ਗੱਲ ਦਾ ਵਿਸਥਾਰ ਜਾਣਨਾ ਹੋਵੇ, ਕੋਈ ਤੁਹਾਡੀ ਕੁਆਰੀ ਹੋਵੇ ਤਾਂ ਦਾਸ ਸੇਵਾ 'ਚ ਹਾਜ਼ਰ ਹੈ। ਅਤੇ ਇਹ ਸਾਡੇ ਸੋਸ਼ਲ ਮੀਡੀਆ ਦੇ ਹੈਂਡਲਸ ਨੇ, ਤੁਸੀਂ ਨੋਟ ਕਰ ਲੈਣੇ, ਅਤੇ ਤਾਂ ਕਿ ਆਪਾਂ ਸੰਪਰਕ ਵਿੱਚ ਰਹਿ ਕੇ ਇਹਨਾਂ ਕਾਰਜਾਂ ਨੂੰ ਅੱਗੇ ਵਧਾ ਸਕੀਏ। ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।